ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਚੁੱਕੇ ਹੋ ਦਾ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਅੱਜ ਹੈ ਬੁੱਧਵਾਰ ਅਤੇ ਬੁੱਧਵਾਰ ਇੰਤਜ਼ਾਰ ਹੁੰਦਾ ਤੁਹਾਨੂੰ ਕਿ ਇਸ ਪ੍ਰੋਗਰਾਮ ਦੇ ਵਿੱਚ ਵੰਡਰਫੁਲ ਵੂਮਨ ਕੌਣ ਸ਼ਾਮਿਲ ਹੋ ਰਹੀ ਹੈ, ਕਿਉਂਕਿ ਸਿਲਸਿਲਾ ਹੁੰਦਾ ਹੈ ਵੰਡਰਫੁਲ ਵੂਮਨਸ ਵੈਨਸਡੇ ਦਾ। ਅੱਜ ਫਿਰ ਇੱਕ ਵਾਰੀ ਮੈਂ ਹਾਜ਼ਰ ਹੋਈ ਹਾਂ ਕੁਝ ਐਸੀਆਂ ਗੱਲਾਂ ਕਰਨ ਦੇ ਲਈ ਜਿਹੜੀਆਂ ਸਾਡੀਆਂ ਔਰਤਾਂ ਨੂੰ ਖਾਸ ਕਰਕੇ ਇੰਸਪਾਇਰ ਕਰਨਗੀਆਂ। ਮੈਂ ਇਸ ਚੀਜ਼ ਨੂੰ ਵੱਖਰਾ ਕਰਕੇ ਨਹੀਂ ਦੇਖਣਾ ਚਾਹੁੰਦੀ ਹੁੰਦੀ ਜਦੋਂ ਔਰਤਾਂ ਨੂੰ ਇੰਸਪਾਇਰ ਕਰਨ ਦੀ ਗੱਲ ਹੈ। ਐਕਚੁਅਲੀ ਸਾਰੇ ਪਰਿਵਾਰ ਦੀ ਗੱਲ ਹੈ, ਆਦਮੀ ਵਿੱਚ ਨੇ, ਬੱਚੇ ਵਿੱਚ ਨੇ, ਕਿਉਂਕਿ ਆਪਾਂ ਰਲ ਕੇ ਹੀ ਪਰਿਵਾਰ ਬਣਾਉਂਦੇ ਹਾਂ, ਰਲ ਕੇ ਹੀ ਆਪਾਂ ਸੁਸਾਇਟੀ ਬਣਾਉਂਦੇ ਹਾਂ। ਸੋ ਇਸ ਚੀਜ਼ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਪਰ ਇਹ ਗੱਲ ਜ਼ਰੂਰ ਹੈ ਕਿ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਔਰਤ ਸ਼ਾਮਿਲ ਹੁੰਦੀ ਹੈ ਤਾਂ ਉਹਦੀ ਕਹਾਣੀ ਜ਼ਰੂਰ ਹੈ ਜਿਹੜੀ ਸਾਰਿਆਂ ਦੇ ਲਈ ਸੁਣਨੀ ਜ਼ਰੂਰੀ ਹੁੰਦੀ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਸ ਸ਼ਖਸੀਅਤ ਨੂੰ ਮੈਂ ਸ਼ਾਮਿਲ ਕਰ ਰਹੀ ਹਾਂ, ਇਹਨਾਂ ਦਾ ਲੰਬਾ ਤਜਰਬਾ ਹੈ ਔਰਤਾਂ ਲਈ ਕੰਮ ਕਰਨ ਦਾ, ਔਰਤਾਂ ਬਾਰੇ ਕੰਮ ਕਰਨ ਦਾ। ਇੱਕ ਔਰਤ ਜਿਸ ਵੇਲੇ ਔਰਤਾਂ ਦੇ ਲਈ ਕੰਮ ਕਰਦੀ ਹੈ, ਮੈਂ ਹਮੇਸ਼ਾ ਇਹ ਗੱਲ ਮਹਿਸੂਸ ਕਰਦੀ ਹਾਂ ਕਿ ਉਹ ਬਹੁਤ ਕੁਝ ਐਸਾ ਹੈ ਜਿਹੜਾ ਉਸ ਔਰਤ ਲਈ ਮਹਿਸੂਸ ਕਰ ਰਹੀ ਹੈ ਜਿਹੜੀ ਔਰਤ ਵਿਕਟਮ ਵੀ ਬਣਦੀ ਹੈ, ਉਸ ਔਰਤ ਲਈ ਮਹਿਸੂਸ ਕਰ ਰਹੀ ਹੈ ਜਿਹੜੀ ਔਰਤ ਦੂਸਰੀ ਔਰਤ ਲਈ ਖੜ੍ਹਦੀ ਹੈ। ਅਕਸਰ ਗੱਲ ਸਾਡੇ ਕੰਨੀ ਪਾਈ ਜਾਂਦੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਪਰ ਮੈਂ ਜਿਹੜੀਆਂ ਔਰਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਂਦਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਵਾਈਆਂ, ਹਰ ਵਾਰੀ ਮੇਰਾ ਯਕੀਨ ਇਸ ਗੱਲ 'ਤੇ ਪੱਕਾ ਹੋਇਆ ਕਿ ਔਰਤ ਦੀ ਦੋਸਤ ਹੈ, ਸਹੇਲੀ ਹੈ। ਜਦੋਂ ਉਹਦੇ ਨਾਲ ਖੜ੍ਹਦੀ ਹੈ, ਉਹਦੇ ਲਈ ਮਹਿਸੂਸ ਕਰਦੀ ਹੈ, ਉਹਦੇ ਲਈ ਸੋਚਦੀ ਹੈ ਅਤੇ ਉਹਨੂੰ ਹਿੰਮਤ ਦਿੰਦੀ ਹੈ, ਹੌਸਲਾ ਦਿੰਦੀ ਹੈ। ਬਹੁਤ ਸਾਰੇ ਇਹੋ ਜਿਹੇ ਮੌਕੇ ਆਏ ਹੋਣਗੇ ਮੇਰੇ ਅੱਜ ਦੇ ਇਸ ਮਹਿਮਾਨ ਦੇ ਲਈ ਵੀ। ਬਹੁਤ ਲੰਬੀ ਕਹਾਣੀ ਇਹਨਾਂ ਦੇ ਕੋਲ ਹੋ ਸਕਦੀ ਹੈ ਇਹੋ ਜਿਹੀਆਂ ਔਰਤਾਂ ਦੀ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਸੀ, ਹੌਸਲੇ ਦੀ ਜ਼ਰੂਰਤ ਸੀ ਅਤੇ ਨਾਲ ਖੜ੍ਹੇ ਹੋਏ। ਮੇਰੀ ਮੁਰਾਦ ਹੈ ਰਮਿੰਦਰ ਦੋਸਾਂਝ ਹੁਣਾਂ ਤੋਂ। ਰੈਮੀ ਦੋਸਾਂਝ ਮੇਰੇ ਅੱਜ ਦੇ ਇਸ ਪ੍ਰੋਗਰਾਮ ਦੇ ਮਹਿਮਾਨ ਹੋਣਗੇ, ਜਿਹੜੇ ਬਹੁਤ ਸਾਰੀਆਂ ਔਰਗੇਨਾਈਜੇਸ਼ਨਸ ਦੇ ਫਾਊਂਡਰ ਰਹੇ ਨੇ। ਖਾਸ ਕਰਕੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਇੰਡੀਆ ਮਹਿਲਾ ਐਸੋਸੀਏਸ਼ਨ 1973 ਦੇ ਵਿੱਚ ਇਹਨਾਂ ਵੱਲੋਂ ਫਾਊਂਡ ਕੀਤੀ ਗਈ ਸੀ। ਉਸ ਤੋਂ ਬਾਅਦ BC ਪੱਧਰ ਦੇ ਉੱਤੇ, ਈਵਨ ਨੈਸ਼ਨਲ ਲੈਵਲ ਦੇ ਉੱਤੇ ਬਹੁਤ ਸਾਰੀਆਂ ਹੋਰ ਔਰਗੇਨਾਈਜੇਸ਼ਨਸ ਬਣੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਖਾਸ ਭੂਮਿਕਾ ਨਿਭਾਈ। ਪਰ ਔਰਤਾਂ ਦੇ ਲਈ ਕੰਮ ਕਰਨ ਦਾ, ਇੱਕ ਔਰਤ ਦਾ ਪੈਸ਼ਨ ਕਿਵੇਂ ਬਣਿਆ, ਅੱਜ ਇਹਨਾਂ ਦੇ ਸਫ਼ਰ ਬਾਰੇ ਅਸੀਂ ਗੱਲਾਂ ਬਾਤਾਂ ਕਰਾਂਗੇ। ਬਹੁਤ ਸਵਾਗਤ ਹੈ ਰੈਮੀ ਜੀ, ਜੀ ਆਇਆਂ ਨੂੰ ਸਟੂਡੀਓ ਦੇ ਵਿੱਚ। ਥੈਂਕ ਯੂ ਜੀ, ਮਾਈ ਪਲੇਜ਼ਰ। ਸੋ ਮੈਂ ਇੱਥੋਂ ਹੀ ਗੱਲ ਤੁਹਾਡੇ ਨਾਲ ਸ਼ੁਰੂ ਕਰਨਾ ਚਾਹੁੰਦੀ ਹਾਂ, ਜਿਹੜਾ ਮੈਂ ਹੁਣ ਇਸ ਸਵਾਲ ਦਾ ਜ਼ਿਕਰ ਕੀਤਾ ਕਿ ਔਰਤਾਂ ਦੇ ਲਈ ਕੰਮ ਕਰਨ ਦਾ ਜਿਹੜਾ ਪੈਸ਼ਨ ਹੈ ਇਹ ਕਿੱਥੋਂ ਆਇਆ? ਮੈਂ ਐਕਚੁਅਲੀ ਜਦੋਂ ਇੱਥੇ ਕੈਨੇਡਾ ਦੇ ਵਿੱਚ ਆਈ ਸੀਗੀ ਤਾਂ ਆਉਂਦਿਆਂ ਹੀ ਆਪਣੀ ਕਮਿਊਨਿਟੀ ਦੇ ਵਿੱਚ ਜਦੋਂ ਮਿਲਣਾ ਗਿਲਣਾ ਸ਼ੁਰੂ ਕੀਤਾ, ਸਾਰੇ ਪਾਸੇ ਜਾਣਾ ਸ਼ੁਰੂ ਕੀਤਾ, ਉਦੋਂ ਮੈਂ ਨੋਟ ਕੀਤਾ ਕਿ ਜਿੰਨੀਆਂ ਵੀ ਜਥੇਬੰਦੀਆਂ ਉਸ ਵੇਲੇ ਮੌਜੂਦ ਸੀਗੀਆਂ ਸਾਡੀ ਸੁਸਾਇਟੀ ਦੇ ਵਿੱਚ, ਬਹੁਤੀਆਂ ਆਦਮੀ ਰਨ ਕਰਦੇ ਸੀਗੇ। ਔਰ ਉਸ ਪਰਟੀਕੂਲਰ ਟਾਈਮ ਦੇ ਉੱਤੇ ਕੋਈ ਹੋਰ ਔਰਤਾਂ ਦੀ ਜਥੇਬੰਦੀ ਜਿਹੜੀ ਆ ਜਥੇਬੰਦ ਤਰੀਕੇ ਨਾਲ ਨਹੀਂ ਸੀਗੀ। ਕੁਛ ਔਰਤਾਂ ਐਕਟਿਵ ਸੀਗੀਆਂ, ਆਦਮੀਆਂ ਦੇ ਨਾਲ ਔਰਗਨਾਈਜੇਸ਼ਨਸ ਦੇ ਵਿੱਚ ਕੰਮ ਕਰਦੀਆਂ ਸੀਗੀਆਂ। ਸਗੋਂ ਇਹ ਦੇਖਿਆ ਜਾਂਦਾ ਸੀਗਾ ਕਿ ਜਿਹੜਾ ਔਰਤਾਂ ਦਾ ਰੋਲ ਹੁੰਦਾ ਸੀਗਾ ਉਸ ਔਰਗਨਾਈਜੇਸ਼ਨ ਦੇ ਵਿੱਚ, ਉਹ ਕੰਮ ਕਰਨ ਦਾ ਜ਼ਿਆਦਾ ਹੁੰਦਾ ਸੀ। ਜਿਹੜਾ ਸੈਕਟਰੀ ਦਾ ਕੰਮ ਹੋਣਾ ਉਹ ਲੇਡੀਜ਼ ਨੇ ਕਰ ਲੈਣਾ, ਜਿਹੜਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟਸ ਜਿਹੜੇ ਸੀਗੇ ਉਹ ਆਦਮੀ ਹੁੰਦੇ ਸੀਗੇ। ਸੋ ਕੋਈ ਵੀ ਮਸਲੇ ਕਈ ਉੱਠਦੇ ਆ ਉਸ ਵੇਲੇ ਕਮਿਊਨਿਟੀ ਦੇ ਵਿੱਚ, ਔਰ ਜਦੋਂ ਵੀ ਕੋਈ ਮਸਲੇ ਉੱਠਦੇ ਸੀਗੇ ਹਮੇਸ਼ਾ ਆਦਮੀ ਹੀ ਅੱਗੇ ਹੁੰਦੇ ਸੀ। ਸਾਡੇ ਗੁਰਦੁਆਰੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਮੋਸਟਲੀ ਮੇਲ ਡੋਮੀਨੇਟਡ ਹੀ ਹੁੰਦੇ, ਉਹਨਾਂ ਦੀਆਂ ਐਗਜ਼ੈਕਟਿਵਸ 'ਤੇ ਵੀ ਜਿਹੜੀਆਂ ਔਰਤਾਂ ਗੁਰਦੁਆਰਿਆਂ ਦੇ ਵਿੱਚ ਵੀ ਕੰਮ ਕਰਦੀਆਂ ਸੀਗੀਆਂ, ਉਹ ਵੀ ਉਹਨਾਂ ਦੀ ਡਿਊਟੀ ਕਿਚਨ ਦੇ ਵਿੱਚ ਹੁੰਦੀ ਸੀ, ਕਿਚਨ ਦੀ ਰਿਸਪੋਂਸੀਬਿਲਿਟੀ ਉਹਨਾਂ ਨੂੰ ਦਿੱਤੀ ਜਾਂਦੀ ਸੀ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਸਾਨੂੰ ਇਹ ਮਹਿਸੂਸ ਹੋਇਆ ਕਿ ਔਰਤਾਂ ਦੀ ਇਨਵੋਲਵਮੈਂਟ ਕਮਿਊਨਿਟੀ ਦੇ ਵਿੱਚ ਜਿਹੜੀ ਹੈ ਉਹਦਾ ਬਹੁਤ ਘਾਟ ਹੈ।
ਔਰ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ। ਅਸੀਂ ਫਿਰ ਜਿਹੜੇ ਪੁਰਾਣੇ ਲੋਕੀ ਇੱਥੇ ਆਏ ਹੋਏ ਸੀ, ਮੇਰੇ ਹਸਬੈਂਡ ਦੇ ਮਾਸੀ ਜੀ ਮੇਰੇ ਨਾਲੋਂ ਬਹੁਤ ਦੇਰ ਪਹਿਲਾਂ ਦੇ ਇੱਥੇ 1955 ਜਾਂ ਇੱਦਾਂ ਕੁਛ ਆਏ ਸੀਗੇ ਉਹ। ਤਾਂ ਉਹਨਾਂ ਨਾਲ ਘਰ ਦੇ ਵਿੱਚ ਗੱਲਬਾਤ ਕਰਨੀ, ਤਾਂ ਉਹਨਾਂ ਨੂੰ ਪੁੱਛਿਆ ਮੈਂ ਕੁਛ ਹੈਗੀਆਂ ਕੋਈ ਆਰਗੇਨਾਈਜੇਸ਼ਨਸ ਹੈਗੀਆਂ, ਕੋਈ ਐਕਟੀਵਿਟੀਜ਼ ਹੈਗੀਆਂ ਔਰਤਾਂ ਦੀਆਂ ਇੱਥੇ। ਸੋ ਉਹਨਾਂ ਦੇ ਰਾਹੀਂ ਅਸੀਂ ਹੋਰ ਕਈ ਔਰਤਾਂ ਨੂੰ ਜਾ ਕੇ ਮਿਲੇ, ਚੈੱਕ ਕੀਤਾ, ਫਿਰ ਅਸੀਂ ਇਹ ਡਿਸਾਈਡ ਕੀਤਾ ਵੀ ਸਾਨੂੰ ਲੋੜ ਹੈ ਇਸ ਵੇਲੇ। ਤਾਂ ਐਕਚੁਅਲੀ ਉਹ ਹਰਜੀਤ ਢਿੱਲੋਂ ਉਹਨਾਂ ਦਾ ਨਾਂ ਹੈਗਾ, ਇਹਨਾਂ ਦੇ ਮਾਸੀ ਜੀ ਉਹ ਸੀਗੇ। ਇੱਕ ਪ੍ਰੇਮਚੰਦ ਸਿਰੀਪਾਵਾ ਸੀਗੇ, ਉਹਨਾਂ ਨੂੰ ਵੀ ਮੈਂ ਸ਼ੁਰੂ ਵਿੱਚ ਹੀ ਮਿਲੀ ਸੀਗੀ। ਤਾਂ ਅਸੀਂ ਫਿਰ ਜਦੋਂ ਆਪਸ ਵਿੱਚ ਬੈਠ ਕੇ ਅਸੀਂ 2-3 ਜਾਣੀਆਂ ਸੀਗੀਆਂ, ਮੈਂ, ਮਿਸਿਸ ਸਿਰੀਪਾਵਾ, ਹਰਜੀਤ ਢਿੱਲੋਂ, ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਕੁਛ ਜ਼ਰੂਰ ਕਰਨਾ ਚਾਹੀਦਾ, ਥੋੜ੍ਹੀ ਜਿਹੀ ਲੀਡਰਸ਼ਿਪ ਲੈ ਕੇ ਤਾਂ ਕੁਛ ਔਰਤਾਂ ਨੂੰ ਇਕੱਠਾ ਕਰੀਏ। ਇਸ ਤਰ੍ਹਾਂ ਇਹ ਕੰਮ ਫਿਰ ਸ਼ੁਰੂ ਹੋਇਆ। ਪਹਿਲਾਂ ਸਿਰਫ ਇੱਕ ਔਰਤਾਂ ਵਾਸਤੇ ਇੱਕ ਆਰਗੇਨਾਈਜ਼ਡ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨ ਵਾਸਤੇ। ਇਹ ਕੰਮ ਜੇ ਤੁਸੀਂ ਉਦੋਂ ਨਾ ਕੀਤਾ ਹੁੰਦਾ, ਇਹ ਦੇਖੋ ਤਕਰੀਬਨ 48-49 ਸਾਲ ਹੋ ਗਏ ਜਦੋਂ ਤੁਸੀਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ, ਜੇ ਉਦੋਂ ਇਹ ਕੰਮ ਨਾ ਕੀਤਾ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਅੱਜ ਕੀ ਕਮੀ ਮਹਿਸੂਸ ਹੁੰਦੀ? ਵੈਲ ਆਈ ਮੀਨ ਉਸ ਟਾਈਮ ਦਾ ਮਾਹੌਲ ਜਿਹੜਾ ਸੀ ਔਰ ਹੁਣ ਦਾ ਬਹੁਤ ਜ਼ਿਆਦਾ ਚੇਂਜਸ ਆ ਚੁੱਕੀਆਂ। ਉਸ ਜ਼ਮਾਨੇ ਵਿੱਚ ਇੱਕ ਵੀ ਸਾਨੂੰ ਆਰਗੇਨਾਈਜੇਸ਼ਨ ਨਹੀਂ ਸੀ ਦਿਸਦੀ ਆਪਣੀ ਕਮਿਊਨਿਟੀ ਵਿੱਚ ਔਰਤਾਂ ਦੀ। ਹੁਣ ਤੁਸੀਂ ਦੇਖੋ ਤਾਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੈਗੀਆਂ ਔਰਤਾਂ ਦੀਆਂ, ਅਲੱਗ-ਅਲੱਗ ਏਰੀਆਜ਼ ਦੇ ਵਿੱਚ ਉਹ ਆਪਣਾ ਹਿੱਸਾ ਪਾ ਰਹੀਆਂ, ਕੋਈ ਕਲਚਰਲ, ਕੋਈ ਸੋਸ਼ਲ ਇਸ਼ੂਜ਼, ਕੋਈ ਟ੍ਰਾਂਜੀਸ਼ਨ ਹਾਊਸਿਸ ਲੈ ਲਓ, ਸ਼ੈਲਟਰਸ ਲੈ ਲਓ, ਲੇਕਿਨ ਉਸ ਵੇਲੇ ਕੁਛ ਵੀ ਨਹੀਂ ਸੀਗਾ। ਸੋ ਆਈ ਥਿੰਕ ਤੁਹਾਨੂੰ ਲੱਗਦਾ ਕਿ ਸ਼ੁਰੂਆਤ ਕੋਈ ਹੋਰ ਆ ਜਾਂਦਾ, ਕੋਈ ਹੋਰ ਅੱਗੇ ਹੋ ਕੇ ਕੁਛ ਲੀਡਰਸ਼ਿਪ ਲੈਂਦਾ, ਲੇਕਿਨ ਉਸ ਵੇਲੇ ਸਾਡੀ ਜਿਹੜੀ ਜਥੇਬੰਦੀ ਸੀਗੀ ਉਸ ਟਾਈਮ ਦੀ ਇੱਕ ਇਨਫੈਕਟ ਅਕ੍ਰੋਸ ਕੈਨੇਡਾ ਇੱਕ ਪਹਿਲੀ ਆਰਗੇਨਾਈਜੇਸ਼ਨ ਸੀਗੀ, ਕਿਉਂਕਿ ਬਾਅਦ ਵਿੱਚ ਜਦੋਂ ਮੈਂ ਕੈਨੇਡਾ ਲੈਵਲ ਦੇ ਉੱਤੇ ਇਨਵੋਲਵ ਸੀਗੀ ਔਰਤਾਂ ਦੇ, ਇਮੀਗ੍ਰੈਂਟ ਔਰਤਾਂ ਦੇ, ਵਿਜ਼ੀਬਲ ਮਾਈਨੋਰਿਟੀ ਔਰਤਾਂ ਦੇ ਹੱਕਾਂ ਵਾਸਤੇ ਆਰਗੇਨਾਈਜੇਸ਼ਨ ਜਿਹੜੀਆਂ ਸੀਗੀਆਂ, ਉਹਨਾਂ ਦੇ ਵਿੱਚ ਜਦੋਂ ਮੈਂ ਹਿੱਸਾ ਪਾਇਆ ਤਾਂ ਮੈਂ ਦੇਖਿਆ ਵੀ ਹੋਰ ਜਗ੍ਹਾ ਦੇ ਉੱਤੇ ਵੀ ਬਾਅਦ ਵਿੱਚ ਬਣੀਆਂ, ਬਾਕੀ ਪ੍ਰੋਵਿੰਸਸ ਦੇ ਵਿੱਚ ਕੈਨੇਡਾ ਵਿੱਚ, ਲੇਕਿਨ ਸਾਡੀ ਪਹਿਲਾਂ ਸੀਗੀ। ਇਹ ਆਰਗੇਨਾਈਜੇਸ਼ਨ ਚੱਲਦੀ ਹੈ ਹਾਲੇ ਵੀ? ਇਹ ਆਰਗੇਨਾਈਜੇਸ਼ਨ ਅਜੇ ਵੀ ਚੱਲਦੀ ਹੈ। ਅਸੀਂ 3 ਸਾਲ ਹੋਏ ਜਦੋਂ ਉਦੋਂ ਆਪਣਾ 45th ਐਨੀਵਰਸਰੀ ਮਨਾਈ ਸੀਗੀ, ਕੋਵਿਡ ਤੋਂ 1 ਸਾਲ ਪਹਿਲਾਂ। ਲੇਕਿਨ ਹੁਣ ਦੇਖਦੇ ਹਾਂ ਅਗਲੇ ਸਾਲ ਥੋੜ੍ਹਾ ਜਿਹਾ ਜਦੋਂ ਖੁੱਲ੍ਹੇਗਾ ਮਾਹੌਲ ਉਦੋਂ ਫਿਰ ਕੁਛ ਕਰਾਂਗੇ। ਰਮਿੰਦਰ ਦੋਸਾਂਝ ਹੁਣਾਂ ਨੂੰ ਅਕਸਰ ਉਹਨਾਂ ਨੂੰ ਜਿਹੜੀ ਇਹਨਾਂ ਦੀ ਪਹਿਚਾਣ ਹੈ ਉਹ ਇਹ ਕਹਿ ਕੇ ਅਕਸਰ ਲੋਕ ਯਾਦ ਕਰਦੇ ਆ, ਜਾਂ ਇਹਨਾਂ ਦਾ ਜਦੋਂ ਜ਼ਿਕਰ ਆਉਂਦਾ ਇਸ ਗੱਲ 'ਤੇ ਕਿ ਇਹ ਉੱਜਲ ਦੋਸਾਂਝ ਉਹਨਾਂ ਦੀ ਪਤਨੀ ਨੇ। ਪਰ ਮੈਂ ਜਿਹੋ ਜਿਹਾ ਇਹਨਾਂ ਦਾ ਪ੍ਰੋਫਾਈਲ ਦੇਖਿਆ ਜਾਂ ਇਹਨਾਂ ਬਾਰੇ ਜਿੰਨੀ ਵੀ ਗੱਲਬਾਤ ਸੁਣੀ ਹੈ, ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਉੱਜਲ ਦੋਸਾਂਝ ਉਹਨਾਂ ਦੀ ਪਤਨੀ ਹੋਣ 'ਤੇ ਮਾਣ ਜ਼ਰੂਰ ਹੈ, ਪਰ ਇਹਨਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਸੋ ਇਹ ਸਵਾਲ ਮੈਂ ਸ਼ੁਰੂ 'ਚ ਹੀ ਪੁੱਛ ਲੈਣਾ ਚਾਹੁੰਦੀ ਹਾਂ ਕਿ ਉੱਜਲ ਦੋਸਾਂਝ ਉਹਨਾਂ ਦੀ ਪਤਨੀ ਹੋਣ ਦਾ ਕਿੰਨਾ ਕੁ ਫਾਇਦਾ ਹੋਇਆ, ਕਿੰਨਾ ਕੁ ਨੁਕਸਾਨ ਹੋਇਆ? ਜਦੋਂ ਤੁਹਾਡੀ ਕੋਈ ਪਾਰਟਨਰਸ਼ਿਪ ਹੁੰਦੀ ਹੈ ਉਹਦੇ ਵਿੱਚ ਦੋਨੋਂ ਹੀ ਗੱਲਾਂ ਆ ਜਾਂਦੀਆਂ। ਸੋ ਤੁਸੀਂ ਜਿਹੜਾ ਸਵਾਲ ਪੁੱਛਿਆ ਹੈ ਬਿਲਕੁਲ ਠੀਕ ਹੈ ਕਿ ਫਾਇਦੇ ਵੀ ਬਹੁਤ ਹੁੰਦੇ ਆ, ਲੇਕਿਨ ਨੁਕਸਾਨ ਵੀ ਹੁੰਦਾ, ਦੋਨੋਂ ਚੀਜ਼ਾਂ ਆ। ਕਿਉਂਕਿ ਕਈ ਵਾਰ ਜਦੋਂ ਮੈਂ ਫਾਇਦਾ ਮੈਨੂੰ ਉਹਨਾਂ ਦੇ ਪਤਨੀ ਹੋਣ ਦਾ ਇਹ ਹੋਇਆ ਵੀ ਉਹ ਵੀ ਬਹੁਤ ਅਗਾਂਹ ਵਧੂ ਵਿਚਾਰਾਂ ਦੇ ਸੀਗੇ, ਜਿਹਦੇ ਨਾਲ ਮੈਨੂੰ ਵੀ, ਕਿਉਂਕਿ ਮੈਂ ਜਦੋਂ ਕੈਨੇਡਾ ਆਈ ਹਾਂ ਮੈਂ ਐਕਚੁਅਲੀ ਬਿਲਕੁਲ ਕਿਸੇ ਪੋਲੀਟੀਕਲ ਲੈਵਲ ਦੇ ਉੱਤੇ ਘਰ ਦੇ ਇੰਡੀਆ ਦੇ ਵਿੱਚ ਕੋਈ ਪਾਰਟੀਸਪੇਸ਼ਨ ਨਹੀਂ ਸੀ ਕੀਤੀ, ਅਦਰ ਦੈਨ ਆਪਣੀ ਐਜੂਕੇਸ਼ਨ ਵਾਸਤੇ ਚਲੇ ਗਏ ਤਾਂ ਘਰ ਦੇ ਵਿੱਚ ਆਪਣੇ ਫਰੈਂਡਸ ਨਾਲ ਆਪਣੀਆਂ ਐਕਟੀਵਿਟੀਜ਼ ਕਰ ਲਈਆਂ। ਲੇਕਿਨ ਜਦੋਂ ਮੈਂ ਇਹਨਾਂ ਨੂੰ ਇੱਥੇ ਮਿਲੀ ਸੀ ਕੈਨੇਡਾ ਦੇ ਵਿੱਚ, ਔਰ ਉਸ ਤੋਂ ਬਾਅਦ ਜਦੋਂ ਸਾਡਾ ਵਿਆਹ ਹੋਇਆ ਤਾਂ ਇੱਥੇ ਉਸ ਤੋਂ ਬਾਅਦ ਜਿੱਦਾਂ ਉਹਨਾਂ ਕੋਲੋਂ ਵੀ ਮੈਂ ਕਈ ਕੁਛ ਸਿੱਖਿਆ। ਕਈ ਵਾਰ ਜੇ ਕਿਤੇ ਬਾਹਰ ਜਾਂਦੇ ਸੀ, ਕਈ ਇੱਦਾਂ ਦੇ ਇੰਸਟੈਂਸਿਸ ਹੁੰਦੇ ਸੀਗੇ ਜਿੱਥੇ ਕੋਈ ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀ ਜਿੱਥੇ ਔਰਤਾਂ ਨੂੰ ਚੰਗੀ ਤਰ੍ਹਾਂ ਨਹੀਂ ਸੀ ਟਰੀਟ ਕੀਤਾ ਜਾਂਦਾ। ਜੇ ਅਸੀਂ ਘਰ ਬੈਠੇ ਹੋਣਾ, ਅਸੀਂ ਗੱਲ ਕਰਨੀ ਉਹਦੇ ਬਾਰੇ, ਮੈਂ ਕਹਿਣਾ ਆ ਬਹੁਤ ਖ਼ਰਾਬ ਗੱਲ ਹੈ, ਇਹਨਾਂ ਨੇ ਕਹਿਣਾ ਜੇ ਤੂੰ ਸਮਝਦੀ ਹੈ ਵੀ ਇਹ ਬਹੁਤ ਖ਼ਰਾਬ ਗੱਲ ਹੈ ਤਾਂ ਇਹਦੇ ਬਾਰੇ ਕੁਛ ਕਰੋ, ਸੋਚੋ ਵੀ ਤੁਸੀਂ ਕੀ ਕਰ ਸਕਦੇ। ਇਹ ਨਹੀਂ ਵੀ ਉਸ ਚੀਜ਼ ਨੂੰ ਇਗਨੋਰ ਕਰਦੇ ਹਾਂ, ਬਲਕਿ ਬਹੁਤ ਮੈਨੂੰ
ਉਹਦੇ ਉਹਨਾਂ ਨੇ ਵੀ ਮੋਟੀਵੇਟ ਕੀਤਾ ਬਹੁਤ ਕਿ ਮੈਂ ਖੁਦ ਜੇ ਮੈਂ ਦੇਖਦੀ ਹਾਂ ਵੀ ਕੋਈ ਬੇਇਨਸਾਫੀ ਹੋ ਰਹੀ ਹੈ ਔਰਤਾਂ ਦੇ ਨਾਲ ਤਾਂ ਉਹਦੇ ਵਿੱਚ ਜਾ ਕੇ ਤਾਂ ਮੈਨੂੰ ਆਪ ਹਿੱਸਾ ਪਾਉਣਾ ਚਾਹੀਦਾ ਉਸ ਚੀਜ਼ ਨੂੰ ਦੂਰ ਕਰਨ ਵਾਸਤੇ। ਸੋ ਇਸ ਗੱਲ ਤੋਂ ਮੈਨੂੰ ਬਹੁਤ ਫਾਇਦੇ ਹੋਏ ਉਹਨਾਂ ਦੇ ਨਾਲ, ਉਹਨਾਂ ਦੀ ਪਾਰਟਨਰਸ਼ਿਪ ਦੇ ਨਾਲ। ਔਰ ਉਹ ਹਮੇਸ਼ਾ ਮੈਨੂੰ ਪੂਰੀ ਘਰ ਦੇ ਵਿੱਚ ਖੁੱਲ੍ਹ ਸੀਗੀ, ਮੈਨੂੰ ਕਦੀ ਰੋਕਿਆ ਨਹੀਂ ਗਿਆ। ਬੱਚੇ ਜਦੋਂ ਛੋਟੇ ਛੋਟੇ ਵੀ ਹੁੰਦੇ ਸੀ ਕਈ ਵਾਰ ਉਹਨਾਂ ਨੇ ਕਹਿਣਾ ਅੱਛਾ ਮੈਂ ਬੇਬੀ ਸਿਟਿੰਗ ਕਰ ਲੈਣਾ, ਤੂੰ ਜਾ ਆਪਣੀ ਮੀਟਿੰਗ ਦੇ ਉੱਤੇ ਅਟੈਂਡ ਕਰੋ। ਸੋ ਬਹੁਤ ਵਾਰੀ ਇੱਦਾਂ ਦਾ ਟਾਈਮ ਹੁੰਦਾ ਸੀਗਾ ਜਦੋਂ ਕਈ ਵਾਰ ਹੋਰ ਘਰ ਦੇ ਮੈਂਬਰਸ ਬਿਜ਼ੀ ਹੋਣ, ਨਹੀਂ ਕਰ ਸਕਦੇ, ਤਾਂ ਇਹ ਬੱਚਿਆਂ ਛੋਟੇ ਛੋਟੇ ਸੀਗੇ ਜਦੋਂ ਉਹਨਾਂ ਦਾ ਵੀ ਧਿਆਨ ਰੱਖਣਾ ਕਿ ਤੇ ਇਹ ਨਹੀਂ ਵੀ ਤੂੰ ਜੇ ਤੇਰੇ ਬੱਚੇ ਛੋਟੇ ਆ ਤਾਂ ਤੂੰ ਬਾਹਰ ਨਹੀਂ ਜਾ ਸਕਦੀ ਜਾਂ ਤੂੰ ਮੀਟਿੰਗ ਨਹੀਂ ਅਟੈਂਡ ਕਰ ਸਕਦੀ। ਕਿਉਂਕਿ ਬਹੁਤ ਸਾਰਾ ਸਾਡੇ ਦੇਖਣ 'ਚ ਆਇਆ ਵੀ ਕਈ ਵਾਰ ਬਹੁਤ ਪ੍ਰੋਗਰੈਸਿਵ ਆਦਮੀ ਵੀ ਜਿਹੜੇ ਕਮਿਊਨਿਟੀ ਦੇ ਵਿੱਚ ਹੈਗੇ ਆ, ਬਹੁਤ ਸਾਰੇ ਉਹਨਾਂ ਦੀਆਂ ਵਾਈਫਸ ਜਿਹੜੀਆਂ ਉਹਨਾਂ ਨੂੰ ਅਸੀਂ ਘੱਟ ਦੇਖਦੇ ਸੀ ਬਾਹਰ ਇਨਵੋਲਵ। ਹੁਣ ਵੈਸੇ ਕਾਫੀ ਚੇਂਜਸ ਆਏ ਹੋਏ ਆ ਔਰ ਅਗਾਂਹ ਵੀ ਆ ਰਹੇ ਆ, ਲੇਕਿਨ ਤੇ ਦੂਜੇ ਪਾਸੇ ਇਹ ਵੀ ਪੋਲੀਟੀਕਲ ਵਰਕ ਦੇ ਵਿੱਚ ਮੈਨੂੰ ਜਦੋਂ ਮੈਂ ਫੋਰ ਐਗਜ਼ਾਮਪਲ 90s ਦੇ ਵਿੱਚ, ਅਰਲੀ 90s ਦੇ ਵਿੱਚ ਇੱਥੇ ਇੱਕ ਮੈਂ ਲੀਡਰਸ਼ਿਪ ਦਾ ਰੋਲ ਲਿਆ ਸੀ ਇੰਡੀਆ ਮਹਿਲਾ ਐਸੋਸੀਏਸ਼ਨ ਦੇ ਰੈਪਰੈਜ਼ੈਂਟੇਟਿਵ ਦੇ ਤੌਰ ਦੇ ਉੱਤੇ। ਅਸੀਂ ਇੱਕ ਸਟਰਗਲ ਸ਼ੁਰੂ ਕੀਤੀ ਸੀਗੀ ਸੈਕਸ ਸਿਲੈਕਸ਼ਨ ਦੇ ਖਿਲਾਫ, ਜਿਹੜੀ ਕਿ ਇੱਥੇ ਇੱਕ ਡਾਕਟਰ ਸੀਗਾ ਅਕ੍ਰੋਸ ਦਾ ਬਾਰਡਰ US ਤੋਂ, ਉਹਨੇ ਸਾਡੇ ਕਮਿਊਨਿਟੀ ਦੇ ਵਿੱਚ ਸਾਡੇ ਇੰਡੀਅਨ ਪੇਪਰਾਂ ਦੇ ਵਿੱਚ ਐਡਸ ਪਾਏ ਸੀ, ਪੂਰੇ ਪੇਜ ਦੇ ਐਡਸ ਹੁੰਦੇ ਸੀਗੇ ਜਿਨ੍ਹਾਂ ਦੇ ਵਿੱਚ ਉਹ ਕਹਿੰਦਾ ਸੀਗਾ ਵੀ ਤੁਹਾਡਾ ਹੋਣ ਵਾਲਾ ਬੱਚਾ ਮੁੰਡਾ ਹੈ ਕੁੜੀ, ਤੁਸੀਂ ਐਜ਼ अर्ਲੀ ਐਜ਼ 8 ਵੀਕਸ 8 ਹਫ਼ਤੇ ਦੀ ਪ੍ਰੈਗਨੈਂਸੀ ਤੁਹਾਡੀ ਹੋਵੇ ਤਾਂ ਤੁਸੀਂ ਆ ਕੇ ਮੇਰੇ ਕੋਲੋਂ ਟੈਸਟ ਕਰਾ ਸਕਦੇ ਹਾਂ, 100% ਗਾਰੰਟੀ ਤੁਹਾਨੂੰ ਦਿਉਂਗਾ ਵੀ ਮੁੰਡਾ ਹੈ ਜਾਂ ਕੁੜੀ। ਉਹ ਇਸ ਕਰਕੇ ਐਡ ਪਾ ਰਿਹਾ ਸੀਗਾ ਕਿਉਂਕਿ ਉਹਨੂੰ ਇਹ ਪਤਾ ਸੀਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਮੁੰਡਿਆਂ ਨੂੰ ਥੋੜ੍ਹੀ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ ਕੁੜੀਆਂ ਨਾਲੋਂ, ਅਸੀਂ ਮੁੰਡੇ ਜ਼ਿਆਦਾ ਪਸੰਦ ਕਰਦੇ ਹਾਂ। ਔਰ ਉਹ ਇਹ ਟੈਸਟ ਦਿੰਦਾ ਸੀਗਾ, ਉਸ ਵੇਲੇ ਪਹਿਲਾਂ 500 ਚਾਰਜ ਕਰਦਾ ਸੀ, ਫਿਰ 1000 ਵੀ, ਉਸ ਤੋਂ ਬਾਅਦ 1500 'ਤੇ ਵੀ ਆ ਗਿਆ ਸੀਗਾ। ਲੇਕਿਨ ਅਸੀਂ ਉਹਨਾਂ ਐਡਸ ਦੇ ਖਿਲਾਫ ਜਿੱਦਾਂ ਇਹ ਜਦੋਜਹਿਦ ਕੀਤੀ ਵੀ ਇਹ ਜਿਹੜੇ ਐਡਸ ਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਔਰ ਕਿਉਂਕਿ ਇਹ ਜਿਹੜੇ ਐਡਸ ਆ ਇਹ ਔਰਤਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਪੈਦਾ ਕਰਦੇ ਆ ਹੋਰ। ਔਰ ਉਸ ਵੇਲੇ ਕਿਉਂਕਿ ਮੈਂ ਆਪਣੀ ਆਰਗੇਨਾਈਜੇਸ਼ਨ ਦੇ ਬਿਹਾਫ ਦੇ ਉੱਤੇ ਅੱਗੇ ਹੋ ਕੇ ਮੈਂ ਉਸ ਲੀਡ ਕਰ ਰਹੀ ਸੀਗੀ। ਸੋ ਜਿਹੜੇ ਪੇਪਰ ਸੀਗੇ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਵੀ ਤੁਸੀਂ ਐਡਸ ਪੁੱਲ ਕਰ ਲਓ। ਸੋ ਉਹ ਪੰਜਾਬੀ ਨਿਊਜ਼ਪੇਪਰ ਸੀ ਜਿਨ੍ਹਾਂ ਦੇ ਵਿੱਚ ਸੀਗੇ, ਇੱਕ ਇੰਗਲਿਸ਼ ਦਾ ਉਹ ਵੀ ਆਪਣੀ ਕਮਿਊਨਿਟੀ ਦਾ ਸੀਗਾ, ਤਿੰਨ ਪੇਪਰ ਸੀਗੇ ਜਿਨ੍ਹਾਂ ਦੇ ਖਿਲਾਫ ਅਸੀਂ ਕਿਉਂਕਿ ਉਹਨਾਂ ਤਿੰਨਾਂ ਦੇ ਵਿੱਚ ਬਹੁਤ ਰੈਗੂਲਰਲੀ ਐਡਸ ਆਉਂਦੇ ਹੁੰਦੇ ਸੀਗੇ ਜੀ। ਤਾਂ ਉਹਨਾਂ ਨੇ ਫਿਰ ਕੀ ਕਰਨਾ ਸ਼ੁਰੂ ਕਰਤਾ ਕਿ ਉਹਨਾਂ ਨੇ ਮੈਨੂੰ ਅਟੈਕ ਕਰਕੇ ਉੱਜਲ ਦਾ ਨਾਂ ਨਾਲ ਜੋੜਨਾ ਸ਼ੁਰੂ ਕਰਤਾ ਕਿ ਉਹਦੀ ਵਾਈਫ ਆ ਤਾਂ ਇਹ ਅਗਾਂਹ ਹੋ ਕੇ ਕਰਦੇ ਆ ਕਿਉਂਕਿ ਉਹ ਇਹਨਾਂ ਦੀ ਸਪੋਰਟ ਕਰਦਾ ਆ ਇਹਨਾਂ ਕੰਮਾਂ ਦੇ ਵਿੱਚ ਆਪਣੀ ਪਬਲਿਸਿਟੀ ਲੈਣ ਵਾਸਤੇ। ਉੱਜਲ ਹੁਣੀ ਉਸ ਵੇਲੇ ਕਿਸ ਲੈਵਲ 'ਤੇ ਸਨ? ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਸਨ ਜਾਂ ਫੈਡਰਲ ਦੇ ਵਿੱਚ ਸਨ? ਉਸ ਵੇਲੇ ਪ੍ਰੋਵਿੰਸ਼ੀਅਲ ਪੋਲੀਟਿਕਸ ਵਿੱਚ ਸੀਗੇ, ਹਾਂਜੀ। ਅੱਛਾ, MLA ਸੀਗੇ, ਫਿਰ ਉਸ ਤੋਂ ਬਾਅਦ ਅਟਰਨੀ ਜਨਰਲ ਰਹੇ ਕਾਫੀ ਦੇਰ। ਸੋ ਉਹ ਫਿਰ ਉਹਨਾਂ ਦੇ ਨਾਲ ਨਾਂ ਜੋੜ ਕੇ ਮੇਰਾ ਜਦੋਂ ਵੀ ਨਾਂ ਅੱਗੇ ਲਿਖਦੇ ਸੀਗੇ ਤਾਂ ਨਾਲ ਉੱਜਲ ਦਾ ਨਾਂ ਜ਼ਰੂਰ ਖਿੱਚਦੇ ਸੀਗੇ। ਅੱਛਾ, ਹਾਂਜੀ, ਕਿਉਂਕਿ ਅਸੀਂ ਫਿਰ ਉਹ ਮੁਹਿੰਮ ਜਿਹੜੀ ਸੀਗੀ ਸਾਡੀ ਸਟਰਗਲ ਜਿਹੜੀ ਸੀਗੀ ਉਹ ਪੋਲੀਟੀਕਲ ਲੈਵਲ 'ਤੇ ਵੀ ਗਈ ਕਿਉਂਕਿ ਜਦੋਂ ਪੇਪਰ ਜਿਹੜੇ ਆ ਉਹ ਨਹੀਂ ਸੀ ਐਡ ਹਟਾਉਂਦੇ ਆਪਣੇ ਪੇਪਰਾਂ ਵਿੱਚੋਂ, ਅਸੀਂ ਫਿਰ ਸਾਰੀਆਂ ਤਿੰਨੇ ਪੋਲੀਟੀਕਲ ਪਾਰਟੀਜ਼ ਜਿਹੜੀਆਂ ਵੱਡੀਆਂ ਹੈਗੀਆਂ ਇੱਥੋਂ ਦੀਆਂ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵੀ ਤੁਸੀਂ ਇਲੈਕਸ਼ਨ ਦੇ ਦੌਰਾਨ ਇਹਨਾਂ ਪੇਪਰਾਂ ਵਿੱਚ ਐਡਸ ਨਾ ਪਾਓ ਕਿਉਂਕਿ ਇਹ ਜਿਹੜੇ ਪੇਪਰ ਆ ਇਹ ਉੱਦਾਂ ਦੇ ਐਡ ਰਨ ਕਰਦੇ ਜਿਹੜੇ ਔਰਤਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਪੈਦਾ ਕਰਦੇ ਆ। ਸੋ ਕਾਮਯਾਬ ਰਹੇ ਤੁਸੀਂ? ਹਾਂਜੀ, ਤੁਸੀਂ ਕਾਮਯਾਬ ਹੋਏ ਇਹ ਕੰਮ ਕਰਾਉਣ? ਉਸ ਵੇਲੇ ਕਾਮਯਾਬ ਹੋ ਗਏ ਸੀ ਇਵੈਂਚੁਅਲੀ ਕਿਉਂਕਿ ਜੀ ਫਿਰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਜ਼ ਜਿਹੜੀਆਂ ਸੀਗੀਆਂ ਉਹਨਾਂ ਨੇ ਸਾਡੀ ਜਿਹੜੀ ਰਿਕੁਐਸਟ ਸੀਗੀ ਉਹਦੇ ਵੱਲ ਗੌਰ ਕੀਤੀ। ਸਿਰਫ ਮੇਰਾ ਖਿਆਲ ਟੋਟਲ 2 ਜਾਂ 3 MP ਸੀਗੇ ਜਿਨ੍ਹਾਂ ਨੇ ਨਹੀਂ ਬਹੁਤਾ ਸਾਡੀ ਉਹਨੂੰ ਤੇ 2 ਜਾਂ 3 ਐਡਸ ਜਿਹੜੇ ਆ ਉਹ ਉਸ ਵੇਲੇ ਉਹਨਾਂ ਨੇ ਪਾਏ, ਲੇਕਿਨ ਅਦਰਵਾਈਜ਼ ਸਾਰਿਆਂ ਨੇ ਉਹਨਾਂ ਪੇਪਰਾਂ ਦੇ ਵਿੱਚ ਐਡਸ ਉਦੋਂ ਨਹੀਂ ਸੀ ਪਾਏ ਜਿਹਦੇ ਨਾਲ ਪੇਪਰਾਂ ਦਾ ਬਹੁਤ ਨੁਕਸਾਨ ਹੁੰਦਾ ਸੀਗਾ ਫਾਈਨੈਂਸ਼ੀਅਲ। ਤਾਂ ਉਹਨਾਂ ਨੇ ਫਿਰ ਸਾਡੇ 'ਤੇ ਜਿੱਦਾਂ ਅਟੈਕ ਕਰਨਾ ਸ਼ੁਰੂ ਕਰਤਾ, ਪਰ ਉਹਨਾਂ ਨੇ ਮੇਰਾ ਨਾਂ ਚੁਣਿਆ ਬਿਕੋਜ਼
ਮੇਰਾ ਹਸਬੰਡ ਉਸ ਵੇਲੇ ਤੁਸੀਂ ਈਜ਼ੀ ਟਾਰਗੇਟ ਬਣ ਸਕਦੇ ਸੀ ਉਹਨਾਂ ਦੇ ਲਈ। ਐਗਜ਼ੈਕਟਲੀ। ਵੈਰੀ ਇੰਟਰਸਟਿੰਗ। ਇੰਡੀਆ ਤੋਂ ਕਿਸ ਜਗ੍ਹਾ ਤੋਂ ਇਹ ਆਏ, ਕਦੋਂ ਆਏ, ਥੋੜ੍ਹਾ ਜਿਹਾ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਜੀ ਰਵਿੰਦਰ ਜੀ। ਹਾਂਜੀ, ਇੰਡੀਆ ਤੋਂ। ਇੰਡੀਆ ਦੇ ਵਿੱਚ ਮੇਰਾ ਜਨਮ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਪਿੰਡ ਮਜੀਠੇ ਹੋਇਆ ਸੀਗਾ। ਅਤੇ ਵੈਸੇ ਮੈਂ ਪੂਰੀ ਜ਼ਿੰਦਗੀ ਦੇ ਵਿੱਚ ਤਕਰੀਬਨ ਪੰਜਾਬ ਤੋਂ ਬਾਹਰ ਹੀ ਪਲੇ ਹੈਗੇ ਆ, ਕਿਉਂਕਿ ਮੇਰੇ ਫਾਦਰ ਆਰਮੀ ਆਫਿਸਰ ਸੀਗੇ। ਸੋ ਉਹਨਾਂ ਦੀ ਹਰ 3 ਸਾਲ ਬਾਅਦ ਟਰਾਂਸਫਰ ਹੁੰਦੀ ਰਹਿੰਦੀ ਸੀਗੀ। ਲੇਕਿਨ 4 ਸਾਲ ਵਾਸਤੇ ਮੇਰੀ ਜਿਹੜੀ ਐਜੂਕੇਸ਼ਨ ਹੈ ਉਹਦੇ ਲਈ ਸਾਨੂੰ ਵਾਪਸ ਪੰਜਾਬ ਆ ਕੇ ਅਸੀਂ ਠਹਿਰੇ ਸੀਗੇ, ਜਦੋਂ ਫਾਦਰ ਦੀ ਟਰਾਂਸਫਰ ਇੱਦਾਂ ਦੀ ਜਗ੍ਹਾ ਸੀ ਜਿੱਥੇ ਫੈਮਿਲੀ ਨਾਲ ਨਹੀਂ ਸੀ ਜਾ ਸਕਦੀ। ਤਾਂ ਉਦੋਂ ਮੈਂ ਸਕੂਲਿੰਗ ਦੇ ਟਾਈਮ ਦੇ ਉੱਤੇ 9ਵੀਂ 10ਵੀਂ 11ਵੀਂ ਉੱਥੇ ਕੀਤੀ। ਤਾਂ ਉਸ ਤੋਂ ਬਾਅਦ ਮੈਂ ਫਿਰ ਉਸ ਤੋਂ ਬਾਅਦ ਮੈਂ ਫਿਰ ਆਪਣੇ ਆਮ ਸੌਰੀ ਜੀ ਓਕੇ ਉਸ ਤੋਂ ਬਾਅਦ ਕਾਲਜ ਦੇ ਵਿੱਚ ਜਦੋਂ ਮੈਂ BA ਜਿਹੜੀ ਸੀ ਆਪਣੀ ਸੇਂਟ ਜੌਨਸ ਕਾਲਜ ਤੋਂ ਕੀਤੀ ਸੀਗੀ ਆਗਰਾ, ਅਤੇ B.Ed ਜਿਹੜੀ ਆ ਉਹ ਮੈਂ ਵਾਪਸ ਅੰਮ੍ਰਿਤਸਰ ਆ ਕੇ 1 ਸਾਲ ਉੱਥੇ ਫਿਰ ਲਗਾਇਆ ਸੀਗਾ। ਔਰ ਇਹ ਕਿਹੜੇ ਸਾਲਾਂ ਦੀ ਗੱਲ ਆ? ਤੁਸੀਂ ਉਸ ਸਮੇਂ 'ਚ ਇੰਨੀ ਪੜ੍ਹਾਈ ਕਰ ਲਈ ਇੰਡੀਆ ਦੇ ਵਿੱਚ? ਇੰਨਾ ਖੁੱਲ੍ਹਾ ਮਾਹੌਲ ਸੀ ਪਰਿਵਾਰ ਦੇ ਵਿੱਚ, ਜਿਹੜੇ ਐਜੂਕੇਸ਼ਨ ਦੀ ਅਹਿਮੀਅਤ ਸਮਝਦੇ ਸੀ ਉਸ ਵੇਲੇ? ਵੈਲ ਸਾਡੇ ਘਰ ਦੇ ਵਿੱਚ ਮੇਰੇ ਫਾਦਰ ਔਰ ਮਦਰ ਦੋਨੋਂ ਹੀ ਇਸ ਗੱਲ ਤੋਂ ਬਹੁਤ ਹੀ ਸਪੋਰਟਿਵ ਸੀਗੇ ਕਿ ਸਾਡੀ ਵਾਸਤੇ ਐਜੂਕੇਸ਼ਨ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ। ਇਨਫੈਕਟ ਮੇਰੇ 'ਤੇ ਉੱਤੇ ਪ੍ਰੈਸ਼ਰ ਹੁੰਦਾ ਸੀਗਾ ਕਿ ਮੇਰੇ ਫਾਦਰ ਦਾ ਹਮੇਸ਼ਾ ਹੀ ਸੁਪਨਾ ਰਿਹਾ ਕਿ ਮੇਰੀ ਲੜਕੀ ਡਾਕਟਰ ਬਣੇ। ਅੱਛਾ। ਮੈਨੂੰ ਬਿਲਕੁਲ ਵੀ ਸਾਇੰਸਿਸ ਵਿੱਚ ਦਿਲਚਸਪੀ ਹੈ ਨਹੀਂ ਸੀਗੀ, ਲੇਕਿਨ ਉਹ ਮੈਨੂੰ ਤਕਰੀਬਨ ਫਸਟ ਈਅਰ ਯੂਨੀਵਰਸਿਟੀ ਤੱਕ ਜ਼ੋਰ ਲਗਾਉਂਦੇ ਰਹੇ ਔਰ ਜ਼ਬਰਦਸਤੀ ਮੈਨੂੰ ਸਾਇੰਸ ਸਬਜੈਕਟਸ ਲੈ ਕੇ ਦਿੰਦੇ ਰਹੇ ਹਰ ਵਾਰੀ ਕਿ ਮੈਂ ਸਾਇੰਸ ਲਵਾਂ ਅਤੇ ਡਾਕਟਰ ਬਣਾ। ਲੇਕਿਨ ਮੇਰਾ ਇੰਟਰਸਟ ਸ਼ੁਰੂ ਤੋਂ ਨਾ ਡਾਕਟਰੀ ਵਿੱਚ ਸੀਗਾ ਨਾ ਸਾਇੰਸਿਸ ਵਿੱਚ ਸੀਗਾ। ਤੁਸੀਂ ਕੀ ਕਰਨਾ ਚਾਹੁੰਦੇ ਸੀ? ਮੈਂ ਐਕਚੁਅਲੀ ਜ਼ਿਆਦਾ ਫਾਈਨ ਆਰਟਸ ਵਿੱਚ ਇੰਟਰਸਟਿਡ ਸੀਗੀ ਬਹੁਤ। ਅੱਛਾ। ਸੋ ਅਪ ਅੰਟਿਲ ਹਾਈ ਸਕੂਲ। ਲੇਕਿਨ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਸਾਇੰਸ ਸਬਜੈਕਟਸ ਹੀ ਲੈਣੇ ਪਏ, ਮੈਂ ਫਿਰ ਹੌਲੀ ਹੌਲੀ ਆਪਣਾ ਜਿਹੜਾ ਫੋਕਸ ਸੀਗਾ ਉਹ ਵੀ ਚੇਂਜ ਕਰ ਲਿਆ। ਔਰ ਉਹਦੇ ਨਾਲ ਫਿਰ ਫਸਟ ਈਅਰ ਤੱਕ ਤਾਂ ਕੀਤਾ, ਲੇਕਿਨ ਫਸਟ ਈਅਰ ਵਿੱਚ ਮੇਰੀ ਫਿਰ ਫਿਜ਼ਿਕਸ ਵਿੱਚ ਫਾਈਨਲੀ ਕੰਪਾਰਟਮੈਂਟ ਆ ਗਈ। ਮੈਂ ਫਿਰ ਆਪਣੇ ਫਾਦਰ ਨੂੰ ਬੈਠ ਕੇ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਨਾ ਮਜਬੂਰ ਕਰੋ, ਕਿਉਂਕਿ ਮੈਂ ਇਹ ਨਹੀਂ ਕਰ ਸਕਦੀ। ਮੇਰਾ ਨਾ ਕੈਮਿਸਟਰੀ ਵਿੱਚ ਨਾ ਫਿਜ਼ਿਕਸ ਵਿੱਚ ਬਿਲਕੁਲ ਇੰਟਰਸਟ ਨਹੀਂ ਹੈਗਾ। ਸੋ ਫਿਰ ਮੈਂ ਸਾਇੰਸ ਸਬਜੈਕਟਸ ਤੋਂ ਆਰਟਸ ਵਿੱਚ ਚੇਂਜ ਕਰ ਲਿਆ ਔਰ ਸੋਸ਼ੀਓਲੋਜੀ ਔਰ ਸਾਈਕੋਲੋਜੀ ਐਂਡ ਇੰਗਲਿਸ਼, ਅੱਛਾ, ਇਹ ਸਬਜੈਕਟ ਸੀਗੇ ਮੇਰੇ BA ਦੇ ਵਿੱਚ। ਐਂਡ ਫਿਰ ਮੈਂ ਸੇਂਟ ਜੌਨਸ ਕਾਲਜ ਤੋਂ ਆਪਣੀ BA ਕੰਪਲੀਟ ਕੀਤੀ ਹੈ। ਸੋ ਕਿਸੇ ਤਰ੍ਹਾਂ ਦਾ ਕੋਈ ਚੈਲੰਜ ਨਹੀਂ ਸੀ ਤੁਹਾਨੂੰ ਫੈਮਿਲੀ ਵੱਲੋਂ? ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਸੀ ਸਿਵਾਏ ਇਸ ਗੱਲ ਦੇ ਕਿ ਡਾਕਟਰ ਬਣਾਉਣਾ ਚਾਹੁੰਦੇ ਸੀ ਉਹ ਤੁਹਾਨੂੰ, ਅਤੇ ਤੁਸੀਂ ਅਲਟੀਮੇਟਲੀ ਉਸ ਪ੍ਰੈਸ਼ਰ ਦੇ ਵਿੱਚੋਂ ਵੀ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ? ਉਹਦੇ 'ਚ ਮੈਂ ਕਾਮਯਾਬ ਹੋ ਗਈ ਔਰ ਫਿਰ ਇੰਨਾ ਚੰਗੀ ਗੱਲ ਆ ਕਿ ਮੈਂ ਇਸ ਗੱਲ ਤੋਂ ਆਪਣੇ ਪੇਰੈਂਟਸ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਜਿਹੜਾ ਇੰਟਰਸਟ ਸੀਗਾ ਉਹ ਐਜੂਕੇਸ਼ਨ ਵਿੱਚ ਲਾਈ ਰੱਖਿਆ। ਕਿਉਂਕਿ ਮੇਰੇ ਫਾਦਰ ਔਰ ਮਦਰ ਦੋਨੋਂ ਇਹੀ ਕਹਿੰਦੇ ਸੀ, ਉਹ ਕਹਿੰਦੇ ਕਿ ਬਾਕੀ ਜਿਹੜੀਆਂ ਚੀਜ਼ਾਂ ਹੈ ਨਾ ਸਾਰੀਆਂ ਤੁਹਾਡੇ ਕੋਲੋਂ ਲੂਜ਼ ਹੋ ਸਕਦੀਆਂ। ਤੁਸੀਂ ਜਿੰਨਾ ਮਰਜ਼ੀ ਸੋਨਾ ਚਾਂਦੀ ਪੈਸਾ ਬਣਾ ਲਓਗੇ ਨਾ ਜੀ, ਉਹ ਤੁਸੀਂ ਬਣਾ ਵੀ ਲਓਗੇ ਤਾਂ ਤੁਹਾਡਾ ਗੁਆਚ ਵੀ ਜਾਊਗਾ। ਲੇਕਿਨ ਜੇ ਤੁਸੀਂ ਐਜੂਕੇਸ਼ਨ ਲੈ ਲੈਂਦੇ ਆ ਉਹ ਤੁਹਾਡੇ ਕੋਲੋਂ ਕੋਈ ਹੋਰ ਨਹੀਂ ਚੁਰਾ ਸਕਦਾ। ਵੈਰੀ ਟਰੂ। ਔਰ ਐਜੂਕੇਸ਼ਨ ਜਿਹੜੀ ਹੈ ਇਹ ਇਸੇ ਨੇ ਤੁਹਾਨੂੰ ਸਿਖਾਉਣਾ ਕਿ ਆਪਣੇ ਪੈਰਾਂ ਦੇ ਉੱਤੇ ਤੁਸੀਂ ਖੜੇ ਹੋ ਸਕੋ, ਕਿੱਦਾਂ ਖੜੇ ਹੋ ਸਕਦੇ ਆ, ਔਰ ਆਪਣੇ ਵਾਸਤੇ ਆਪਣੇ ਹੱਕਾਂ ਵਾਸਤੇ ਜੇ ਲੜਾਈ ਕਰਨੀ ਹੈ ਉਹ ਵੀ ਕਿਸ ਤਰ੍ਹਾਂ ਕਰਨੀ ਹੈ। ਔਰ ਐਜੂਕੇਸ਼ਨ ਜਿਹੜੀ ਹੈ ਇਹੀ ਤੁਹਾਨੂੰ ਅੱਗੇ ਕਾਮਯਾਬ ਬਣਾਊਗੀ। ਸੋ ਉਹਨਾਂ ਦੀ ਗੱਲ ਜਿਹੜੀ ਹੈ ਮੈਨੂੰ ਅੱਜ ਤੱਕ ਬਹੁਤ ਯਾਦ ਆਉਂਦੀ ਹੈ। ਮੈਂ ਤਾਂ ਇਹੀ ਕਹਿੰਦੀ ਹਾਂ ਸਾਰਿਆਂ ਨੂੰ ਵੀ ਤੁਸੀਂ ਆਪਣੀਆਂ ਲੜਕੀਆਂ ਨੂੰ ਜਿੰਨੀ ਐਜੂਕੇਸ਼ਨ ਦੇ ਸਕਦੇ ਆ, ਜਿਹੜੇ ਵੀ ਏਰੀਆ ਵਿੱਚ ਉਹ ਚਾਹੁਣ ਉਹ ਦਿਓ। ਦੇਖੋ ਰਮਿੰਦਰ ਜੀ, ਗੱਲ ਤੁਹਾਡੀ ਸਹੀ ਹੈ। ਜਿਸ ਮੁਲਕ ਤੋਂ ਤੁਸੀਂ ਆਏ, ਬਹੁਤ ਸਾਲ ਪਹਿਲਾਂ ਤੁਸੀਂ ਆਏ ਸੀ, ਐਜੂਕੇਸ਼ਨ ਦੀ ਉੱਥੇ ਵੀ ਘਾਟ ਨਹੀਂ ਹੈਗੀ। ਹੁਣ ਐਜੂਕੇਸ਼ਨ ਲੈਣ ਦੇ ਲਈ ਇੱਥੇ ਵੀ ਲੋਕ ਕੁੜੀਆਂ ਨੂੰ ਭੇਜ ਰਹੇ ਆ, ਜਹਾਜ਼ ਭਰ ਕੇ ਆ ਰਹੇ ਐਜੂਕੇਸ਼ਨ ਲੈਣ ਦੇ ਲਈ। ਮੁੰਡੇ ਵੀ ਆ ਰਹੇ ਨੇ, ਕੁੜੀਆਂ ਵੀ ਆ ਰਹੀਆਂ ਨੇ। ਕੋਈ ਬਹੁਤਾ
ਇਸ ਗੱਲ 'ਤੇ ਉੱਥੇ ਜਿਹੜਾ ਫਰਕ ਹੈ ਉਹ ਨਹੀਂ ਕੀਤਾ ਜਾ ਰਿਹਾ। ਰਾਈਟ। ਵੱਡੀ ਗਿਣਤੀ ਕੁੜੀਆਂ ਦੀ ਆ ਰਹੀ ਹੈ ਜ਼ਿਆਦਾ। ਸ਼ਾਇਦ ਤੁਸੀਂ ਸੁਣਿਆ ਹੋਏਗਾ ਕਿ IELTS ਦਾ ਕਹਿੰਦੇ ਟੈਸਟ ਹੈ ਜਿਹੜਾ ਉਹ ਜ਼ਿਆਦਾ ਕੁੜੀਆਂ ਹੀ ਪਾਸ ਕਰ ਰਹੀਆਂ ਨੇ, ਅਤੇ ਉਸ ਤੋਂ ਬਾਅਦ ਜਦੋਂ ਕੁੜੀਆਂ ਐਜੂਕੇਸ਼ਨ ਲੈਣ ਲਈ ਵੀ ਇੱਥੇ ਪਹੁੰਚ ਜਾਂਦੀਆਂ, ਇਹ ਸਾਡੇ ਸਾਰਿਆਂ ਦੇ ਸਾਹਮਣੇ ਕਹਾਣੀਆਂ ਹੈਗੀਆਂ ਕਿ ਉਹ ਵੀ ਅਲਟੀਮੇਟਲੀ ਬਹੁਤ ਸਾਰੇ ਮੁੰਡਿਆਂ ਨੂੰ ਸਪੋਂਸਰ ਕਰਨ ਦੇ ਲਈ ਹੀ ਉਹਨਾਂ ਨੂੰ ਵਰਤਿਆ ਜਾ ਰਿਹਾ ਹੈਗਾ। ਹੁਣ ਡਿਗਰੀਆਂ ਲੈ ਲੈਣੀਆਂ, ਬਹੁਤ ਸਾਰੀਆਂ ਡਿਗਰੀਆਂ ਲੈ ਕੇ ਰੱਖ ਲੈਣੀਆਂ। ਬੜੀਆਂ ਹੋਰ ਕੁੜੀਆਂ ਜਿਹੜੀਆਂ ਪਹਿਲਾਂ ਆਈਆਂ ਹੋਈਆਂ, ਕੋਈ ਵਿਆਹ ਕਰਾ ਕੇ ਆਈ ਹੋਈ ਹੈ, ਕੋਈ ਕਿਸੇ ਤਰ੍ਹਾਂ ਆਈ ਹੋਈ ਹੈ, ਕੋਈ ਪਰਿਵਾਰ ਦੇ ਨਾਲ ਆਈ ਹੋਈ ਹੈ, 2 ਮਾਸਟਰਸ ਡਿਗਰੀ ਕੀਤੀਆਂ ਹੋਈਆਂ, ਪਰ ਉਹ ਕਿੱਥੇ ਡਿਗਰੀਆਂ ਉਹਨਾਂ ਨੇ ਸੁੱਟ ਦਿੱਤੀਆਂ 16 ਸਾਲ 18 ਸਾਲ ਪੜ੍ਹ ਕੇ। ਬਹੁਤ ਸਾਰੀਆਂ ਕੁੜੀਆਂ ਨੂੰ ਭੁੱਲ ਵੀ ਗਿਆ ਕਿ ਉਹਨਾਂ ਦੇ ਕੋਲ ਡਿਗਰੀਆਂ ਵੀ ਹੈਗੀਆਂ। ਬਿਲਕੁਲ। ਹੁਣ ਇੱਕ ਐਜੂਕੇਸ਼ਨ ਦਾ ਗੋਲ ਇਹ ਹੈ ਕਿ ਬਾਹਰ ਆਉਣ ਦੇ ਲਈ ਅਸੀਂ ਆਉਣਾ, ਕਿਸੇ ਹੋਰ ਮੁੰਡੇ ਨੂੰ ਸਪੋਂਸਰ ਕਰਨ ਦੇ ਲਈ ਆਉਣਾ, ਪਰਿਵਾਰ ਨੂੰ ਇੱਥੇ ਮੰਗਾਉਣਾ, ਇਹ ਗੋਲ ਹੈ। ਦੂਸਰਾ ਐਜੂਕੇਸ਼ਨ ਦਾ ਗੋਲ ਹੈ ਐਨਲਾਈਟਨਮੈਂਟ, ਜ਼ਿਆਦਾ ਖੁੱਲ੍ਹਾ ਸੋਚਣਾ। ਇਹ ਹਾਲੇ ਤੱਕ ਵੀ ਅਸੀਂ ਇਸ ਚੀਜ਼ ਦੇ ਵਿੱਚ ਕਨਫਿਊਜ਼ ਕਿਉਂ ਆ? ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਕੁੜੀਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਕੁੜੀਆਂ ਪੜ੍ਹ ਰਹੀਆਂ ਨੇ, ਅਸੀਂ ਤਾਂ ਮੁੰਡੇ ਕੁੜੀ 'ਚ ਕੋਈ ਫ਼ਰਕ ਨਹੀਂ ਕਰਦੇ। ਜਦੋਂ ਕੁੜੀਆਂ ਪੜ੍ਹ ਜਾਂਦੀਆਂ ਨੇ, ਐਨਲਾਈਟਨ ਹੋ ਜਾਂਦੀਆਂ ਨੇ, ਫਿਰ ਸਾਨੂੰ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਨਹੀਂ, ਇਹ ਤਾਂ ਹੁਣ ਹੱਥੋਂ ਨਿਕਲੀਆਂ ਕਿ ਨਿਕਲੀਆਂ, ਕਿਉਂ ਆਈ? ਤਾਂ ਇਹ ਵੀ ਇੱਕ ਕਿਸਮ ਦਾ ਬਿਜ਼ਨਸ ਹੀ ਬਣ ਗਿਆ। ਜਿਹੜੇ ਵੀ ਕਈ ਵਾਰ, ਕਿਉਂਕਿ ਇਹਨਾਂ ਸਾਰਿਆਂ ਦੇ ਮਗਰ ਜਿੱਦਾਂ ਤੁਸੀਂ ਕਿਹਾ, ਇਕੱਲੀ ਐਜੂਕੇਸ਼ਨ ਜਿਹੜੀ ਆ ਉਹ ਐਜੂਕੇਸ਼ਨ ਵਾਸਤੇ, ਉਹਨਾਂ ਨੂੰ ਤਕੜੇ ਬਣਾਉਣ ਵਾਸਤੇ, ਉਹਨਾਂ ਨੂੰ ਇਨਲਾਈਟਨ ਬਣਾਉਣ ਵਾਸਤੇ ਨਹੀਂ ਹੈਗੀ। ਉਹਦਾ ਜਿਹੜਾ ਹੋਰ ਮਕਸਦ ਪਿੱਛੇ ਹੈਗਾ ਉਹ ਹੈਗਾ ਇਮੀਗ੍ਰੇਸ਼ਨ ਦਾ। ਕਿਉਂਕਿ ਇਹ ਜਿਹੜੀਆਂ ਇੰਟੈਲੀਜੈਂਟ ਕੁੜੀਆਂ ਹੈਗੀਆਂ, ਉਹਨਾਂ ਨੂੰ ਚੰਗੀਆਂ ਜਲਦੀ ਇਹ ਸਿੱਖ ਲੈਣਗੀਆਂ, ਇੰਗਲਿਸ਼ ਵੀ ਸਿੱਖ ਲੈਣਗੀਆਂ, ਔਰ ਇਹ ਜਾ ਕੇ ਸਕਸੈਸਫੁਲ ਵੀ ਹੋ ਜਾਣਗੀਆਂ। ਹੋਣਾ ਤਾਂ ਉਹਨਾਂ ਨੇ ਐਜੂਕੇਸ਼ਨ ਕਰਕੇ, ਲੇਕਿਨ ਉਹਦੇ ਪਿੱਛੇ ਜਿਹੜਾ ਪ੍ਰੈਸ਼ਰ ਉਹਨਾਂ ਦੇ ਉੱਤੇ ਪਾਇਆ ਜਾਂਦਾ ਹੈ, ਜਿਹੜਾ ਕਿ ਇੱਕ ਬਿਜ਼ਨਸ ਬਣ ਜਾਂਦਾ ਆ, ਦਲਾਲੀ, ਆਈ ਡੋਂਟ ਨੋ ਕੀ ਕਹਿੰਦੇ ਉਹਨਾਂ ਨੂੰ, ਬਈ ਉਹਨਾਂ ਨੂੰ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਯੂਜ਼ ਕਰਕੇ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਦੇ ਨਾਲ ਬੰਨਿਆ ਜਾਂਦਾ ਆ, ਕਿਸੇ ਮੁੰਡੇ ਨਾਲ। ਕਿਉਂਕਿ ਹੋ ਸਕਦਾ ਮੁੰਡੇ ਵਾਲੇ ਜਿਹੜੇ ਆ ਉਹਨਾਂ ਕੋਲ ਪੈਸਾ ਜ਼ਿਆਦਾ ਆ, ਉਹਨਾਂ ਦਾ ਮੁੰਡਾ ਸ਼ਾਇਦ ਨਹੀਂ ਪੜ੍ਹਿਆ ਹੋਇਆ ਜ਼ਿਆਦਾ, ਲੇਕਿਨ ਪੈਸੇ ਹੈਗੇ ਆ। ਉਹ ਫਿਰ ਕੁੜੀ ਵਾਲਿਆਂ ਨੂੰ ਕਹਿੰਦੇ ਅਸੀਂ ਤੁਹਾਡਾ ਸਾਰਾ ਖਰਚਾ ਪੂਰਾ ਦਿਆਂਗੇ, ਕੁੜੀ ਦਾ ਵੀ ਖਰਚਾ ਦਿਆਂਗੇ, ਉੱਥੇ ਜਾਣ ਦਾ ਵੀ, ਉੱਥੇ ਰਹਿਣ ਦਾ ਵੀ, ਤੁਸੀਂ ਸਾਡੇ ਮੁੰਡੇ ਨੂੰ ਸਿਰਫ ਲੈ ਕੇ ਜਾਣਾ। ਸੋ ਇਹ ਕਿਹੋ ਜਿਹੀ ਐਜੂਕੇਸ਼ਨ ਆ? ਇਹ ਜਿਹੜਾ ਇਹ ਕਲੈਸ਼ ਆ, ਟੋਟਲ ਕੌਨਫਲਿਕਟ ਹੈ ਦੋਨਾਂ ਚੀਜ਼ਾਂ ਦੀ ਆਪਸ ਵਿੱਚ। ਔਰ ਮੈਂ ਸਮਝਦੀ ਹਾਂ ਵੀ ਜਿਹੜਾ ਉਹ ਇੱਕ ਪਰਪਸ ਜਿਹੜਾ ਐਜੂਕੇਸ਼ਨ ਦਾ, ਉਹਨੂੰ ਤੁਸੀਂ ਇੱਕ ਕਿਸਮ ਨਾਲ ਡਿਫੀਟ ਕਰ ਰਹੇ, ਤੁਸੀਂ ਉਸ ਲੜਕੀ ਨੂੰ ਦੇ ਉੱਤੇ ਵੀ ਪ੍ਰੈਸ਼ਰ ਪਾ ਰਹੇ ਵੀ ਉਹ ਵੀ ਤੁਹਾਡੇ ਸਾਹਮਣੇ ਤੁਹਾਨੂੰ ਫਿਰ ਜਿੱਦਾਂ ਆਪਣੇ ਆਪ ਆਪਣੇ ਪੈਰਾਂ 'ਤੇ ਪੂਰੀ ਤਰ੍ਹਾਂ ਆਜ਼ਾਦੀ ਨਾਲ ਨਹੀਂ ਖੜੀ ਹੋ ਸਕਦੀ। ਪਰ ਰਮਿੰਦਰ ਜੀ, ਗੱਲ ਇਹ ਆ ਕਿ ਹੁਣ ਇਹੋ ਜਿਹੇ ਹਜ਼ਾਰਾਂ ਕੇਸਿਸ ਨੇ। ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ, ਬਹੁਤ ਸਾਰੇ ਇਹੋ ਜਿਹੇ ਕੇਸਿਸ ਸਨ ਕਿ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਵੱਟੇ ਦੇ ਵਿਆਹ ਹੋ ਰਹੇ ਸਨ। ਬਹੁਤ ਸਾਰੇ ਬੇਜੋੜ ਵਿਆਹ ਉਦੋਂ ਵੀ ਹੋਏ, ਉਦੋਂ ਹੋ ਰਹੇ ਸੀ। ਹੁਣ ਵੀ ਬਹੁਤ ਸਾਰੇ ਬੇਜੋੜ ਵਿਆਹ ਜਾਂ ਜ਼ਬਰਦਸਤੀ ਵਾਲੇ ਵਿਆਹ ਆ, ਜਾਂ ਰਿਸ਼ਤੇ ਇਸ ਤਰ੍ਹਾਂ ਦਾ ਅਰੇਂਜਮੈਂਟ ਕਰਕੇ ਉਹ ਕੀਤੇ ਜਾ ਰਹੇ ਹੈਗੇ ਆ। ਉਦੋਂ ਤੁਹਾਡੀ ਆਰਗੇਨਾਈਜੇਸ਼ਨ ਸੀ, ਜਿਨ੍ਹਾਂ ਆਰਗੇਨਾਈਜੇਸ਼ਨਸ ਦੇ ਨਾਲ ਤੁਸੀਂ ਜੁੜੇ, ਚਾਹੇ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਜੁੜੇ, ਨੈਸ਼ਨਲ ਲੈਵਲ ਤੱਕ ਵੀ ਰਹੇ, ਤੁਹਾਡਾ ਇੰਪੋਰਟੈਂਟ ਰੋਲ ਰਿਹਾ। ਉਦੋਂ ਜਿਹੜੇ ਚੈਲੰਜਸ ਸੀ ਉਹ ਵੱਖਰੀ ਤਰ੍ਹਾਂ ਦੇ ਸੀ। ਹੁਣ ਜਿਹੜੇ ਇਸ ਦੌਰ ਦੇ ਵਿੱਚੋਂ ਕੁੜੀਆਂ ਨਿਕਲ ਰਹੀਆਂ ਨੇ, ਬਿਲਕੁਲ ਇੱਕ ਕੋਈ ਕੇਸ ਸਾਹਮਣੇ ਆ ਜਾਂਦਾ ਮੀਡੀਆ ਦੇ ਵਿੱਚ, ਉਹਦੇ ਵਿੱਚ ਫਿਰ ਦੋਸ਼ ਸਾਰਾ ਕੁੜੀ ਦੇ ਸਿਰ 'ਤੇ ਮੜ ਦਿੱਤਾ ਜਾਂਦਾ ਅਲਟੀਮੇਟਲੀ ਕਿ ਵੀ ਇਹ ਕੁੜੀ ਬਦਲ ਗਈ ਹੈ। ਕਿਉਂਕਿ ਜੇ ਉਹ ਆਪਣਾ ਫੈਸਲਾ ਆਪ ਲੈਣ ਲੱਗ ਗਈ ਹੈ, ਜਾਂ ਉਹਨੇ ਆਪਣੀ ਆਵਾਜ਼ ਖੁੱਲ੍ਹ ਕੇ ਰੀਅਲਾਈਜ਼ ਕਰਕੇ ਇਹ ਗੱਲ ਕਹਿ ਦਿੱਤੀ ਹੈ ਕਿ ਨਹੀਂ, ਇਹ ਮੇਰੇ ਫਿਊਚਰ ਦੇ ਲਈ ਠੀਕ ਨਹੀਂ ਹੈ, ਮੈਂ ਸਟੈਪ ਬੈਕ ਕਰ ਰਹੀ ਹਾਂ, ਬਿਲਕੁਲ ਉੱਥੇ ਫਿਰ ਅਸੀਂ ਉਹਨੂੰ ਹੀ ਟਾਰਗੇਟ ਕਰ ਰਹੇ ਹਾਂ। ਫਿਰ ਬਿਲਕੁਲ ਉਹਨੂੰ ਹੁਣ ਆਰਗੇਨਾਈਜੇਸ਼ਨਸ ਕੀ ਕਰਨ ਇਹੋ ਜਿਹੇ ਮਾਮਲਿਆਂ ਦੇ ਵਿੱਚ? ਕੀ ਆਰਗੇਨਾਈਜੇਸ਼ਨਸ ਕੁਝ ਕਰ ਸਕਦੀਆਂ? ਇਹ ਜਿਹੜੀ ਚੀਜ਼ ਹੈ ਘਰਾਂ ਦੇ ਵਿੱਚ ਸਾਨੂੰ ਸੋਚਣੀ ਚਾਹੀਦੀ ਹੈ। ਅਸੀਂ ਹਮੇਸ਼ਾ ਬਾਹਰ ਦੇਖਦੇ ਹਾਂ ਬਈ ਕੋਈ ਆ ਕੇ ਸਾਨੂੰ, ਭਾਵੇਂ ਉਹ ਔਰਤਾਂ ਦਾ ਮਸਲਾ ਹੈ, ਇਮੀਗ੍ਰੇਸ਼ਨ ਦਾ ਮਸਲਾ ਹੈ, ਗੈਂਗਸ ਦਾ ਮਸਲਾ ਲੈ ਲਓ, ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਨਾ, ਅਸੀਂ ਕਈ ਵਾਰ ਬਾਹਰ ਨੂੰ ਦੇਖਣ ਲੱਗ ਪੈਂਦੇ ਵੀ ਪੁਲਿਸ ਆ ਜਾਊਗੀ, ਉਹ ਸਾਡੀ ਮਦਦ ਕਰ ਦੇਵੇ, ਗਵਰਨਮੈਂਟ ਸਾਡੀ ਮਦਦ ਕਰ ਦੇਵੇ। ਲੇਕਿਨ ਮੈਂ ਇਹ ਸਮਝਦੀ ਹਾਂ ਕਿ ਸਾਨੂੰ ਆਪਣੇ ਜਿਹੜੇ ਕਦਰਾਂ ਕੀਮਤਾਂ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਆਪਣੇ ਐਕਸ਼ਨਸ ਜਿਹੜੇ ਸਾਡੇ ਹੈਗੇ ਆ, ਜਿਹੜੇ ਕਿ ਸਾਡੇ ਬੱਚਿਆਂ ਦੀ ਲਾਈਫ ਨੂੰ ਇੰਪੈਕਟ ਕਰਦੇ ਆ, ਉਹਨਾਂ ਵੱਲ ਸਾਨੂੰ ਬਹੁਤ ਗੌਰ ਕਰਨੀ ਚਾਹੀਦੀ ਹੈ ਵੀ ਅਸੀਂ ਕੀ ਐਜੂਕੇਸ਼ਨ, ਕੀ ਐਥੀਕਲ ਐਜੂਕੇਸ਼ਨ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ, ਵੀ ਉਹ ਕਿਸ ਕਿਸਮ ਦੇ
ਇਨਸਾਨ ਬਣਨ ਵੱਡੇ ਹੋ ਕੇ। ਉਹ ਆਪਣੇ ਜੇ ਅਸੀਂ ਉਹਨਾਂ ਨੂੰ ਐਜੂਕੇਸ਼ਨ ਦਵਾ ਰਹੇ ਹਾਂ, ਕਹਿ ਰਹੇ ਹਾਂ ਵੀ ਉਹ ਪੜ੍ਹਨ, ਉਹ ਲਿਖਣ, ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ, ਦੂਜੇ ਪਾਸੇ ਅਸੀਂ ਉਹਨਾਂ ਦੇ ਉੱਤੇ ਦਬਾਅ ਪਾਉਣ ਡਏ ਹਾਂ ਹੋਰ ਕਿਸਮ ਦਾ ਵੀ ਹੁਣ ਇੰਨੇ ਪੈਸੇ ਅਗਲਿਆਂ ਦੇ ਲਏ ਹੋਏ ਆ, ਤੂੰ ਉਹਦੇ ਨਾਲ ਹੀ ਵਿਆਹ ਕਰਾਉਣਾ ਆ ਜਾਂ ਉਸ ਮੁੰਡੇ ਨੂੰ ਹੀ ਸਪਾਂਸਰ ਕਰਨਾ ਆ। ਕੀ ਇਹ ਠੀਕ ਗੱਲ ਆ? ਇਹ ਸਾਨੂੰ ਸੋਚਣ ਦੀ। ਆਰਗੇਨਾਈਜੇਸ਼ਨਸ ਤਾਂ ਬਾਅਦ ਵਿੱਚ ਆ ਕੇ ਬੈਂਡ-ਏਡ ਕਰਨਗੀਆਂ ਬਈ ਜਿੱਥੇ ਜ਼ਖਮ ਹੋ ਗਿਆ ਉਹਦੇ ਉੱਤੇ ਪੱਟੀ ਕਰ ਸਕਦੇ ਆ, ਨੁਕਸਾਨ ਆਲਰੇਡੀ ਹੋ ਚੁੱਕਾ, ਲੇਕਿਨ ਨੁਕਸਾਨ ਜਿਹੜਾ ਉਹ ਪਹਿਲਾਂ ਹੋ ਚੁੱਕਾ। ਸੋ ਇਹਨਾਂ ਚੀਜ਼ਾਂ ਦਾ ਸਾਨੂੰ ਆਪਣੇ ਘਰਾਂ ਦੇ ਵਿੱਚ ਬਹੁਤ ਗੌਰ ਕਰਨੀ ਚਾਹੀਦੀ ਹੈ। ਸਾਡੇ ਜਿਹੜੀਆਂ ਕੁਛ ਕਦਰਾਂ ਕੀਮਤਾਂ, ਹਰ ਇੱਕ ਕਲਚਰ ਦਾ ਇੱਦਾਂ ਹੁੰਦਾ ਵੀ ਕੁਛ ਹਿੱਸਾ ਬਹੁਤ ਚੰਗਾ ਹੁੰਦਾ। ਸਾਡੇ ਕਲਚਰ ਵਿੱਚ ਵੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਸਿੱਖੀਆਂ ਔਰ ਸਿੱਖਦੇ ਹਾਂ, ਭਾਵੇਂ ਉਹ ਰਿਲੀਜੀਅਸ ਚੀਜ਼ਾਂ 'ਚ ਆਉਣ, ਭਾਵੇਂ ਉਹ ਕਲਚਰਲ ਸਾਡੇ ਮਾਹੌਲ 'ਚ ਆਉਣ, ਲੇਕਿਨ ਕਈ ਕਦਰਾਂ ਕੀਮਤਾਂ ਇੱਦਾਂ ਦੀਆਂ ਆ ਵੀ ਜਿਹੜੀਆਂ ਸਾਨੂੰ ਪਿੱਛੇ ਨੂੰ ਹੀ ਲੈ ਕੇ ਜਾਂਦੀਆਂ। ਇਸ ਕਰਕੇ ਸਾਨੂੰ ਕੌਨਸ਼ੀਅਸਲੀ ਉਹ ਜਿਹੜੀਆਂ ਕਦਰਾਂ ਕੀਮਤਾਂ ਨਾ ਉਹਨਾਂ ਤੋਂ ਉੱਤੇ ਉੱਠਣਾ ਚਾਹੀਦਾ ਹੈ ਔਰ ਉਹਨਾਂ ਨੂੰ ਡਿਸਪੋਜ਼ ਆਫ ਕਰਕੇ ਸਾਨੂੰ ਆਪਣੇ ਕੈਰੈਕਟਰ, ਜਿੱਦਾਂ ਦਾ ਤੁਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਓਗੇ, ਉਹਨਾਂ ਦਾ ਕੈਰੈਕਟਰ ਬਿਲਡ ਕਰੋਗੇ, ਉੱਦਾਂ ਦਾ ਹੀ ਉਹਨਾਂ ਦਾ ਕੈਰੈਕਟਰ ਬਣੇਗਾ ਵੱਡੇ ਹੋ ਕੇ। ਰਮਿੰਦਰ ਜੀ, ਸਾਡੇ ਸੁਣਨ ਵਾਲਿਆਂ ਦਾ ਇੰਟਰਸਟ ਹੋਊਗਾ ਕਿ ਤੁਸੀਂ ਕੈਨੇਡਾ ਕਿਵੇਂ ਆਏ? ਮੈਂ ਇੱਦਾਂ ਹੈ ਕਿ ਜਦੋਂ ਅਸੀਂ ਛੋਟੇ ਹੀ ਸੀਗੇ ਅਜੇ, ਤਾਂ ਮੇਰੇ ਚਾਚਾ ਜੀ, ਮੇਰੇ ਫਾਦਰ ਦੇ ਕਜ਼ਨ ਸੀਗੇ, ਉਹਨਾਂ ਦੇ ਚਾਚੇ ਦੇ ਲੜਕੇ, ਉਹ ਕੈਨੇਡਾ ਆਏ ਸੀਗੇ 1955 ਵਿੱਚ। ਅੱਛਾ। ਤੇ ਜਦੋਂ ਇੱਥੇ ਆਉਣ ਤੋਂ ਪਹਿਲਾਂ ਸਾਡੇ ਕੋਲ ਆ ਕੇ ਉਹ 2-3 ਸਾਲ ਰਹੇ, ਕਿਉਂਕਿ ਉਹ ਪਿੰਡ ਵਿੱਚ ਰਹਿੰਦੇ ਸੀਗੇ। ਉਹ ਆਪਣੀ ਇੰਗਲਿਸ਼ ਸਿੱਖਣੀ ਚਾਹੁੰਦੇ ਸੀਗੇ, ਕੁਛ ਬਾਹਰ ਆਪਣੇ ਪਿੰਡ ਤੋਂ ਬਾਹਰ ਨਿਕਲ ਕੇ ਘੁੰਮਣਾ ਫਿਰਨਾ, ਸ਼ਹਿਰਾਂ ਦੇ ਵਿੱਚ ਰਹਿਣਾ। ਉਹਨਾਂ ਨੇ ਸੋਚਿਆ ਵੀ ਉਹ ਟ੍ਰਾਂਜੀਸ਼ਨ ਜਿਹੜੀ ਆ ਕੈਨੇਡਾ ਨੂੰ ਆਉਣ ਦੀ ਥੋੜ੍ਹੀ ਸੌਖੀ ਹੋ ਜਾਊਗੀ। ਤਾਂ ਸਾਡੇ ਕੋਲ ਆ ਕੇ ਤਕਰੀਬਨ 6-7 ਮਹੀਨੇ ਠਹਿਰੇ ਸੀਗੇ ਕੈਨੇਡਾ ਆਉਣ ਤੋਂ ਪਹਿਲਾਂ, ਇੰਡੀਆ ਦੇ ਵਿੱਚ। ਸੋ ਉਹਨਾਂ ਦੇ ਨਾਲ ਮੇਰਾ ਕੰਟੈਕਟ ਬਹੁਤ ਪਿਆਰ ਪੈ ਗਿਆ ਐਜ਼ ਅ ਯੰਗ ਬੱਚੇ ਦੇ ਤੌਰ ਦੇ ਉੱਤੇ। ਸੋ ਜਦੋਂ ਉਹ ਇੱਥੇ ਆ ਗਏ, ਉਹ ਆ ਗਏ ਤਾਂ ਫਿਰ ਉਹਨਾਂ ਨਾਲ ਮੇਰਾ ਕੰਟੈਕਟ ਬਣਿਆ ਰਿਹਾ। ਉਹਨਾਂ ਚਿੱਠੀਆਂ ਲਿਖਦੇ ਸੀ, ਪੈਨ ਫਰੈਂਡਸ ਵੀ ਬਣਾ ਦਿੱਤੇ ਕੈਨੇਡਾ ਦੇ ਵਿੱਚ, ਜਿਨ੍ਹਾਂ ਨੂੰ ਉਹ ਇੱਥੇ ਕੈਨੇਡੀਅਨ ਫੈਮਲੀਜ਼ ਨੂੰ ਜਾਣਦੇ ਸੀਗੇ। ਉਹਨਾਂ ਦੀਆਂ ਚਿੱਠੀਆਂ ਮੈਨੂੰ ਕੁੜੀ ਦੀਆਂ ਆਉਣ ਲੱਗ ਪਈਆਂ, ਉਹ ਮੇਰੀ ਪੈਨ ਪਾਲ ਬਣ ਗਈ। ਸੋ ਮੈਂ ਉਹਨਾਂ ਨੂੰ ਵੀ ਚਿੱਠੀ ਲਿਖਣੀ, ਅੰਕਲ ਨੇ ਆਪਣੀਆਂ ਫੋਟੋ ਭੇਜਿਆ ਕਰਨੀਆਂ, ਦੱਸਿਆ ਕਰਨਾ ਇੱਦਾਂ ਦਾ ਮੁਲਕ ਆ, ਇੱਥੇ ਇੱਦਾਂ। ਸੋ ਮੇਰਾ ਇੰਟਰਸਟ ਬਹੁਤ ਬਣਿਆ। ਮੈਂ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਂ ਵੀ ਆਉਣਾ ਜੀ। ਅੰਕਲ ਨੇ ਮੈਨੂੰ ਹਰ ਵਾਰੀ ਕਿਹਾ ਕਰਨਾ, ਹੁਣ ਤੂੰ ਜਦੋਂ ਪੜ੍ਹਾਈ ਖ਼ਤਮ ਕਰੇਂਗੀ ਨਾ ਉਦੋਂ ਆ ਸਕਦੀ ਹੈ ਇੱਥੇ, ਵੀ ਤੂੰ ਪੜ੍ਹ ਲੈ, ਜਦੋਂ ਪੜ੍ਹਾਈ ਤੇਰੀ ਖ਼ਤਮ ਹੋ ਜਾਏਗੀ ਫਿਰ ਗੱਲ ਕਰੀਂ। ਕਿਹਾ ਓਕੇ। ਐਨੀਵੇਜ਼ ਮੈਂ ਹਾਈ ਸਕੂਲ ਕੰਪਲੀਟ ਹੋ ਗਿਆ, BA ਕੰਪਲੀਟ ਹੋ ਗਈ। ਫਿਰ ਉਹਨਾਂ ਨੂੰ ਮੈਂ ਕਿਹਾ ਵੀ, ਉਹ ਕਹਿੰਦੇ ਨਹੀਂ ਅਜੇ ਤੈਨੂੰ ਟ੍ਰੇਨਿੰਗ ਵੀ ਚਾਹੀਦੀ ਕਿਸੇ ਨਾ ਕਿਸੇ ਫੀਲਡ ਦੇ ਵਿੱਚ। ਫਿਰ ਮੇਰੀ ਜਦੋਂ BEd ਹੋ ਗਈ, ਉਦੋਂ ਮੇਰਾ ਜਿਹੜਾ ਇੰਟਰਸਟ ਸੀਗਾ ਫਿਰ ਥੋੜ੍ਹਾ ਜਿਹਾ ਇਸ ਪਾਸੇ ਨੂੰ ਹੋ ਗਿਆ ਕਿ ਮੈਂ ਜਾ ਕੇ ਬਾਹਰ ਦੇਖ ਕੇ ਆਉਣਾ। ਸਪੈਸ਼ਲੀ ਆਪਣੀ ਮੈਂ BEd ਕਰਨ ਤੋਂ ਬਾਅਦ 1 ਸਾਲ ਸ਼ਿਮਲਾ ਹਿਲਸ ਵਿੱਚ ਦਕਸ਼ਈ ਪਬਲਿਕ ਸਕੂਲ ਦੇ ਵਿੱਚ ਪੜ੍ਹਾਇਆ ਸੀਗਾ, ਡੇਢ ਸਾਲ। ਅਤੇ ਉੱਥੇ ਜਦੋਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਇਆ, ਤੁਸੀਂ ਹਰ ਇੱਕ ਜਗ੍ਹਾ 'ਤੇ ਜਿੱਥੇ ਕੰਮ ਕਰਦੇ ਆ ਉੱਥੇ ਉਹਦੇ ਚੰਗੀਆਂ ਚੀਜ਼ਾਂ ਵੀ ਦੇਖਦੇ ਆ, ਮਾੜੀਆਂ ਚੀਜ਼ਾਂ ਵੀ ਦੇਖਦੇ ਆ, ਤੁਹਾਡੇ ਆਪਣੇ ਵਿਊਜ਼ ਹੁੰਦੇ ਆ। ਤਾਂ ਮੈਨੂੰ ਬਸ ਇਹੀ ਸ਼ੌਕ ਹੋਇਆ ਵੀ ਮੈਂ ਵੀ ਕਿਸੇ ਟਾਈਮ ਦੇ ਉੱਤੇ ਆਪਣਾ ਸਕੂਲ ਖੋਲੂੰਗੀ। ਸੋ ਮੈਂ ਅੰਕਲ ਨੂੰ ਲਿਖਣਾ ਸ਼ੁਰੂ ਕਰਤਾ, ਉੱਥੇ ਕਿੱਦਾਂ ਦੇ ਸਕੂਲ ਆ ਉਹਨਾਂ ਨੂੰ ਪੁੱਛਿਆ ਕਰਨਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਹੁਣ ਮੇਰੀ ਐਜੂਕੇਸ਼ਨ ਵੀ ਹੋ ਗਈ ਆ, ਮੈਂ ਹੁਣ ਡੈਫੀਨੇਟਲੀ ਚੱਕਰ ਲਾਉਣਾ ਚਾਹੁੰਦੀ ਹਾਂ। ਸੋ ਮੇਰਾ ਕੋਈ ਇਰਾਦਾ ਇੱਥੇ ਰਹਿਣ ਦਾ ਨਹੀਂ ਸੀਗਾ, ਸਿਰਫ ਵਿਜ਼ਿਟਰ। ਤੇ ਉਸ ਜ਼ਮਾਨੇ 'ਚ ਤੁਹਾਨੂੰ ਵੀਜ਼ੇ ਵਗੈਰਾ ਦੀ ਜ਼ਰੂਰਤ ਨਹੀਂ ਸੀ ਹੁੰਦੀ। ਆ ਸਕਦੇ ਸੀ ਤੁਸੀਂ। ਸੋ ਮੈਂ ਫਿਰ ਉਹਨਾਂ ਨੂੰ ਲਿਖਿਆ ਤਾਂ ਮੈਂ ਕਿਹਾ ਵੀ ਮੈਂ ਆਉਣਾ। ਉਹ ਮੰਨ ਗਏ, ਉਹ ਕਹਿੰਦੇ ਓਕੇ ਤੁਸੀਂ ਆ ਜਾਓ। ਜਦੋਂ ਉਹਨਾਂ ਨਾਲ ਗੱਲ ਕੀਤੀ ਸੀ ਉਦੋਂ ਇੱਥੇ ਟੀਚਰਸ ਦੀ ਵੀ ਡਿਮਾਂਡ ਸੀਗੀ, ਅਤੇ ਉਹ ਕਹਿੰਦੇ ਵੀ ਸ਼ਾਇਦ ਹੋ ਸਕਦਾ ਤੈਨੂੰ ਜੋਬ ਵੀ ਮਿਲ ਜਾਵੇ, ਕੋਈ ਵੱਡੀ ਗੱਲ ਨਹੀਂ ਗੀ, ਪਰ ਤੂੰ ਡੈਫੀਨੇਟਲੀ ਵਿਜ਼ਿਟ ਵਾਸਤੇ ਤਾਂ ਆ ਸਕਦੇ ਆ। ਪਰ ਫਿਰ ਸਾਨੂੰ ਥੋੜ੍ਹੀ ਜਿਹੀ, ਹਾਲਾਂਕਿ ਮੇਰੇ ਪੇਰੈਂਟਸ ਜਿਹੜੇ ਬਹੁਤ ਪ੍ਰੋਗਰੈਸਿਵ ਸੀਗੇ ਔਰ ਕਾਫੀ ਬਰੋਡ ਮਾਈਂਡਡ ਸੀ ਐਜੂਕੇਸ਼ਨ ਦੇ ਮਾਮਲੇ ਵਿੱਚ, ਲੇਕਿਨ ਜਦੋਂ ਮੈਂ ਕਿਹਾ ਵੀ ਮੈਂ ਜਾਣਾ ਚਾਹੁੰਦੀ ਕੈਨੇਡਾ, ਤਾਂ ਉੱਥੇ ਫਿਰ ਅੜਚਨ ਖੜੀ ਹੋ ਗਈ। ਇਕੱਲੀ ਕੁੜੀ ਨਹੀਂ ਭੇਜਣੀ, ਅਸੀਂ ਸਿੰਗਲ ਕੁੜੀ ਨੂੰ ਕਿਸ ਤਰ੍ਹਾਂ ਭੇਜ ਦਈਏ ਇੰਨੀ ਦੂਰ, ਅਸੀਂ ਨਹੀਂ। ਤਾਂ ਉਸ ਵੇਲੇ ਫਿਰ ਮੈਨੂੰ ਥੋੜ੍ਹੀ ਜਿਹੀ ਸਟਰਗਲ ਕਰਨੀ ਪਈ ਉਹਨਾਂ ਨੂੰ ਮਨਾਉਣ ਵਾਸਤੇ। ਮੰਨ ਗਏ ਅਲਟੀਮੇਟਲੀ?
ਇਨ ਦੀ ਐਂਡ ਉਹ ਮੰਨ ਗਏ, ਪਰ ਪਹਿਲਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਇੱਥੋਂ ਜਿਹੜੇ ਐਡਸ ਪਾਉਂਦੇ ਸੀਗੇ, ਲੋਕੀ ਵਿਆਹ ਕਰਾਉਣ ਜਾਂਦੇ ਸੀ, ਕਈਆਂ ਨਾਲ ਇੰਟਰੋਡਕਸ਼ਨਸ ਕਰਵਾਈਆਂ ਕਿ ਤੂੰ ਇਹਦਾ ਵਿਆਹ ਕਰ ਲੈ, ਵਿਆਹ ਕਰਕੇ ਤੈਨੂੰ ਭੇਜ ਦਿੰਦੇ, ਚੰਗਾ ਮੁੰਡਾ ਲੱਭ ਦਿੰਦੇ ਕੋਈ। ਲੇਕਿਨ ਮੈਂ ਵੀ ਅੜੀ ਰਹੀ ਕਿ ਨਹੀਂ, ਮੈਂ ਆਪਣੀ ਮਰਜ਼ੀ ਦਾ ਵਿਆਹ ਕਰਾਉਣਾ, ਜਦੋਂ ਵੀ ਕਰਾਇਆ, ਲੇਕਿਨ ਮੈਂ ਵਿਆਹ ਕਰਾ ਕੇ ਨਹੀਂ ਜਾਣਾ। ਫਾਈਨਲੀ ਸਾਡੇ ਡੈਡੀ ਦੇ ਬਹੁਤ ਕਲੋਜ਼ ਫਰੈਂਡ ਸੀਗੇ ਅਟਾਰੀ ਤੋਂ, ਤਾਂ ਉਹਨਾਂ ਨੇ ਪਾਪਾ ਨੂੰ ਗੱਲ ਕੀਤੀ ਇੱਕ ਦਿਨ ਆ ਕੇ। ਜਦੋਂ ਉਹਨਾਂ ਨੂੰ ਪਤਾ ਲੱਗਾ, ਉਹ ਆਏ ਹੋਏ ਸੀਗੇ, ਮੈਂ ਗੱਲ ਕੀਤੀ ਵੀ ਇੱਦਾਂ ਡੈਡੀ ਮੈਨੂੰ ਜਾਣ ਨਹੀਂ ਦਿੰਦੇ, ਮੈਂ ਜਾਣਾ ਚਾਹੁੰਦੀ ਹਾਂ। ਅੰਕਲ ਵੀ ਮੰਨ ਗਏ ਕਿ ਤੂੰ ਆ ਜਾ। ਉਹਨਾਂ ਨੇ ਫਿਰ ਮੇਰੇ ਫਾਦਰ ਨੂੰ ਮਨਾਇਆ। ਉਹ ਕਹਿੰਦੇ ਵੀ ਤੁਸੀਂ ਇੱਕ ਪਾਸੇ ਕਹਿੰਦੇ ਆ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਜ਼ਾਦ ਬਣਾਉਣਾ ਹੈ, ਆਪਣੇ ਪੈਰਾਂ 'ਤੇ ਖੜਾ ਕਰਨਾ, ਹੁਣ ਜਦੋਂ ਤੁਹਾਡੇ ਬੱਚੇ ਉਸ ਲੈਵਲ 'ਤੇ ਪਹੁੰਚ ਗਏ ਆ, ਤੁਸੀਂ ਉਹਨਾਂ ਨੂੰ ਭੇਜਦੇ ਕਿਉਂ ਨਹੀਂ? ਤੁਸੀਂ ਉਹਨਾਂ ਨੂੰ ਇੰਨੀ ਐਜੂਕੇਸ਼ਨ ਦਿੱਤੀ ਹੈ, ਤੁਹਾਨੂੰ ਆਪਣੇ ਬੱਚੇ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਵੀ ਉਹ ਜੋ ਕਰੂਗੀ ਠੀਕ ਕਰੂਗੀ ਗੱਲ, ਤੁਸੀਂ ਇਹਨੂੰ ਭੇਜੋ। ਉਹਨਾਂ ਨੇ ਮੈਨੂੰ ਨਾਲ ਲਿਜਾ ਕੇ ਚੰਡੀਗੜ੍ਹ ਮੇਰਾ 3 ਦਿਨਾਂ ਦੇ ਵਿੱਚ ਪਾਸਪੋਰਟ ਰੈਡੀ ਕਰਵਾਇਆ। ਅੱਛਾ। ਔਰ ਕਰਵਾ ਕੇ ਮੇਰੇ ਫਾਦਰ ਨੂੰ ਮਨਾਇਆ। ਔਰ ਮੇਰੇ ਫਾਦਰ ਕੋਈ ਬਹੁਤ ਜ਼ਿਆਦਾ ਅਮੀਰ ਨਹੀਂ ਸੀਗੇ, ਉਹ ਇਕੱਲੇ ਅਰਨਿੰਗ ਮੈਂਬਰ ਸੀਗੇ ਫੈਮਿਲੀ ਦੇ ਵਿੱਚ। ਉਹਨਾਂ ਨੇ ਆਪਣੀ ਇੰਸ਼ੋਰੈਂਸ ਪਾਲਿਸੀ ਕੈਸ਼ ਕਰਾ ਕੇ ਮੇਰਾ ਏਅਰਲਾਈਨ ਦੀ ਟਿਕਟ ਉਸ ਵੇਲੇ ਖਰੀਦ ਕੇ ਤਾਂ ਮੈਨੂੰ ਇੱਥੇ ਭੇਜਿਆ ਸੀਗਾ। ਵਾਹ। ਰਮਿੰਦਰ ਦੋਸਾਂਝ ਉਹਨਾਂ ਦੇ ਨਾਲ ਅਗਲਾ ਸਵਾਲ ਉਹਨਾਂ ਨੂੰ ਕਰਨ ਤੋਂ ਪਹਿਲਾਂ ਮੈਂ ਕੁਝ ਸਾਡੇ ਕਾਲਰਸ ਨੇ ਉਹ ਵੀ ਗੱਲ ਕਰਨਾ ਚਾਹੁੰਦੇ ਆ। ਉਹਨਾਂ ਨੂੰ ਮੈਂ ਦੱਸਦੀ ਹਾਂ ਕਿ ਸਾਡਾ ਨੰਬਰ ਹੈ 6042040600 604-204-0600 'ਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਪਹਿਲੇ ਕਾਲਰ ਨੇ ਇਹਨਾਂ ਦੇ ਨਾਲ ਗੱਲ ਕਰਦੇ ਹਾਂ, ਸਰਦਾਰ ਸੋਹਣ ਸਿੰਘ ਪੂਨੀ ਜੀ। ਨਵੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਿੰਦਰ ਹੋਣਾ ਦੀ ਗੱਲਬਾਤ ਬਹੁਤ ਚੰਗੀ ਲੱਗੀ ਜੋ ਕੋਈ ਕਰ ਰਹੇ ਨੇ, ਇਹ ਬਹੁਤ ਵਧੀਆ ਇਹ ਹੈਗੇ ਨੇ। ਸ਼ੁਕਰੀਆ ਜੀ। ਇਹਨਾਂ ਨੇ ਆਪਣੇ ਨਾ ਅੰਕਲ ਦੀ ਗੱਲ ਕੀਤੀ ਹੈ, ਸੂਰਜਜੀਤ ਸਿੰਘ ਹੋਣਾ ਦੀ। ਉਹਨਾਂ ਨਾਲ ਮੇਰਾ ਬੜਾ ਨੇੜ ਰਿਹਾ ਸੀ, ਤੇ ਮੇਰੀ ਜਿਹੜੀ ਬੈਕਗਰਾਊਂਡ ਇਤਿਹਾਸ ਦੀ ਹੈਗੀ, ਮੈਂ ਉਹਦੇ ਬਾਰੇ ਕੁਝ ਗੱਲ ਕਰਨੀ ਚਾਹੁੰਦਾ, ਇਹਨਾਂ ਦੇ ਪਰਿਵਾਰ ਬਾਰੇ। ਐਕਚੁਅਲੀ ਇਹਨਾਂ ਨੂੰ ਨਹੀਂ ਪਤਾ। ਅੱਛਾ। ਇਹਨਾਂ ਦੇ ਪਾਪਾ ਤੇ ਸੂਰਜਜੀਤ ਸਿੰਘ ਕਜ਼ਨ ਸੀ, ਮਤਲਬ ਆਪੋ ਵਿੱਚ ਦੋਨੋਂ ਹੈ ਜੀ। ਤੇ ਇਹਨਾਂ ਦਾ ਜਿਹੜਾ ਪਿਛਲਾ ਪਿੰਡ ਹੈ ਲਾਹੌਰ ਜ਼ਿਲ੍ਹੇ ਦੇ ਵਿੱਚ ਘਣੀਏ ਕੀ, ਜਿੱਥੋਂ ਦਾ ਪਹਿਲਵਾਨ ਕਿੱਕਰ ਸਿੰਘ ਹੋਇਆ ਹੈ ਜੀ। ਅੱਛਾ ਜੀ। ਤੇ 47 ਦੇ ਵਿੱਚ ਉਹ ਜਿਹੜਾ ਇਲਾਕਾ ਸੀ ਉਹ ਪਾਕਿਸਤਾਨ ਵਿੱਚ ਚਲਾ ਗਿਆ ਸੀ, ਤੇ ਸਰਦਾਰ ਬਲਰਾਮ ਸਿੰਘ ਜਿਹੜੇ ਸੀ ਇਹਨਾਂ ਦੇ ਪਿਤਾ ਜੀ ਕੈਪਟਨ, ਉਹ ਆਪਣੇ ਨਾਨਕੇ ਆ ਕੇ ਸ਼ਾਮ ਸਿੰਘ ਦੀ ਅਟਾਰੀ ਉੱਥੇ ਉਹਨਾਂ ਦੇ ਨਾਨਕੇ ਉੱਥੇ ਆ ਕੇ ਬੈਠ ਗਿਆ ਸੀ। ਅੱਛਾ। ਜਿਹੜਾ ਇਹਨਾਂ ਦਾ ਕਜ਼ਨ ਸੀ ਜਿਹਨੂੰ ਅੰਕਲ ਜੀ ਕਹਿੰਦੇ ਨੇ ਸੂਰਜਜੀਤ ਸਿੰਘ, ਉਹ ਆਪਣੇ ਨਾਨਕੇ ਪਿੰਡ ਆ ਕੇ ਬਹਿ ਗਿਆ ਸੀ। ਉਹ ਜਿਹੜਾ ਪਿੰਡ ਹੈਗਾ ਆ ਉਹ ਇਸ ਵੇਲੇ ਪੰਜਾਬ ਦਾ ਵੱਡਾ ਪਿੰਡ ਆ, ਸੰਧੂਆਂ ਦਾ ਹੈ ਜੀ। ਅੱਛਾ। ਢਿੱਲੋਂ ਦਾ ਹੈ ਜੀ। ਤੇ ਜਿਹੜਾ ਸੂਰਜਜੀਤ ਸਿੰਘ ਸੀ, ਜਦੋਂ ਉਹ ਆਪਣੇ ਆ ਕੇ ਬੈਠੇ, ਸੁਰ ਸਿੰਘ ਆਪਣੇ ਨਾਨਕੇ ਪਿੰਡ ਆ ਕੇ ਬੈਠੇ, ਉਹਨਾਂ ਦੇ ਨਾਨੇ ਦਾ ਜਿਹੜਾ ਭਰਾ ਸੀ ਉਹ ਪਹਿਲਾ ਪੰਜਾਬੀ ਸੀ ਜਿਹੜਾ ਕਿ ਕੈਨੇਡਾ ਅਮਰੀਕਾ ਵਿੱਚ ਆਇਆ, ਬਖਸ਼ੀਸ਼ ਸਿੰਘ ਢਿੱਲੋਂ ਸੁਰ ਸਿੰਘ ਦਾ 1899 ਵਿੱਚ। ਅੱਛਾ ਜੀ। ਸੋ ਇਹਨਾਂ ਦਾ ਜਿਹੜਾ ਪਰਿਵਾਰ ਦਾ ਉਹ ਬੰਦਾ ਸੀ, ਸੂਰਜਜੀਤ ਸਿੰਘ ਦਾ ਰਿਸ਼ਤੇਦਾਰ, ਨਾਨਾ ਦਾ ਭਰਾ, ਉਹ ਪਹਿਲਾ ਪੰਜਾਬੀ ਸੀ, ਪਹਿਲਾ ਸਿੱਖ ਸੀ, ਪਹਿਲਾ ਹਿੰਦੁਸਤਾਨੀ ਜਿਹੜਾ ਕਿ ਇਮੀਗ੍ਰੈਂਟ ਦੇ ਤੌਰ ਤੇ ਆ ਕੇ ਕੈਨੇਡਾ ਅਮਰੀਕਾ ਵਿੱਚ ਵਸਿਆ 1899 ਵਿੱਚ। ਜੀ ਜੀ। ਤੇ ਜਿਹੜੀ ਸੂਰਜਜੀਤ ਸਿੰਘ ਦਾ ਮੰਗਾਇਆ, ਉਹਦੀ ਇੱਕ ਮਾਂ ਦੀ ਕਜ਼ਨ ਸੀ ਨਾ ਸਰਦਾਰ ਬਖਸ਼ੀਸ਼ ਸਿੰਘ ਦੀ ਲੜਕੀ, ਉਹ ਇੱਥੇ ਰਹਿੰਦੀ ਸੀ ਬਲੈਂਚ। ਉਹਨੇ 1950 ਦੇ ਵਿੱਚ ਸੂਰਜਜੀਤ ਸਿੰਘ ਨੂੰ ਮੰਗਾਇਆ, ਤੇ ਬਾਅਦ ਵਿੱਚ ਸੂਰਜਜੀਤ ਸਿੰਘ ਹੋਣਾ ਨੇ ਇਹਨਾਂ ਨੂੰ ਮੰਗਾਇਆ ਹੈਗਾ। ਸੋ ਇਹਨਾਂ ਦੀ ਜਿਹੜੀ ਬੈਕਗਰਾਊਂਡ ਆ ਉਹ ਪਿਛਲੀ ਲਾਹੌਰ ਜ਼ਿਲ੍ਹੇ ਦੀ ਆ। ਬਾਅਦ ਦੇ ਵਿੱਚ ਇਹਨਾਂ ਦੇ ਡੈਡੀ ਦੇ ਨਾਨਕੇ ਜਿਹੜੇ ਸੀ ਉਹ ਸ਼ਾਮ ਸਿੰਘ ਦੀ ਅਟਾਰੀ ਸਰਦਾਰਾਂ ਦੇ, ਤੇ ਇਹ ਸਰਦਾਰ ਇਹਨਾਂ ਦੇ ਪਿਤਾ ਜੀ ਵਿਆਹੇ ਵੀ ਮਜੀਠੇ ਦੀ ਸਰਦਾਰਾਂ ਦੇ ਹੈ ਜੀ। ਸੋਹਣ ਸਿੰਘ ਪੂਨੀ ਜੀ, ਤੁਸੀਂ ਸਾਰੀ ਫੈਮਿਲੀ ਬਾਰੇ ਦੱਸ ਦਿੱਤਾ। ਅੱਜ ਮੈਨੂੰ ਕੁਛ ਰਮਿੰਦਰ ਹੋਣਾ ਬਾਰੇ ਜੇ ਤੁਸੀਂ ਜਾਣਦੇ ਹੋ ਉਹ ਦੱਸੋ। ਰਮਿੰਦਰ ਹੋਣਾ ਬਾਰੇ ਇਹ ਆ ਕਿ ਜਦੋਂ 1970 ਵਿੱਚ ਆਏ, ਉਸ ਵੇਲੇ ਜਿੱਦਾਂ ਅੱਜ ਕੱਲ੍ਹ ਤੇ ਕੁੜੀਆਂ ਬਹੁਤ ਆਉਂਦੀਆਂ ਨਾ ਸਟੂਡੈਂਟ ਦੇ ਤੌਰ ਤੇ, ਉਸ ਵੇਲੇ ਸ਼ਾਇਦ ਮੇਰਾ ਆਪਣਾ ਖਿਆਲ ਹੈ ਕਿ ਪੰਜਾਬ ਦੇ ਵਿੱਚੋਂ ਪਹਿਲੀ ਕੁੜੀ ਸੀ ਜਿਹੜੀ ਕਿ ਵਿਜ਼ਟਰ ਦੇ ਤੌਰ ਤੇ ਇੱਥੇ ਆ ਕੇ ਫ੍ਰੀ ਹੋਈ ਸੀ ਆਪਣੇ ਆਪ ਹੈ ਜੀ। ਜੀ। ਤੇ ਦੂਜੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਇਹਨਾਂ ਬਾਰੇ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਡਾਕਟਰ ਬਣਾਇਆ ਚਾਹੁੰਦੇ ਸੀ, ਤੇ ਇਹ ਫੇਲ ਹੋ ਗਏ, ਜਾਂ ਕੰਪਾਰਟਮੈਂਟ ਆ ਗਈ ਫਿਜ਼ਿਕਸ ਦੇ ਵਿੱਚ ਇਹਨਾਂ ਦੀ। ਜੀ। ਤੇ ਮੈਂ ਦੱਸਣਾ ਚਾਹੁੰਦਾ ਇਹਨਾਂ ਦੇ ਪਤੀ ਜਿਹੜੇ ਸੀ ਉਹਨਾਂ ਦੇ ਉਜਲ ਦੱਸਾਂ, ਉਹਨਾਂ ਦੇ ਪਿਤਾ ਜੀ ਵੀ ਉਹਨਾਂ ਨੂੰ ਇੰਜੀਨੀਅਰ ਬਣਾਇਆ ਚਾਹੁੰਦੇ ਸੀ, ਉਹ ਵੀ 2 ਵਾਰ ਫੇਲ ਹੋ ਗਏ ਜਾਂ 1 ਵਾਰ ਫੇਲ ਹੋ ਗਿਆ ਸੀ। ਜੀ। ਤੇ ਜੋ ਕਹਿੰਦੇ ਤੁਹਾਨੂੰ ਲਿਖਾਈ ਲੇਖ ਵਾਲੀ ਗੱਲ ਆ ਕਿ ਇਹਨਾਂ ਨੇ ਫਿਰ ਦੋਨਾਂ, ਸਾਡੀ ਕਮਿਊਨਿਟੀ ਦੀ ਕਿਸਮਤ ਚੰਗੀ ਸੀ ਕਿ ਸੋਸ਼ਲ ਸਾਇੰਸ ਦਾ ਕੇ ਪੜ੍ਹਨ ਲੱਗ ਪਏ ਜੀ, ਤੇ ਇਹਨਾਂ ਦਾ ਆਪੋ ਵਿੱਚ ਵਿਆਹ ਹੋਇਆ ਹੈ ਜੀ। ਸੋ ਇਹ ਮੈਂ 2-3 ਗੱਲਾਂ ਕਰਨੀਆਂ ਇਹਨਾਂ ਬਾਰੇ। ਇੱਕ ਤਾਂ ਇਹ ਕਿ ਇਹਨਾਂ ਦਾ ਪਰਿਵਾਰ ਆ ਉਹ ਲਾਹੌਰ ਜ਼ਿਲ੍ਹੇ ਤੋਂ ਪਿੱਛੋਂ ਜੀ, ਦੂਜਾ ਪਹਿਲੀ ਕੁੜੀ ਸੀ, ਤੇ ਤੀਸਰਾ ਇਹ ਕਿ ਜਿਹੜੇ ਮਤਲਬ ਐਕਚੁਅਲੀ ਜਿਹੜੇ ਸੰਧੂ ਹੈਗੇ ਨਾ ਲਾਹੌਰ ਜ਼ਿਲ੍ਹੇ ਵਾਲੇ, ਜਿਹੜੇ ਸਾਰੇ ਲਾਹੌਰ ਅੰਮ੍ਰਿਤਸਰ ਦੇ ਵਿੱਚ ਬੈਠੇ ਜਾਂ ਤਰਨਤਾਰਨ ਦੇ ਸੰਧੂਆਂ ਦੇ ਪਰਿਵਾਰ ਇਸ ਵੇਲੇ 50-60 ਪਿੰਡ ਨੇ। ਇਹਨਾਂ ਦਾ ਪਿੱਛਾ ਮਾਲਵਾ ਹੈਗਾ ਹੈ ਜੀ। ਓਕੇ। 11ਵੀਂ ਸਦੀ ਦੇ ਵਿੱਚ ਇਹਨਾਂ ਦਾ ਬਜ਼ੁਰਗ ਆਇਆ ਸੀ। ਸਭ ਤੋਂ ਪਹਿਲਾਂ
ਸਿਹਾਲੀ ਪਿੰਡ ਆ ਕੇ ਵਸਾਇਆ ਇਹਨਾਂ ਨੇ, ਸੰਧੂਆਂ ਦੀ ਸਿਹਾਲੀ, ਜਿੱਥੋਂ ਕਾਮਾ ਗਾਟਾ ਮਾਰੂ ਲੈ ਕੇ ਆਏ ਸੀ ਬਜ਼ੁਰਗ ਹੈ ਜੀ। ਸੋਹਣ ਸਿੰਘ ਪੂਨੀ ਜੀ, ਤੁਸੀਂ ਤਾਂ ਖੁਦ ਇੱਕ ਇਤਿਹਾਸ ਦੀ ਕਿਤਾਬ ਹੋ, ਹੈ ਨਾ। ਕਿਸੇ ਦਿਨ ਮੈਂ ਤੁਹਾਨੂੰ ਵੀ ਸਟੂਡੀਓ 'ਚ ਬੁਲਾ ਕੇ ਤੁਹਾਡੇ ਕੋਲੋਂ ਬਹੁਤ ਸਾਰੀਆਂ ਹੋਰ ਗੱਲਾਂ ਸੁਣਨੀਆਂ ਚਾਹੂੰਗੀ, ਜਿਸ ਢੰਗ ਦੇ ਨਾਲ ਤੁਸੀਂ ਸਾਰਾ ਕੁਝ ਜ਼ੁਬਾਨੀ ਯਾਦ ਰੱਖਿਆ ਹੋਇਆ। ਦੈਟਸ ਅਮੇਜ਼ਿੰਗ। ਤੇ ਮੈਂ ਦੱਸਣਾ ਚਾਹੁੰਦਾ ਕਿ ਸ਼ਹੀਦ ਭਗਤ ਸਿੰਘ ਸੀ ਸਾਡੇ ਬੰਗਿਆਂ ਵਾਲਾ, ਉਹ ਵੀ ਇੱਥੋਂ ਆ ਕੇ ਇੱਥੇ ਬੰਗੇ ਬੈਠੇ ਸੀ ਖਟਕੜ ਕਲਾਂ ਦੇ ਵਿੱਚ ਹੈ ਜੀ। ਹਾਂਜੀ ਹਾਂਜੀ ਹਾਂਜੀ। ਸ਼ਹੀਦ ਭਗਤ ਸਿੰਘ ਵੀ ਜੋ ਸੰਧੂ ਸੀ, ਉਹ ਵੀ ਇੱਥੋਂ ਆ ਕੇ ਲਾਹੌਰ ਜ਼ਿਲ੍ਹੇ ਦਾ ਪਿੰਡ ਸੀ, ਹੁਣ ਉਹ ਆਪਣੇ ਤਰਨਤਾਰਨ ਵਿੱਚ ਪਿੰਡ, ਉੱਥੋਂ ਦੇ ਸੀ। ਸੋ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਇਹਨਾਂ ਦੇ ਪਰਿਵਾਰ ਦੇ, ਮੈਂ ਪਿਛੋਕੜ ਬਾਰੇ ਦੱਸਣੀ ਚਾਹੁੰਦਾ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਰਮਿੰਦਰ ਜੀ, ਬਹੁਤ ਇੰਟਰਸਟਿੰਗ ਗੱਲਾਂ ਕਰਕੇ ਗਏ ਨੇ ਇਹ ਤੁਹਾਡੀ ਫੈਮਿਲੀ ਬਾਰੇ। ਦੇਖੋ, ਆਪਣੇ ਪਰਿਵਾਰ ਬਾਰੇ ਤਾਂ ਸਾਨੂੰ ਅਕਸਰ ਨਹੀਂ ਚੇਤੇ ਰਹਿੰਦੀਆਂ ਗੱਲਾਂ। ਮੈਂ ਇਹਨਾਂ ਦੀ ਇਸ ਗੱਲ ਦੀ ਬਹੁਤ ਤਾਰੀਫ ਕਰੂੰਗੀ ਕਿ ਦੇਖੋ ਇੰਨੀ ਡਿਟੇਲ ਦੇ ਵਿੱਚ ਇਹਨਾਂ ਨੂੰ ਇੰਨੇ ਲੋਕਾਂ ਦੀ ਜ਼ਿੰਦਗੀ ਬਾਰੇ ਪਤਾ। ਵਾਕਈ ਮੈਨੂੰ ਇਸ ਤਰ੍ਹਾਂ ਲੱਗਾ ਕਿ ਇਤਿਹਾਸ ਬਾਰੇ ਕਾਫੀ ਜਾਣਕਾਰੀ ਰੱਖਦੇ ਆ, ਹੈ ਨਾ। ਇਹਨਾਂ ਨੇ ਬੁੱਕ ਵੀ ਲਿਖੀ ਹੈਗੀ ਹੈ ਜਿਹੜੀ ਕਿ ਆਲਰੇਡੀ ਛਪੀ ਹੋਈ ਹੈ ਪੰਜਾਬੀ ਦੇ ਵਿੱਚ ਜੀ ਜੀ, ਹਿਸਟਰੀ ਆਪਣੀ ਕਮਿਊਨਿਟੀ ਦੀ ਜਿਹੜੀ। ਸੋ ਕਾਫੀ ਨੌਲੇਜ ਰੱਖਦੇ ਹਿਸਟਰੀ ਦੀ। ਵੈਸੇ ਵੀ ਤਾਂ ਸਾਡੀ ਜਦੋਂ ਕਈ ਵਾਰ ਗੱਲ ਹੁੰਦੀ ਹੈ, ਮੈਨੂੰ ਨਾ ਕੁਛ ਪਤਾ ਹੋਵੇ, ਮੈਂ ਇਹਨਾਂ ਨੂੰ ਫੋਨ ਕਰਕੇ ਪੁੱਛਦੀ ਹੁੰਦੀ ਹਾਂ ਵੀ ਮੈਨੂੰ ਤੁਸੀਂ ਆਹ ਚੀਜ਼ ਦੱਸੋ ਜਾਂ ਆਹ ਚੀਜ਼ ਦੱਸੋ। ਠੀਕ ਹੈ। ਅੱਛਾ, ਤੁਸੀਂ ਕੈਨੇਡਾ ਪਹੁੰਚ ਗਏ, ਆਪਾਂ ਗੱਲ ਕਰ ਰਹੇ ਸੀ। ਹਾਂਜੀ। ਆ ਕੇ ਜਿਹੜੇ ਕਿਸੇ ਤਰ੍ਹਾਂ ਦੇ ਕੋਈ ਚੈਲੰਜਸ ਆਏ ਹੋਣ, ਦੇਖੋ ਓਪਰਾ ਮੁਲਕ ਹੁੰਦਾ ਆ, ਸਾਰਾ ਮਾਹੌਲ ਵੱਖਰਾ ਹੁੰਦਾ ਹੈ। ਹੁਣ ਵੀ ਲੋਕ ਜਿਹੜੇ ਕਹਿੰਦੇ ਅਸੀਂ ਇੰਡੀਆ ਤੋਂ ਐਜੂਕੇਸ਼ਨ ਲੈ ਕੇ ਆਉਂਦੇ ਹਾਂ, ਉਸ ਐਜੂਕੇਸ਼ਨ ਦੀ ਰੈਕਗਨੀਸ਼ਨ ਇੱਥੇ ਉਸ ਹਿਸਾਬ ਦੇ ਨਾਲ ਨਹੀਂ ਹੁੰਦੀ ਹੈਗੀ। ਰਾਈਟ। ਅਤੇ ਤੁਸੀਂ ਆ ਕੇ ਕੀ ਕਰਨਾ ਸ਼ੁਰੂ ਕੀਤਾ, ਪੜ੍ਹਨਾ ਸ਼ੁਰੂ ਕੀਤਾ, ਕੰਮ ਕਰਨਾ ਸ਼ੁਰੂ ਕੀਤਾ? ਥੋੜ੍ਹੇ ਜਿਹੇ ਆਪਣੇ ਉਹ ਜਿਹੜੇ ਇਨੀਸ਼ੀਅਲ ਡੇਜ਼ ਸੀ ਉਹ ਸਾਡੇ ਨਾਲ ਸਾਂਝੇ ਕਰੋ। ਮੈਂ ਜਦੋਂ ਇੱਥੇ ਆਈ ਨਾ, ਤਾਂ ਹੁਣੇ ਮਿਸਟਰ ਪੂਨੀ ਨੇ ਤੁਹਾਨੂੰ ਦੱਸਿਆ ਅੰਕਲ ਦੇ ਬਾਰੇ, ਮੇਰੇ ਚਾਚਾ ਜੀ ਜਿਨ੍ਹਾਂ ਨੂੰ ਮੈਂ ਕਹਿੰਦੇ ਸੀਗੇ ਵੀ ਚਾਚਾ ਜੀ ਦੇ ਬਾਰੇ ਦੱਸਿਆ। ਉਹਨਾਂ ਨੇ ਜਿਹੜੀ ਮੈਨੂੰ ਗਾਈਡੈਂਸ ਦਿੱਤੀ ਉਸ ਵੇਲੇ ਜੀ, ਉਹ ਵੀ ਬਹੁਤ ਇੰਪੋਰਟੈਂਟ ਸੀ। ਮੈਂ ਅਜੇ ਪਲੇਨ ਤੋਂ 1970 ਅਕਤੂਬਰ 1970 'ਚ ਆਈ ਸੀਗੀ। ਤੀਜੇ ਦਿਨ ਮੇਰੇ ਆਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤਿਆਰ ਹੋ ਜਾਓ, ਮੈਂ ਤੁਹਾਨੂੰ ਸਕੂਲ ਲੈ ਕੇ ਜਾਣਾ ਇੱਥੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਮੈਂ ਟੀਚਰ ਹਾਂ। ਅੱਛਾ। ਸੋ ਮੈਨੂੰ ਲੈ ਗਏ ਆਪਣੇ ਏਰੀਆ ਦੇ ਜਿਹੜੇ ਸਕੂਲ ਸੀਗੇ, ਉੱਥੇ ਏਰੀਆ ਕਾਉਂਸਲਰਸ ਇੱਥੇ ਹੁੰਦੇ ਆ, 3-4 ਸਕੂਲਸ ਦਾ ਇੱਕ ਕਾਉਂਸਲਰ ਹੁੰਦਾ ਜਿਹੜਾ 3-4 ਸਕੂਲਸ ਦੇ ਬੱਚਿਆਂ ਨੂੰ ਗਾਈਡੈਂਸ ਦਿੰਦੇ ਹੈਗੇ ਆ, ਟੀਚਰਸ ਨੂੰ ਮਿਲਦੇ ਗਿਲਦੇ ਸਾਰਿਆਂ ਨੂੰ। ਸੋ ਅੰਕਲ ਮੈਨੂੰ ਲਿਜਾ ਕੇ, ਇਹਨਾਂ ਨੇ ਉਹਨੂੰ ਫ਼ੋਨ ਕਰਕੇ ਸਕੂਲ ਵਿੱਚ ਉਹਦੇ ਨਾਲ ਅਪਾਇੰਟਮੈਂਟ ਬਣਾਈ ਹੋਈ ਸੀ, ਮੈਨੂੰ ਜਾ ਕੇ ਉਹਨੂੰ ਇੰਟਰੋਡਿਊਸ ਕਰਾਇਆ, ਉਹਨੂੰ ਦੱਸਿਆ ਕਿ ਮੈਂ ਇੰਡੀਆ ਤੋਂ ਟੀਚਿੰਗ ਦੀ ਡਿਗਰੀ ਕੀਤੀ ਹੋਈ ਆ ਔਰ ਮੈਂ ਇੱਥੇ ਚਾਹੁੰਦੀ ਹਾਂ ਸਕੂਲਸ ਦੇ ਬਾਰੇ ਜਾਣਕਾਰੀ ਲੈਣੀ। ਸੋ ਮੈਨੂੰ ਕਿ ਉਹ ਆਪਣੇ ਨਾਲ 1-2 ਸਕੂਲਸ ਦੇ ਵਿੱਚ ਇੰਟਰੋਡਿਊਸ ਕਰਾਵੇ। ਸੋ ਉਹ ਮੇਰੀ ਪਹਿਲੀ ਇੰਟਰੋਡਕਸ਼ਨ ਸੀਗੀ ਇੱਥੋਂ ਦੇ ਸਕੂਲ ਸਿਸਟਮਸ ਦੇ ਵਿੱਚ। ਔਰ ਉਹ ਤਾਂ ਲੱਭਦੇ ਸੀਗੇ ਕਿਉਂਕਿ ਉਸ ਵੇਲੇ ਟਰੂਡੋ ਨੇ ਜਦੋਂ ਦਰਵਾਜ਼ੇ ਖੋਲ੍ਹ ਦਿੱਤੇ ਸੀ ਇਮੀਗ੍ਰੇਸ਼ਨ ਵਾਸਤੇ, ਲੇਟ 60s ਅਰਲੀ 70s ਵਿੱਚ ਬਹੁਤ ਇਮੀਗ੍ਰੇਸ਼ਨ ਆਈ ਸੀਗੀ ਔਰ ਇੰਡੀਆ ਤੋਂ ਉਸ ਵੇਲੇ ਬਹੁਤ ਸਾਰੇ ਜਾਣੇ ਇੱਥੇ ਆਏ ਸੀਗੇ। ਉਹਨਾਂ ਦੇ ਬੱਚੇ ਜਿਹੜੇ ਸੀ ਉਹ ਸਕੂਲਾਂ ਦੇ ਵਿੱਚ ਸੀ। ਟੀਚਰਸ ਬਹੁਤ ਘੱਟ ਹੁੰਦੀਆਂ ਸੀ, ਇੰਡੀਅਨ ਪਿਛੋਕੜ ਦੀਆਂ ਟੀਚਰਸ ਤਾਂ ਕਿਤੇ ਹੀ ਕੋਈ ਲੱਭਦੇ ਹੁੰਦੇ ਸੀ 1-2 ਔਰ ਜਨਰਲ ਸਕੂਲ ਸਿਸਟਮ ਵਿੱਚ ਸਾਰੇ ਮਤਲਬ ਸਾਰੇ ਐਂਗਲੋ ਸੈਕਸਨ ਵਾਈਟ ਐਂਗਲੋ ਸੈਕਸਨਸ ਟੀਚਰਸ ਜ਼ਿਆਦਾ ਹੁੰਦੇ ਸੀਗੇ, ਮਾਈਨੋਰਿਟੀ ਕਮਿਊਨਿਟੀਜ਼ ਤੋਂ ਬਹੁਤ ਹੀ ਘੱਟ ਹੁੰਦੇ ਸੀ। ਸੋ ਉਹਨਾਂ ਨੂੰ ਟੀਚਰਸ ਨੂੰ ਕਈਆਂ ਚੀਜ਼ਾਂ ਦੀ ਸਮਝ ਨਹੀਂ ਸੀ ਆਉਂਦੀ, ਨਾ ਉਹਨਾਂ ਨੂੰ ਕੋਈ ਫ਼ਰਕ ਪਤਾ ਸੀਗਾ ਕਿਸੇ ਦਾ, ਕੋਈ ਰਿਲੀਜਨ ਦਾ ਨਹੀਂ ਸੀ ਕੁਛ ਪਤਾ, ਕਲਚਰ ਦਾ ਨਹੀਂ ਸੀ ਕੁਛ ਪਤਾ। ਕਈ ਵਾਰ ਬੱਚਿਆਂ ਨੇ ਖਾਣਾ ਕੋਈ ਲੈ ਕੇ ਜਾਣਾ, ਦੂਜੇ ਬੱਚਿਆਂ ਨੇ ਟੌਂਟ ਕਰਨੀ। ਸੋ ਇਸ ਕਿਸਮ ਦੀਆਂ ਚੀਜ਼ਾਂ ਕਾਫੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ। ਸੋ ਉਹ ਤਾਂ ਬਹੁਤ ਖੁਸ਼ ਹੋ ਗਏ ਕਿ ਸਾਨੂੰ ਕੋਈ ਜਾਣਾ ਇੰਡੀਅਨ ਕਮਿਊਨਿਟੀ ਤੋਂ ਵੋਲੰਟੀਅਰ ਕਰਨ ਵਾਸਤੇ ਮਿਲ ਗਿਆ। ਸੋ ਮੈਂ ਆਪਣਾ ਜਿਹੜਾ ਵੋਲੰਟੀਅਰ ਕੰਮ ਆ ਸਕੂਲਸ ਦੇ ਵਿੱਚ ਸ਼ੁਰੂ ਕਰ ਦਿੱਤਾ ਸੀਗਾ। ਉਸ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਆਈ? ਲੈਂਗੁਏਜ ਮੈਂ ਲੱਕੀਲੀ ਕਿਉਂਕਿ ਮੇਰੀ ਐਜੂਕੇਸ਼ਨ ਜਿਹੜੀ ਆ ਕੁਛ ਉਹ ਜ਼ਿਆਦਾ ਜਿਹੜੀ ਸੀਗੀ ਉਹ ਕਨਵੈਂਟ ਸਕੂਲਸ ਦੀ ਸੀਗੀ। ਸੋ ਇੰਗਲਿਸ਼ ਦੀ ਮੈਨੂੰ ਉਸ ਵੇਲੇ ਪ੍ਰੋਬਲਮ ਨਹੀਂ ਸੀ ਹੈਗੀ ਕੋਈ ਵੀ। ਸੋ ਇਸ ਕਰਕੇ ਮੇਰੇ ਲਈ ਥੋੜ੍ਹਾ ਜਿਹਾ ਈਜ਼ੀ ਹੋ ਗਿਆ। ਸੋ ਇਹ ਤਾਂ ਵੋਲੰਟੀਅਰ ਕਰਨਾ ਸ਼ੁਰੂ ਕੀਤਾ, ਜਿਹੜਾ ਆਪਾਂ ਕਹਿੰਦੇ ਕਿ ਲਿਵਿੰਗ ਦੇ ਲਈ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ, ਉਹ ਤੁਹਾਡੀ ਪਹਿਲੀ ਜੌਬ ਕੀ ਸੀ? ਲਿਵਿੰਗ ਲਈ ਇੱਦਾਂ ਹੈ ਕਿ ਪਹਿਲਾਂ ਸਭ ਤੋਂ ਮੈਨੂੰ ਅੰਕਲ ਨੇ ਇਹ ਕਿਹਾ ਵੀ ਤੂੰ ਹੋਰ ਸਾਰਾ ਕੁਝ ਭੁੱਲ ਜਾ, ਸਭ ਤੋਂ ਪਹਿਲਾਂ ਆਪਣਾ ਕੈਰੀਅਰ ਜਿਹੜਾ ਨਾ ਉਹਦੇ ਵਾਸਤੇ ਦੇਖ ਵੀ ਤੂੰ ਇੱਥੇ ਕੀ ਕਰ ਸਕਦੀ, ਜਿਹੜੀ ਕਿ ਬਹੁਤ
ਚੰਗੀ ਚੀਜ਼ ਸੀਗੀ। ਮੈਨੂੰ ਉਹਨਾਂ ਨੇ ਕੋਈ ਉਹ ਫਿਕਰ ਜਿਹੜਾ ਮੇਰੇ ਦਿਮਾਗ 'ਚੋਂ ਲਾ ਦਿੱਤਾ ਕਿ ਮੈਨੂੰ ਪੈਸੇ ਕਮਾਉਣ ਦੀ ਲੋੜ ਆ ਜਾਂ ਕਿਉਂਕਿ ਉਸ ਵੇਲੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਂ ਇੱਥੇ ਰਹਿ ਜਾਣਾ ਆ। ਅੱਛਾ। ਕਾਫੀ ਦੇਰ ਮੈਨੂੰ ਤਾਂ ਇਹ ਸੀਗਾ ਵੀ 2-3 ਮਹੀਨੇ ਮੇਰਾ ਮੇਨ ਆਬਜੈਕਟਿਵ ਸੀਗਾ ਕਿ ਸਕੂਲਸ ਜਿਹੜੇ ਆ ਉਹਨਾਂ ਦਾ ਮੈਂ ਦੇਖਾਂ ਵੀ ਇੱਥੇ ਕਿੱਦਾਂ ਰਨ ਕਰਦੇ ਆ ਸਕੂਲਸ, ਕੀ ਡਿਫਰੈਂਸ ਆ ਇੰਡੀਆ ਨਾਲੋਂ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਕੀੜਾ ਅੜਿਆ ਹੋਇਆ ਸੀਗਾ ਕਿ ਮੈਂ ਵਾਪਸ ਜਾ ਕੇ ਆਪਣਾ ਸਕੂਲ ਖੋਲ੍ਹਣਾ ਹੈਗਾ। ਸੋ ਮੈਂ ਫਿਰ ਜਦੋਂ ਸਕੂਲਸ ਦੇ ਵਿੱਚ ਵੋਲੰਟੀਅਰ ਕਰਨ ਲੱਗ ਪਈ, ਉਹਨਾਂ ਕੋਲੋਂ ਇਨਫੋਰਮੇਸ਼ਨ ਲਈ, ਫਿਰ ਮੈਨੂੰ ਇਹ ਪਤਾ ਲੱਗ ਗਿਆ ਕਿ ਮੈਂ ਕੰਮ ਨਹੀਂ ਕਰ ਸਕਦੀ। ਮੈਂ ਵੋਲੰਟੀਅਰ ਕਰ ਸਕਦੀ ਹਾਂ ਲੇਕਿਨ ਮੈਂ ਇੱਥੇ ਆਪਣੀ ਐਜੂਕੇਸ਼ਨ ਜਿਹੜੀ ਆ ਉਹਦੇ ਆਧਾਰ ਦੇ ਉੱਤੇ ਮੈਂ ਕੰਮ ਨਹੀਂ ਕਰ ਸਕਦੀ ਟੀਚਿੰਗ ਦਾ, ਅਨਲੈਸ ਮੈਂ ਵਾਪਸ ਜਾ ਕੇ ਉਹ ਆਰਗੇਨਾਈਜੇਸ਼ਨਸ ਜਿਹੜੀਆਂ ਇੱਥੇ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਹੁੰਦਾ ਸੀ, ਉਹਨਾਂ ਦਾ ਆਫਿਸ ਵਿਕਟੋਰੀਆ, ਉੱਥੇ ਅਪਲਾਈ ਕਰਨਾ ਪਿਆ ਸੀਗਾ ਆਪਣੇ ਕ੍ਰੈਡੈਂਸ਼ੀਅਲਸ ਜਿਹੜੇ ਆ ਉਹਨਾਂ ਨੂੰ ਇਵੈਲੂਏਟ ਕਰਾਉਣ ਵਾਸਤੇ। ਸੋ ਉਹ ਮੈਂ ਨਾਲ ਕਿਉਂਕਿ ਜਦੋਂ ਮੇਰੇ ਕੰਟੈਕਟਸ ਬਣ ਗਏ ਸਕੂਲਸ ਦੇ ਵਿੱਚ, ਉਹ ਕਾਉਂਸਲਰ ਨੇ ਵੀ ਮੈਨੂੰ ਗਾਈਡ ਕੀਤਾ ਕਾਫੀ, ਤਾਂ ਵੋਲੰਟੀਅਰ ਵੀ ਮੈਨੂੰ ਨੇ ਇੱਕ ਹਾਈ ਸਕੂਲ ਇੱਥੇ ਜੌਨ ਓਲੀਵਰ ਹਾਈ ਸਕੂਲ ਜਿਹੜਾ ਫਰੇਜ਼ਰ 41st ਤੇ, ਉੱਥੇ ਮੈਂ ਵੋਲੰਟੀਅਰਿੰਗ ਸ਼ੁਰੂ ਕਰ ਦਿੱਤੀ। 1-2 ਹੋਰ ਐਲੀਮੈਂਟਰੀ ਸਕੂਲ ਸੀ ਜਿਨ੍ਹਾਂ ਦੇ ਵਿੱਚ ਮੈਂ ਇੱਕ ਦਿਨ ਇੱਕ ਸਕੂਲ ਚਲੇ ਜਾਇਆ ਕਰਨਾ, ਦੂਜੇ ਸਕੂਲ ਤੀਜੇ ਸਕੂਲ, ਇੱਦਾਂ ਕਰਕੇ 3 ਸਕੂਲਸ ਦੇ ਵਿੱਚ ਮੈਂ ਵੋਲੰਟੀਅਰਿੰਗ ਸ਼ੁਰੂ ਕਰਤੀ। ਸੋ ਉਹਦੇ ਨਾਲ ਆਪਣੇ ਜਿਹੜੇ ਕ੍ਰੈਡੈਂਸ਼ੀਅਲਸ ਇਵੈਲੂਏਟ ਕਰਨ ਲਈ ਭੇਜਦੇ, ਉਹਨਾਂ ਦਾ ਵੀ ਮੈਨੂੰ ਥੋੜ੍ਹੀ ਦੇਰ ਬਾਅਦ ਜਵਾਬ ਆ ਗਿਆ। ਉਹਨਾਂ ਨੇ ਉਸ ਵੇਲੇ ਆਪਣੇ ਹਿਸਾਬ ਨਾਲ ਇਵੈਲੂਏਟ ਕੀਤਾ ਸੀ, ਡਿਫਰੈਂਟ ਸਿਸਟਮ ਸੀਗਾ। BA ਦਾ ਮੈਨੂੰ ਕ੍ਰੈਡਿਟ ਨਹੀਂ ਦਿੱਤਾ ਪੂਰਾ। ਅੱਛਾ। BEd ਦਾ ਮੈਨੂੰ ਕ੍ਰੈਡਿਟ ਦੇ ਦਿੱਤਾ। ਤਾਂ ਮੈਨੂੰ ਕਹਿੰਦੇ ਤੈਨੂੰ ਆ BA ਦੁਬਾਰਾ ਜਾ ਕੇ ਕਰਨੀ ਪੈਣੀ ਹੈ। ਵਾਹ। ਸੋ ਉਹਦੇ ਵਾਸਤੇ ਮੈਨੂੰ ਲੰਗਿਆਰਾ ਕਾਲਜ ਐਡਮਿਸ਼ਨ ਲੈਣਾ ਪਿਆ। ਉੱਥੇ ਮੈਂ, ਕਿਉਂਕਿ ਉੱਥੇ ਥੋੜ੍ਹਾ ਜਿਹਾ ਈਜ਼ੀ ਸੀਗਾ, ਬਜਾਏ ਸੇਮ ਕ੍ਰੈਡਿਟ ਮਿਲਦੇ ਜਿਹੜੇ ਯੂਨੀਵਰਸਿਟੀ ਦੇ ਆ। ਸੋ ਮੈਂ ਉੱਥੇ ਜਾਣਾ ਤਾਂ ਸ਼ੁਰੂ ਕਰਤਾ। ਜਿਹੜੇ ਮੈਂ ਸਾਈਕੋਲੋਜੀ ਲਈ, ਇੰਗਲਿਸ਼ ਲਈ, ਕੈਨੇਡੀਅਨ ਹਿਸਟਰੀ ਲਈ, ਬਿਕਾਜ਼ ਉਹਦੇ ਨਾਲ ਕੈਨੇਡੀਅਨ ਹਿਸਟਰੀ ਬਾਰੇ ਮੈਨੂੰ ਬਹੁਤਾ ਬਿਲਕੁਲ ਵੀ ਨਹੀਂ ਸੀ ਕੁਝ ਪਤਾ ਹੈਗਾ। ਸੋ ਜਦੋਂ ਮੈਂ ਉੱਥੇ ਕੋਰਸਿਸ ਲੈ ਰਹੀ ਸੀਗੀ, ਮੈਨੂੰ ਇਹ ਲੱਗਾ ਕਿ ਜਿਹੜੇ ਬਹੁਤੇ ਕੋਰਸ ਜਿੱਦਾਂ ਸਾਈਕੋਲੋਜੀ ਦਾ ਜਾਂ ਇੰਗਲਿਸ਼ ਲਿਟਰੇਚਰ ਦੀਆਂ ਜਿਹੜੀਆਂ ਕੁਝ ਚੀਜ਼ਾਂ ਸੀਗੀਆਂ, ਉਹ ਮੈਂ ਆਲਰੇਡੀ ਕੁਝ ਕੀਤੀਆਂ ਹੋਈਆਂ ਸੀਗੀਆਂ, ਲੇਕਿਨ ਜਿਹੜੀ ਮੈਨੂੰ ਚੀਜ਼ ਦੀ ਲੋੜ ਸੀਗੀ ਉਹ ਸੀਗੀ ਮੈਥਡੋਲੋਜੀ ਦੀ। ਅੱਛਾ। ਜਿਹੜੀ ਕਿ ਤੁਸੀਂ BEd ਵਿੱਚ ਕਰਦੇ ਆ, ਉਹਦਾ ਮੈਨੂੰ ਇਹਨਾਂ ਨੇ ਕ੍ਰੈਡਿਟ ਦੇ ਦਿੱਤਾ ਕਿ ਉਹ ਤੇਰਾ ਪਾਸ ਹੈ, ਤੈਨੂੰ BEd ਨਹੀਂ ਦੁਬਾਰਾ ਕਰਨੀ ਪਊਗੀ, ਕਿਉਂਕਿ ਇਹ ਦੇਖਦੇ ਸੀ ਸਿਰਫ ਮਾਰਕਸ। ਮੇਰੇ ਮਾਰਕਸ BEd ਵਿੱਚ ਜਿਹੜੇ ਸੀਗੇ ਉਹ ਫਸਟ ਕਲਾਸ ਦੇ ਸੀਗੇ, ਜਿਹੜੇ BA ਦੇ ਵਿੱਚ ਸੀਗੇ ਉਹ ਘੱਟ ਸੀਗੇ ਥੋੜ੍ਹੇ। ਤਾਂ ਇਸ ਕਰਕੇ ਇੱਥੋਂ ਦੇ ਹਿਸਾਬ ਨਾਲ ਉਹ C ਦੇ ਵਿੱਚ ਆ ਜਾਂਦੇ ਸੀ, ਉੱਥੋਂ ਦੇ ਹਿਸਾਬ ਨਾਲ ਉਹ ਸੈਕੰਡ ਡਿਵੀਜ਼ਨ। ਸੋ ਕੁੱਲ ਮਿਲਾ ਕੇ ਦੁਬਾਰਾ ਪੜ੍ਹਨਾ ਪਿਆ। ਸੋ ਦੁਬਾਰਾ ਪੜ੍ਹਨਾ ਪਿਆ ਮੈਨੂੰ। ਲੇਕਿਨ ਉਹਦਾ ਮੈਨੂੰ ਇਹ ਹੋ ਗਿਆ ਕਿ ਜਦੋਂ ਮੈਂ ਜਦੋਂ ਮੈਂ ਕਾਲਜ ਜਾ ਰਹੀ ਸੀਗੀ, ਫਿਰ ਮੈਂ ਨਾਲ ਜੋਬ ਲੱਭਣੀ ਸ਼ੁਰੂ ਕੀਤੀ। ਸੋ ਮੈਨੂੰ ਕਾਲਜ ਦੇ ਵਿੱਚ ਉੱਥੇ ਲਾਇਬ੍ਰੇਰੀ ਦੇ ਵਿੱਚ ਪਾਰਟ ਟਾਈਮ ਜੋਬ ਮਿਲ ਗਈ। ਅੱਛਾ। ਕਾਲਜ ਦੇ ਵਿੱਚ ਹੀ। ਸੋ ਮੈਂ ਉੱਥੇ ਲਾਇਬ੍ਰੇਰੀ ਦੇ ਵਿੱਚ ਜੋਬ ਲੈ ਲਈ, ਸਰਕੂਲੇਸ਼ਨ ਡੈਸਕ ਦੇ ਉੱਤੇ, ਜਾਂ ਬੁੱਕਸ ਜਿਹੜੀਆਂ ਸ਼ੈਲਫਸ ਦੇ ਉੱਤੇ ਫਾਈਲ ਕਰਨੀਆਂ ਜਦੋਂ ਬੱਚੇ ਵਾਪਸ ਲਿਆਉਂਦੇ ਆ ਜਾਂ ਐਡਲਟਸ ਵਾਪਸ ਲਿਆਉਂਦੇ ਆ ਕਿਤਾਬਾਂ, ਇੱਦਾਂ ਦਾ ਕੰਮ ਮੈਂ ਉੱਥੇ ਕਾਲਜ ਦੇ ਵਿੱਚ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਉੱਥੇ ਹੋਰ ਵਾਕਫੀਅਤ ਥੋੜ੍ਹੀ ਜਿਹੀ ਹੋ ਗਈ, ਹੌਲੀ ਇੱਕ ਮੇਰੀ ਕਲਾਸ ਦੇ ਵਿੱਚ ਹੋਰ ਲੜਕੀ ਸੀਗੀ ਜਿਹਦਾ ਹਸਬੈਂਡ ਇੱਥੇ ਮੈਡੀਕਲ ਕਲੀਨਿਕ ਦੇ ਵਿੱਚ ਕੰਮ ਕਰਦਾ ਸੀ, ਮੈਨੇਜ ਕਰਦਾ ਸੀਗਾ ਮੈਡੀਕਲ ਕਲੀਨਿਕ ਨੂੰ, ਗ੍ਰੈਨਵਿਲ ਤਾਂ 7th ਤੇ। ਉਹਦੇ ਥਰੂ ਮੈਂ ਉਹਨੂੰ ਕਿਹਾ ਵੀ ਮੈਨੂੰ ਤਾਂ ਜੋਬ ਚਾਹੀਦੀ ਆ ਨਾਲ ਕੁਝ ਵੀ, ਮੈਂ ਤਾਂ ਸਿਰਫ ਵੋਲੰਟੀਅਰ ਕੰਮ ਹੀ ਕਰ, ਕਿਉਂਕਿ ਮੈਂ ਚਾਹੁੰਦੀ ਸੀ ਵੀ ਮੈਂ ਇੰਡੀਪੈਂਡੈਂਟ ਹੋਵਾਂ ਥੋੜ੍ਹੀ। ਸੋ ਉਹਦੇ ਥਰੂ ਉਹਨੇ ਆਪਣੇ ਹਸਬੈਂਡ ਨਾਲ ਗੱਲ ਕੀਤੀ ਵੀ ਜੇ ਕੋਈ ਇੱਦਾਂ ਨਵੀਂ ਕੁੜੀ ਆਈ ਹੋਈ ਹੈ ਇੱਥੇ, ਵੀ ਜੇ ਕੋਈ ਜੋਬ ਉਹਨੂੰ ਮਿਲ ਸਕਦੀ, ਕਿਉਂਕਿ ਇਨ ਦ ਮੀਨ ਟਾਈਮ ਮੈਨੂੰ ਇਹ ਪਤਾ ਲੱਗ ਗਿਆ ਵੀ ਮੈਂ ਜੇ ਕਾਲਜਸ ਸਕੂਲਸ ਦੇ ਵਿੱਚ ਕਿਤੇ ਕੰਮ ਕਰਨਾ ਇੱਥੇ, ਤਾਂ ਮੈਨੂੰ ਇਮੀਗ੍ਰੇਸ਼ਨ ਦੀ ਲੋੜ ਪੈਣੀ ਹੈ। ਅੱਛਾ। ਸੋ ਨਾਲੋਂ ਨਾਲੇ 2-3 ਚੀਜ਼ਾਂ ਆਪਣੇ ਅੰਕਲ ਦੀ ਗਾਈਡੈਂਸ ਦੇ ਨਾਲ, ਜਿਹੜੀ ਕਿ ਬਹੁਤ ਇੰਪੋਰਟੈਂਟ ਚੀਜ਼ ਹੈ। ਜਦੋਂ ਕੋਈ ਨਵਾਂ ਬੰਦਾ ਆਉਂਦਾ ਨਾ, ਜੇ ਉਹਨੂੰ ਕੋਈ ਸਿੱਧੇ ਰਸਤੇ ਪਾ ਦੇਵੇ ਉਸ ਵੇਲੇ, ਤਾਂ ਤੁਸੀਂ ਪੈ ਜਾਂਦੇ ਆ। ਜੇ ਤੁਸੀਂ ਉਸ ਵੇਲੇ ਛੱਡ ਦਿਓ ਤਾਂ ਪੈਸੇ ਹੀ ਇਕੱਲੇ ਬਣਾਉਣ ਲੱਗ ਪਓ, ਫਿਰ ਤੁਸੀਂ ਉਧਰ ਨੂੰ ਲੱਗ ਜਾਂਦੇ, ਫਿਰ ਤੁਹਾਡੀ ਬਾਕੀ ਚੀਜ਼ਾਂ ਰਹਿ ਜਾਂਦੀਆਂ। ਤੁਸੀਂ ਲੱਕੀ ਰਹੇ ਕਿ ਅੰਕਲ ਨੇ ਤੁਹਾਨੂੰ ਐਜੂਕੇਸ਼ਨ ਵਾਲੇ ਪਾਸੇ ਪਾ ਦਿੱਤਾ, ਨਹੀਂ ਤਾਂ ਆਉਂਦੇ ਸਾਰੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪਹਿਲਾਂ ਪੈਰ ਜਮਾ ਲਓ ਤੁਸੀਂ ਆਪਣੇ, ਐਗਜ਼ੈਕਟਲੀ, ਉਸ ਤੋਂ ਬਾਅਦ ਫਿਰ ਜੋ ਕਰਨਾ ਹੋਊਗਾ ਬਾਅਦ 'ਚ ਕਰ ਲਿਓ। ਅਕਸਰ ਇਹ ਸਲਾਹ ਦਿੱਤੀ ਜਾਂਦੀ ਹੈ। ਰਾਈਟ। ਖੈਰ, ਜਦੋਂ ਤੁਸੀਂ ਇੱਥੇ ਆ ਗਏ,
ਇੰਡੀਆ ਵਾਪਸ ਫਿਰ ਕਿੰਨੀ ਦੇਰ ਬਾਅਦ ਗਏ? ਇੰਡੀਆ ਤਾਂ ਬਹੁਤ ਦੇਰ ਬਾਅਦ, ਮੇਰੇ ਖਿਆਲ ਮੈਂ ਪਹਿਲੀ ਵਾਰ 7 ਸਾਲ ਬਾਅਦ ਫਿਰ ਗਈ, ਕਿਉਂਕਿ ਉੱਥੇ ਕਾਲਜ ਵਿੱਚ ਜਿੱਥੇ ਮੈਂ ਆਪਣੇ ਅਪਗ੍ਰੇਡਿੰਗ ਵਾਸਤੇ ਮੈਨੂੰ ਭੇਜਿਆ ਗਿਆ ਸੀਗਾ BA ਕਰਨ ਵਾਸਤੇ, ਉੱਥੇ ਮੈਂ ਲਾਏ ਤਾਂ 2 ਸਮੈਸਟਰ। ਉਸ ਤੋਂ ਬਾਅਦ ਮੈਂ ਜਾ ਕੇ ਫਿਰ ਉਹਨਾਂ ਨੂੰ ਦੱਸਿਆ ਵੀ ਤੁਸੀਂ ਜਿਹੜੀ ਮੇਰੀ ਇਵੈਲੂਏਸ਼ਨ ਕੀਤੀ ਆ ਉਹ ਗਲਤ ਆ। ਜਿਹੜੇ ਤੁਸੀਂ ਮੈਨੂੰ ਕੋਰਸ ਕਹਿ ਰਹੇ ਹੋ ਕਰਨ ਵਾਸਤੇ, ਇੱਕ ਕੈਨੇਡੀਅਨ ਹਿਸਟਰੀ ਜਿਹੜੀ ਆ ਉਹ ਮੈਨੂੰ ਬਹੁਤ ਕੰਮ ਆਈ ਹੈ, ਲੇਕਿਨ ਉਸ ਤੋਂ ਇਲਾਵਾ ਦੂਜੇ ਸਬਜੈਕਟ ਜਿਹੜੇ ਮੇਰੀ ਰੈਪੂਟੇਸ਼ਨ ਬਹੁਤ ਜ਼ਿਆਦਾ ਹੈ। ਲੇਕਿਨ ਜਿਹੜੀ ਚੀਜ਼ ਦੀ ਮੈਨੂੰ ਲੋੜ ਆ ਉਹ ਹੈਗੀ ਆ ਇੱਥੋਂ ਦੀ ਮੈਥਡੋਲੋਜੀ ਜਿਹੜੀ ਕਿ ਐਜੂਕੇਸ਼ਨ B.Ed ਦੇ ਕੋਰਸਿਸ ਜਿਹੜੇ 400 ਲੈਵਲ ਦੇ ਆ ਉੱਥੋਂ ਮਿਲਣੀ ਹੈ ਮੈਨੂੰ। ਮੈਂ ਕਿਹਾ ਉਹ ਤੁਸੀਂ ਮੈਨੂੰ ਕ੍ਰੈਡਿਟ ਦੇ ਦਿੱਤਾ। ਸੋ ਮੈਂ ਕਿਹਾ ਵੀ ਮੈਂ ਚਾਹੁੰਦੀ ਹਾਂ ਵੀ ਤੁਸੀਂ ਮੈਨੂੰ ਫਸਟ ਈਅਰ ਦੇ ਕੋਰਸਿਸ ਨਾ ਦਿਓ, ਤੁਸੀਂ ਮੈਨੂੰ 4th ਈਅਰ ਦੇ ਕੋਰਸਿਸ ਦਿਓ ਜਿਹੜੇ ਮੈਂ ਐਜੂਕੇਸ਼ਨ ਦੇ ਮੈਥਡੋਲੋਜੀ ਪਤਾ ਕਰ ਸਕਾਂ। ਫਾਈਨਲੀ 15-20 ਮਿੰਟ ਲਾ ਕੇ ਉੱਥੇ ਰਜਿਸਟਰਾਰ ਦੇ ਨਾਲ ਵਿਕਟੋਰੀਆ ਜਾਣਾ ਪਿਆ ਸੀ ਮੈਨੂੰ ਗੱਲ ਕਰਨ ਵਾਸਤੇ। ਉਹ ਮੰਨ ਗਏ ਮੇਰੀ ਰਿਕੁਐਸਟ ਜਿਹੜੀ ਸੀਗੀ। 2 ਸਮੈਸਟਰਸ ਤੋਂ ਬਾਅਦ ਫਿਰ ਮੈਂ UBC ਮੈਥਡੋਲੋਜੀ ਦੇ ਜਿਹੜੇ ਕੋਰਸਿਸ ਸੀਗੇ ਉਹਨਾਂ ਵਿੱਚ ਆਪਣਾ ਐਡਮਿਸ਼ਨ ਲੈ ਲਿਆ। ਤਾਂ ਉਹਨਾਂ ਨੇ ਮੈਨੂੰ ਇਸ ਕੰਡੀਸ਼ਨ 'ਤੇ ਦਿੱਤਾ ਵੀ ਅਸੀਂ ਤੈਨੂੰ ਸਿਰਫ 2 ਕੋਰਸ ਦੀ ਪਰਮਿਸ਼ਨ ਦਿਆਂਗੇ, ਜੇ ਤੂੰ ਉਹਦੇ ਵਿੱਚ ਤੇਰੇ ਨੰਬਰ ਠੀਕ ਆ ਗਏ ਫਿਰ ਤੂੰ ਬਾਕੀ ਉਹੀ 4th ਲੈਵਲ ਦੇ ਕਰ ਸਕਦੀ ਹਾਂ, ਨਹੀਂ ਤਾਂ ਤੈਨੂੰ ਵਾਪਸ ਆ ਕੇ ਫਿਰ BA ਦਾ ਉਹ ਫਸਟ ਈਅਰ ਤੋਂ ਸ਼ੁਰੂ ਕਰਨਾ ਪਊਗਾ। ਸੋ ਐਜੂਕੇਸ਼ਨ ਦਾ ਸਿਲਸਿਲਾ ਤੁਹਾਡਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਤੁਸੀਂ ਆਪ ਵੀ ਟੀਚਰ ਬਣ ਗਏ। ਉਸ ਤੋਂ ਬਾਅਦ ਤੁਸੀਂ ਕਾਲਜ ਦੇ ਵਿੱਚ ਵੀ ਇੰਸਟਰਕਟਰ ਰਹੇ। ਮੈਂ ਥੋੜ੍ਹਾ ਜਿਹਾ ਜਿਹੜਾ ਸਾਡੇ ਸੁਣਨ ਵਾਲੇ ਇਸ ਵੇਲੇ ਸਾਹ ਰੋਕ ਕੇ ਬੈਠੇ ਹੋਣਗੇ ਕਿ ਨਵਜੋਤ ਨੇ ਪਿਛਲੇ ਹਿੱਸੇ ਦੇ ਵਿੱਚ ਕਿਹਾ ਸੀ ਕਿ ਫਿਰ ਆਪਣੀ ਪਸੰਦ ਦੇ ਮੁੰਡੇ ਦੇ ਨਾਲ ਵਿਆਹ ਕਰਨ ਦਾ ਜਿਹੜਾ ਇਰਾਦਾ ਸੀ ਉਹ ਕਿਵੇਂ ਫਿਰ ਪੂਰਾ ਹੋਇਆ? ਤੁਸੀਂ ਛੋਟੀਆਂ ਜ਼ਿੱਦਾਂ ਕੀਤੀਆਂ ਜਾਂ ਤੁਸੀਂ ਉਹਨੂੰ ਇਰਾਦੇ ਦਾ ਨਾਮ ਦੇ ਦਿਓ ਕਿ ਵੀ ਮੈਂ ਭਾਈ ਡਾਕਟਰ ਨਹੀਂ ਬਣਨਾ, ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੁਸੀਂ ਨਹੀਂ ਮੰਨੇ। ਦੈਨ ਤੁਹਾਡੇ ਲਈ ਚੈਲੰਜ ਆਇਆ, ਉੱਥੇ ਤੁਸੀਂ ਸਕੂਲ 'ਚ ਸ਼ਿਮਲਾ ਪੜ੍ਹਾਉਣਾ ਚਾਹੁੰਦੇ ਸੀ ਜਾ ਕੇ, ਫਿਰ ਜੌਬ ਕਰਨ ਦੇ ਵਿੱਚ ਵੀ ਚੈਲੰਜ ਆਇਆ, ਪਰ ਤੁਸੀਂ ਉੱਥੇ ਵੀ ਉਹ ਜਿਹੜੀ ਰੁਕਾਵਟ ਸੀ ਉਹਨੂੰ ਦੂਰ ਕਰ ਲਿਆ। ਤੀਜੀ ਚੀਜ਼ ਤੁਹਾਡੀ ਇਹ ਸੀ ਕਿ ਵੀ ਮੈਂ ਕੈਨੇਡਾ ਜਾਣਾ, ਅੜਿੱਕਾ ਫਿਰ ਪਿਆ, ਉਹਨੂੰ ਵੀ ਤੁਸੀਂ ਦੂਰ ਕਰ ਲਿਆ। ਪਰ ਨਾਲ ਇਹ ਵੀ ਗੱਲ ਸੀ ਕਿ ਵਿਆਹ ਕਰਾਉਣਾ ਤੇ ਆਪਣੀ ਪਸੰਦ ਦੇ ਮੁੰਡੇ ਦੇ ਨਾਲ ਕਰਾਉਣਾ। ਮੁੰਡਾ ਕਿਵੇਂ ਮਿਲਿਆ? ਉਹ ਇੱਦਾਂ ਸੀਗਾ ਕਿ ਜਦੋਂ ਮੈਂ ਕਾਲਜ ਜੁਆਇਨ ਕੀਤਾ ਤਾਂ ਪਹਿਲੇ ਸਮੈਸਟਰ ਦੇ ਵਿੱਚ ਹੀ ਮੈਂ ਉੱਥੇ ਬੈਠੀ ਸੀਗੀ ਕਾਲਜ, ਆਪਣੇ ਕਲਾਸਿਸ ਅਟੈਂਡ ਕਰਕੇ ਤਾਂ ਵੇਟ ਕਰ ਰਹੀ ਸੀਗੀ ਕਿਸੇ ਚੀਜ਼ ਦੀ। ਅੱਛਾ। ਤਾਂ ਉੱਥੇ ਉਜਲ ਬਾਈ ਚਾਂਸ ਇਹਨਾਂ ਨੂੰ ਇਹ ਸਕਾਲਰਸ਼ਿਪਸ ਦਾ ਬਰਸਰੀਜ਼ ਲਈ ਅਪਲਾਈ ਕਰਦੇ ਹੁੰਦੇ ਸੀ ਉਦੋਂ। ਇਹ ਵੀ ਉੱਥੇ ਨਵਾਂ ਕਾਲਜ ਉਦੋਂ ਖੁੱਲ੍ਹਿਆ ਸੀਗਾ ਲੰਗਿਆਰਾ, ਤਾਂ ਇਹਨਾਂ ਨੇ ਵੀ ਉੱਥੇ ਐਡਮਿਸ਼ਨ ਲਈ ਹੋਈ ਸੀਗੀ। ਤਾਂ ਇਹ ਉੱਥੇ ਜਿੱਥੇ ਮੈਂ ਬੈਠੀ ਸੀ ਉਹਦੇ ਨਾਲ ਹੀ ਥੋੜ੍ਹੀ ਦੂਰ 'ਤੇ ਨੋਟਿਸ ਬੋਰਡ ਸੀਗਾ, ਉੱਥੇ ਖੜ੍ਹੇ ਆਪਣਾ ਨਾਂ ਦੇਖ ਰਹੇ ਸੀਗੇ ਵੀ ਇਹਨਾਂ ਦਾ ਨਾਮ ਬਰਸਰੀਜ਼ ਵਾਸਤੇ ਜਾਂ ਸਕਾਲਰਸ਼ਿਪ ਲਈ ਆਇਆ ਕਿ ਨਹੀਂ ਆਇਆ। ਅੱਛਾ। ਸੋ ਇਹ ਉੱਥੇ ਦੇਖਿਆ, ਇਹਨਾਂ ਨੇ ਮੈਨੂੰ ਦੇਖਿਆ ਉੱਥੇ ਬੈਠੀ ਨੂੰ, ਤਾਂ ਇਹਨਾਂ ਨੂੰ ਦੇਖਿਆ ਵੀ ਇੰਡੀਆ ਤੋਂ ਕੁੜੀ ਸਾੜੀ ਪਾਈ ਹੋਈ ਆ, ਤਾਂ ਇੰਡੀਅਨ ਕੁੜੀ ਆ ਲੱਗਦੀ। ਉਸ ਜ਼ਮਾਨੇ ਵਿੱਚ ਜਦੋਂ ਕੋਈ ਇੰਡੀਆ ਤੋਂ ਬੰਦਾ ਆਉਂਦਾ ਸੀ ਨਾ, ਸਾਰੇ ਜਾ ਕੇ ਜਲਦੀ ਇੱਕ ਦੂਜੇ ਨੂੰ ਹੈਲੋ ਕਰਦੇ ਸੀਗੇ, ਸਪੋਰਟ ਕਰਦੇ ਸੀ ਕੀ ਹਾਲ ਚਾਲ ਆ, ਕਿਉਂਕਿ ਬਹੁਤ ਇੰਨੇ ਜ਼ਿਆਦਾ ਬੰਦੇ ਨਹੀਂ ਸੀਗੇ। ਸੋ ਇਹ ਆਪਣੇ ਦੇਖ ਕੇ ਸਕਾਲਰਸ਼ਿਪ ਦਾ ਆਪਣਾ ਤਾਂ ਮੇਰੇ ਵੱਲ ਨੂੰ ਆ ਗਏ। ਸੋ ਮੇਰੇ ਨਾਲ ਫਿਰ ਇਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੋਂ। ਪਹਿਲਾ ਕੁਐਸਚਨ ਇਹਨਾਂ ਦਾ ਇਹ ਸੀਗਾ ਵੀ ਤੁਹਾਡਾ ਪਿੰਡ ਕਿਹੜਾ ਹੈ? ਅੱਛਾ। ਮੈਂ ਕਿਹਾ ਵੀ ਦੈਟਸ ਨਨ ਆਫ ਯੋਰ ਬਿਜ਼ਨਸ। ਸੋ ਸਾਡੀ ਜਿਹੜੀ ਮੁਲਾਕਾਤ ਸੀ ਉਹ ਉੱਥੋਂ ਸ਼ੁਰੂ ਹੋਈ ਸੀਗੀ। ਅੱਛਾ। ਬਿਕਾਜ਼ ਮੈਂ ਤਾਂ ਐਕਚੁਅਲੀ ਪਿੰਡਾਂ ਵਿੱਚ ਬਹੁਤਾ ਰਹੀ ਨਹੀਂ ਸੀਗੀ, ਕਦੇ ਬਾਹਰ ਹੀ ਰਹੇ, ਤੁਹਾਨੂੰ ਜਿੱਦਾਂ ਦੱਸਿਆ। ਸੋ ਮੈਨੂੰ ਉਸ ਕੁਐਸਚਨ ਦਾ ਸਮਝ ਨਹੀਂ ਲੱਗੀ ਵੀ ਕਿਉਂ ਮੈਨੂੰ ਪੁੱਛਿਆ ਗਿਆ ਵੀ ਮੇਰਾ ਪਿੰਡ ਕਿਹੜਾ ਹੈ। ਤਾਂ ਮੈਂ ਇੱਕਦਮ ਅਚਾਨਕ ਜਿਹੜਾ ਦਿਮਾਗ ਦੇ ਵਿੱਚ ਆਇਆ ਉਹ ਜਵਾਬ ਦੇ ਦਿੱਤਾ ਉਹਨਾਂ ਨੂੰ। ਸੋ ਇੱਦਾਂ ਸ਼ੁਰੂ ਹੋਇਆ ਕੰਮ। ਉਸ ਤੋਂ ਬਾਅਦ ਹੌਲੀ ਅਸੀਂ ਇੱਕ ਦੂਜੇ ਨੂੰ ਫਿਰ ਜਾਣਨ ਲੱਗ ਪਏ ਔਰ ਗੱਲਾਂ ਜਿੱਦਾਂ ਕਰਦੇ ਰਹੇ। ਫਿਰ ਇੱਥੇ ਜਿੱਦਾਂ ਪੇਪਰਸ, ਤੁਹਾਨੂੰ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਇੰਡੀਆ ਵਿੱਚ ਤਾਂ ਹੈ ਨਾ ਵੀ ਘੋਟਾ ਲਾ ਲਓ ਤਾਂ ਤੁਸੀਂ ਸਵਾਲ ਜਵਾਬ ਆਪਣੇ ਲਿਖ ਲਓ ਐਗਜ਼ਾਮਸ ਦੇ ਵਿੱਚ। ਇੱਥੇ ਤੁਹਾਨੂੰ ਰਿਸਰਚ ਕਰਕੇ ਪੇਪਰ ਲਿਖਣੇ ਪੈਂਦੇ ਆ ਔਰ ਜ਼ਿਆਦਾ ਕੋਰਸਿਸ ਦੇ ਵਿੱਚ ਤੁਹਾਨੂੰ ਪੇਪਰ ਲਿਖਣੇ ਪੈਂਦੇ ਸੀਗੇ। ਮੈਨੂੰ ਫਿਰ ਉਹਦੇ ਵਿੱਚ ਦਿੱਕਤ ਆਈ ਕਿਉਂਕਿ ਮੈਂ ਜਿਹੜੇ ਸਿਸਟਮ ਦੇ ਵਿੱਚ ਪੜ੍ਹੀ ਸੀ
ਉਹ ਡਿਫਰੈਂਟ ਸੀ ਇੱਥੋਂ ਨਾਲੋਂ ਕਾਫੀ। ਅੱਛਾ। ਤਾਂ ਉਹ ਇੱਕ ਦਿਨ ਮੈਂ ਇਹਨਾਂ ਨਾਲ ਗੱਲ ਕੀਤੀ ਵੀ ਇੱਥੇ ਜਿਹੜਾ ਪੇਪਰਸ ਦਾ ਸਿਸਟਮ ਹੈਗਾ ਵੀ ਮੈਨੂੰ ਤਾਂ ਇਹਦੀ ਸਮਝ ਨਹੀਂ ਲੱਗਦੀ ਬਿਲਕੁਲ। ਸੋ ਫਿਰ ਇਹਨਾਂ ਨੇ ਮੈਨੂੰ ਉਹਦੇ ਬਾਰੇ ਥੋੜ੍ਹਾ ਹੋਰ ਦੱਸਣਾ ਸ਼ੁਰੂ ਕੀਤਾ, ਕਹਿੰਦੇ ਮੈਂ ਤੇਰੀ ਹੈਲਪ ਕਰਾਉਣਾ। ਅੱਛਾ। ਸੋ ਇਹਨਾਂ ਨੇ ਮੇਰੇ ਪੇਪਰ ਵਗੈਰਾ ਲਿਖਣ ਵਿੱਚ ਫਿਰ ਕਾਫੀ ਇੱਕ ਦੂਜੇ ਮੇਰੀ ਹੈਲਪ ਕਰਦੇ ਰਹੇ, ਦੱਸਦੇ ਰਹੇ। ਸੋ ਉੱਥੋਂ ਅੰਡਰਸਟੈਂਡਿੰਗ ਜਿਹੜੀ ਤੁਹਾਡੀ ਡਿਵੈਲਪ ਹੋ ਗਈ। ਹੌਲੀ ਹੌਲੀ ਸਾਡੀ ਜਿਹੜੀ ਫਰੈਂਡਸ਼ਿਪ ਆ ਉਹ ਜ਼ਿਆਦਾ ਵੱਧ ਗਈ। ਇੱਕ ਦੂਜੀ ਚੀਜ਼ ਇਹ ਸੀਗੀ ਵੀ ਇਹ ਕਮਿਊਨਿਟੀ ਦੇ ਵਿੱਚ ਵੀ ਕਾਫੀ ਇਨਵੋਲਵ ਸੀਗੇ ਤੇ ਮੈਂ ਇੰਡੀਪੈਂਡੈਂਟਲੀ ਆਪਣੇ ਅੰਕਲ ਦੇ ਦੱਸੇ ਰਸਤੇ ਤੇ ਚਲਦੀ ਚਲਦੀ ਇੱਕ ਤਾਂ ਮੈਂ ਐਜੂਕੇਸ਼ਨ ਵੱਲ ਜਾਣ ਲੱਗ ਪਈ। ਇੱਕ ਅੰਕਲ ਮੈਨੂੰ ਲੈ ਕੇ ਗਏ ਸੀ ਰੌਸ ਸਟਰੀਟ ਗੁਰਦੁਆਰੇ ਉਸ ਵੇਲੇ। ਅੱਛਾ। ਔਰ ਰੌਸ ਸਟਰੀਟ ਗੁਰਦੁਆਰਾ ਜਿਹੜਾ ਹੈ ਉਸ ਵੇਲੇ ਇੰਨਾ ਪ੍ਰੋਗਰੈਸਿਵ ਤਰੀਕੇ ਨਾਲ ਸੈਮੀਨਾਰਸ ਕਰਦੇ ਹੁੰਦੇ ਸੀਗੇ UBC ਕੰਟੀਨਿਊਇੰਗ ਐਜੂਕੇਸ਼ਨ ਦੇ ਨਾਲ ਰਲ ਕੇ, ਕਿਉਂਕਿ ਆਪਣੀ ਇਮੀਗ੍ਰੇਸ਼ਨ ਕਾਫੀ ਤੁਹਾਨੂੰ ਦੱਸਿਆ ਵੀ ਹੈਵੀ ਉਸ ਵੇਲੇ ਸੀਗੀ। ਕਾਫੀ ਲੋਕੀ ਨਵੇਂ ਆਏ ਸੀ ਤੇ ਜਿਹੜੇ ਇੱਥੋਂ ਦੇ ਪ੍ਰੋਫੈਸ਼ਨਲ ਸੀਗੇ, ਡਾਕਟਰਸ, ਨਰਸਸ, ਸੋਸ਼ਲ ਵਰਕਰਸ, ਟੀਚਰਸ, ਉਹਨਾਂ ਨੂੰ ਬਹੁਤ ਸਾਰੇ ਕੁਐਸਚਨਸ ਜਿਹੜੇ ਉਹਨਾਂ ਦੇ ਦਿਮਾਗਾਂ 'ਚ ਪੈਦਾ ਹੁੰਦੇ ਸੀ, ਉਹ ਉਹਨਾਂ ਦੇ ਬਾਰੇ ਕੁਝ ਸਵਾਲ ਜਵਾਬ ਚਾਹੁੰਦੇ ਸੀਗੇ। ਤਾਂ ਗੁਰਦੁਆਰੇ ਵਾਲਿਆਂ ਨੇ, ਐਗਜ਼ੈਕਟਿਵ ਨੇ UBC ਨਾਲ ਰਲ ਕੇ ਇਹਨਾਂ ਨੇ ਹਫਤੇ ਵਿੱਚ ਇੱਕ ਦਿਨ ਸ਼ਾਮ ਦੇ ਵੇਲੇ ਸੈਮੀਨਾਰ ਕਰਦੇ ਹੁੰਦੇ ਸੀਗੇ ਜਿੱਥੇ ਕੋਈ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹ ਸਾਈਨ ਅਪ ਕਰਕੇ ਆ ਸਕਦੇ ਸੀਗੇ। ਸੋ ਜਦੋਂ ਮੈਨੂੰ ਅੰਕਲ ਉੱਥੇ ਲੈ ਕੇ ਗਏ, ਉਹਨਾਂ ਨਾਲ ਇੰਟਰੋਡਕਸ਼ਨ ਕਰਾਈ, ਉਹਨਾਂ ਨੇ ਦੇਖਿਆ ਟੀਚਰ, ਉਹਨਾਂ ਨੇ ਮੈਨੂੰ ਐਜੂਕੇਸ਼ਨ ਦੀ ਜ਼ਿੰਮੇਵਾਰੀ ਦੇ ਦਿੱਤੀ ਵੀ ਐਜੂਕੇਸ਼ਨ ਦੀ ਵਰਕਸ਼ਾਪ ਜਿਹੜੀ ਆ ਬਈ ਸੈਮੀਨਾਰ ਜਿਹੜਾ ਉਹ ਤੂੰ ਕਰਨਾ ਹੈਗਾ। ਸੋ ਉੱਥੇ ਮੇਰੀ ਹੋਰ ਵਾਕਫੀਅਤ ਜਿੱਦਾਂ ਫਿਰ ਪੈਦਾ ਹੋ ਗਈ ਜੀ। ਐਂਡ ਉੱਥੇ ਇੱਕ ਪ੍ਰੋਫੈਸਰ ਜਿਹੜੀ ਸੀਗੀ ਉਹ ਸੀਗੀ ਜਿਹੜੀ ਟੀਚਿੰਗ ਆਫ ਇੰਗਲਿਸ਼ ਦਾ ਜਿਹੜਾ ਐਜੂਕੇਸ਼ਨ ਦਾ ਕੋਰਸ ਹੈ B.Ed ਦਾ ਉਹ ਆਫਰ ਕਰਦੀ ਸੀ। ਉਹਨੇ ਮੈਨੂੰ ਫਿਰ ਕਿਹਾ ਤੂੰ ਆ ਕੇ ਉਹ ਕੋਰਸ ਕਿਉਂ ਨਹੀਂ ਲੈਂਦੀ ਵੀ ਇੱਥੇ ਇੰਨੀ ਇਮੀਗ੍ਰੇਸ਼ਨ ਇਸ ਵੇਲੇ ਹੋ ਰਹੀ ਆ, ਇਹ ਜਿਹੜੀ ਫੀਲਡ ਆ ਹੁਣੇ ਸ਼ੁਰੂ ਹੋਈ ਆ ਇਮੀਗ੍ਰੇਸ਼ਨ ਦੇ ਨਾਲ ਔਰ ਇਹ ਅਗਾਂਹ ਬਹੁਤ ਇਹਦੀ ਲੋੜ ਪੈਣੀ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਟੀਚਰਸ ਦੀ। ਸੋ ਮੈਂ ਕਿਹਾ ਓਕੇ, ਮੈਂ ਕਿਹਾ ਵੀ ਮੈਨੂੰ ਮੈਂ ਪਤਾ ਨਹੀਂ ਗਾ ਐਡਮਿਸ਼ਨ ਮਿਲੇਗਾ ਕਿ ਨਹੀਂ। ਉਹ ਕਹਿੰਦੀ ਤੂੰ ਜਾ ਕੇ ਅਪਲਾਈ ਕਰ, ਤੇਰੀ ਇੰਗਲਿਸ਼ ਠੀਕ ਆ, ਮੈਨੂੰ ਨਹੀਂ ਸਮਝ ਆਉਂਦੀ ਤੈਨੂੰ ਕਿਉਂ ਨਹੀਂ। ਮੈਂ ਜਾ ਕੇ ਫਿਰ UBC ਅਪਲਾਈ ਕੀਤਾ ਉਹਦੇ ਵਾਸਤੇ। ਸੋ ਜਿਹੜੇ ਮੈਨੂੰ 2 ਕੋਰਸਿਸ ਦੀ ਇਜਾਜ਼ਤ ਮਿਲੀ ਸੀਗੀ, ਇੱਕ ਮੈਂ ਉਹ ਕੋਰਸ ਲੈ ਲਿਆ ਟੀਚਿੰਗ ਆਫ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਤੇ ਦੂਜਾ ਕੋਰਸ ਜਿਹੜਾ ਸੀ ਉਹ ਸਪੈਸ਼ਲ ਐਜੂਕੇਸ਼ਨ ਦਾ ਸੀਗਾ, ਜਿਹੜੇ ਬੱਚੇ ਹੈਂਡੀਕੈਪਡ ਹੋਣ, ਸਪੈਸ਼ਲ ਨੀਡਸ ਹੋਣ, ਉਹਨਾਂ ਨੂੰ ਪੜ੍ਹਾਉਣ ਵਾਸਤੇ। ਸੋ ਇਹ ਦੋਨੋਂ ਲੈ ਕੇ ਤੇ ਉਦੋਂ ਤੱਕ ਮੈਨੂੰ ਟੀਚਿੰਗ ਸਰਟੀਫਿਕੇਸ਼ਨ ਵੀ ਮਿਲ ਗਈ ਹੋਈ ਸੀ। ਠੀਕ ਹੈ। ਸੋ ਮੈਂ ਨਾਲ ਸਬਸਟੀਟਿਊਟ ਟੀਚਿੰਗ ਕਰਦੀ ਸੀਗੀ, ਨਾਲ ਉਹ ਆਪਣਾ ਮੈਡੀਕਲ ਕਲੀਨਿਕ ਵਾਲਾ ਜੌਬ ਕਰਦੀ ਸੀਗੀ, ਨਾਲ ਕੋਰਸ ਦੋਨੋਂ ਜਿਹੜੇ ਆ ਮੈਂ ਲੈ ਕੇ ਤਾਂ ਮੈਨੂੰ ਐਡਮਿਸ਼ਨ ਮਿਲ ਗਈ ਸੀਗੀ ਉਹਦੇ। ਵੈਰੀ ਇੰਸਪਾਇਰਿੰਗ, ਬਹੁਤ ਵਧੀਆ। ਜਦੋਂ 1973 ਦੇ ਵਿੱਚ ਇਹਨਾਂ ਵੱਲੋਂ ਇੰਡੀਆ ਮਹਿਲਾ ਐਸੋਸੀਏਸ਼ਨ ਸ਼ੁਰੂ ਕੀਤੀ ਗਈ ਸੀ, ਇਹਨਾਂ ਦੱਸਿਆ ਕਿ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਹੋਂਦ ਦੇ ਵਿੱਚ ਆਈਆਂ। ਹਰ ਲੈਵਲ 'ਤੇ ਇਹਨਾਂ ਨੇ ਕੰਮ ਕੀਤਾ, ਪ੍ਰੋਵਿੰਸ਼ੀਅਲ ਲੈਵਲ 'ਤੇ ਵੀ, ਨੈਸ਼ਨਲ ਲੈਵਲ 'ਤੇ ਵੀ। ਜਿਹੜੀਆਂ ਸੰਸਥਾਵਾਂ ਦੇ ਨਾਲ ਕੰਮ ਕੀਤਾ ਉਹਨਾਂ ਦੀ ਲਿਸਟ ਬਹੁਤ ਲੰਬੀ ਹੈ। ਮੋਜ਼ੇਕ ਦੇ ਲਈ ਕੰਮ ਕੀਤਾ, ਇਸ ਤੋਂ ਇਲਾਵਾ ਵੈਨਕੂਵਰ ਸਾਊਥ ਨੇਬਰਹੁੱਡ ਹਾਊਸ ਉਹਦੇ 'ਚ ਕੰਮ ਕਰਦੇ ਰਹੇ ਨੇ। ਫੈਮਿਨਿਸਟ ਰਿਸਰਚ ਐਜੂਕੇਸ਼ਨ ਐਂਡ ਐਕਸ਼ਨ ਸੈਂਟਰ ਦੇ ਨਾਲ ਵੀ ਜੁੜੇ ਰਹੇ ਨੇ। ਵੈਨਕੂਵਰ ਏਸ਼ੀਅਨ ਹੈਰੀਟੇਜ ਮੰਥ ਸੁਸਾਇਟੀ ਉਹਦਾ ਵੀ ਇਹ ਪਾਰਟ ਰਹੇ ਨੇ। ਲੀਗਲ ਐਜੂਕੇਸ਼ਨ ਐਕਸ਼ਨ ਫੰਡ, ਇਸ ਤੋਂ ਇਲਾਵਾ ਹੋਰ ਕਈ ਆਰਗੇਨਾਈਜੇਸ਼ਨਸ ਦੇ ਬੋਰਡ ਦੇ ਇਹ ਮੈਂਬਰ ਰਹੇ ਨੇ। ਬੜੀ ਹੈਰਾਨੀ ਹੁੰਦੀ ਹੈ ਰਵਿੰਦਰ ਜੀ, ਇੰਨੀਆਂ ਆਰਗੇਨਾਈਜੇਸ਼ਨਸ ਦੇ ਨਾਲ ਇੱਕੋ ਸਮੇਂ ਜੁੜ ਜਾਣਾ। ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਪ੍ਰੋਫੈਸ਼ਨਲ ਤੁਹਾਡਾ ਆਪਣਾ ਕੰਮ ਹੈ, ਲਿਵਿੰਗ ਲਈ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਵੱਖਰੇ ਤੌਰ 'ਤੇ ਕਰ ਰਹੇ ਹੈਗੇ ਹੋ। ਸੋ ਇਹ ਵਲੰਟੀਅਰ ਵਰਕ ਹੀ ਸੀ ਸਾਰਾ ਕੁਝ ਜਿਹੜਾ ਇਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਤੁਸੀਂ ਕਰ ਰਹੇ ਸੀ? ਹਾਂਜੀ, ਆ ਜਿਹੜੀਆਂ ਆਰਗੇਨਾਈਜੇਸ਼ਨਸ ਦਾ ਤੁਸੀਂ ਨਾਂ ਲਿਆ ਹੈ ਸਾਰੀਆਂ ਮੇਰੀਆਂ ਵੋਲੰਟੀਅਰ ਕੰਮ ਸੀਗਾ। ਔਰ ਇੱਕ ਰੀਜ਼ਨ ਜਿਸ ਕਰਕੇ ਕਿ ਮੈਂ ਇੰਨਾ ਵੋਲੰਟੀਅਰ ਕੰਮ ਕਰ ਸਕਦੀ ਸੀਗੀ ਉਹ ਇਹ ਸੀਗਾ ਕਿ ਜਦੋਂ ਬੱਚੇ ਸਾਡੇ ਬਹੁਤ ਛੋਟੇ ਸੀਗੇ, ਮੇਰੇ ਪੇਰੈਂਟਸ ਉਦੋਂ ਇਮੀਗ੍ਰੇਸ਼ਨ ਲੈ ਕੇ ਤਾਂ ਇੱਥੇ ਆ ਗਏ ਸੀ। ਅੱਛਾ। ਔਰ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਸੀਗੀ ਕਿਉਂਕਿ ਉਹ ਸਾਡੇ ਨਾਲ ਪਹਿਲਾਂ ਰਹੇ 3-4 ਸਾਲ 76 ਤੋਂ 82 ਤੱਕ, ਤਕਰੀਬਨ 5 ਸਾਲ ਉਹ ਸਾਡੇ ਕੋਲ ਰਹੇ ਜੀ। ਔਰ ਬੱਚਿਆਂ ਦੀ ਪੂਰੀ ਸਾਨੂੰ ਹੈਲਪ ਜਿਹੜੀ ਆ ਉਹ ਕਰਦੇ ਰਹੇ। ਉਸ ਤੋਂ ਪਹਿਲਾਂ ਮੇਰੇ ਹਸਬੈਂਡ ਦੀ ਫੈਮਿਲੀ, ਇਹਨਾਂ ਦੇ ਭਾਬੀ ਜੀ, ਇਹਨਾਂ ਦੀਆਂ ਸਿਸਟਰਸ ਇੱਥੇ ਸੀਗੀਆਂ। ਉਹ ਜਿਹੜਾ ਸਾਡੇ ਕਲਚਰ ਦਾ
ਚੰਗੇ ਅੰਸ਼ ਜਿਹੜੇ ਹੈਗੇ ਆ ਉਹ ਜਿਹੜੇ ਹੈ ਉਹਨਾਂ ਨੇ ਬਹੁਤ ਹੈਲਪ ਕੀਤੀ ਵੀ ਜਿੱਥੇ ਅਸੀਂ ਫੈਮਲੀਜ਼ ਇੱਕ ਦੂਜੇ ਦੇ ਕੰਮ ਆ ਜਾਂਦੀਆਂ ਔਰ ਜਦੋਂ ਲੋੜ ਹੋਵੇ। ਸੋ ਪਹਿਲਾਂ ਮੈਨੂੰ ਇਹਨਾਂ ਦੀ ਹਸਬੈਂਡ ਦੀ ਫੈਮਿਲੀ ਦੇ ਥਰੂ ਕਾਫੀ ਸਪੋਰਟ ਸੀਗੀ, ਲੇਕਿਨ ਉਸ ਤੋਂ ਬਾਅਦ ਜਦੋਂ ਮੇਰੇ ਪੇਰੈਂਟਸ ਆ ਗਏ ਤਾਂ ਉਹ ਸਾਡੇ ਕੋਲ ਰਹੇ। ਉਹਨਾਂ ਨੇ ਬੱਚਿਆਂ ਨੂੰ ਖਾਣਾ ਖਿਲਾਉਣਾ, ਨਹਾਉਣਾ, ਦੇਖਭਾਲ ਕਰਨੀ, ਸਾਰਾ ਕੁਝ ਸੰਭਾਲ ਲਿਆ ਸੀਗਾ। ਸੋ ਉਹਦੇ ਨਾਲ ਸਾਨੂੰ ਜਿਹੜਾ ਟਾਈਮ ਹੈ ਦੋਨਾਂ ਜਾਣਿਆਂ ਨੂੰ ਅਸੀਂ ਮਿਲ ਗਿਆ, ਉਜਲ ਨੂੰ ਵੀ ਮੈਨੂੰ ਵੀ, ਔਰ ਅਸੀਂ ਫਿਰ ਕਮਿਊਨਿਟੀ ਦੇ ਵਿੱਚ ਆਪਣਾ ਹਿੱਸਾ ਜਿਹੜਾ ਵੋਲੰਟੀਅਰ ਕੰਮਾਂ ਦੇ ਵਿੱਚ ਇਸ਼ੂਜ਼ ਦੇ ਉੱਤੇ ਬੋਲਣ ਦਾ ਜਾਂ ਇਨਵੋਲਵ ਹੋਣ ਦਾ ਉਹ ਕਰ ਸਕਦੇ ਸੀ। ਪਰ ਰਮਿੰਦਰ ਜੀ, ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਸ ਹਿਸਾਬ ਦੀ ਜ਼ਿੰਦਗੀ ਦੀ ਰਫ਼ਤਾਰ ਹੈ, ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਸਭ ਤੋਂ ਪਹਿਲਾਂ ਰੋਜ਼ੀ ਰੋਟੀ, ਰੁਜ਼ਗਾਰ ਦੀ ਗੱਲ ਆਉਂਦੀ ਹੈ। ਫਿਰ ਬਹੁਤ ਵਾਰੀ ਤਾਂ ਔਰਤਾਂ ਇਸ ਗੱਲ 'ਤੇ ਆ ਕੇ ਹੀ ਆਪਣੇ ਆਪ ਨੂੰ ਰੋਕ ਲੈਂਦੀਆਂ ਨੇ, ਜਾਂ ਉਸ ਗੱਲ 'ਤੇ ਆ ਕੇ ਗੱਲ ਅੜ ਜਾਂਦੀ ਆ ਕਿ ਸਾਨੂੰ ਤਾਂ ਸਾਡੇ ਆਪਣੇ ਲਈ ਟਾਈਮ ਨਹੀਂ ਮਿਲ ਰਿਹਾ। ਕਦੇ ਫੈਮਿਲੀ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦੀਆਂ ਜ਼ਿੰਮੇਵਾਰੀਆਂ, ਬਜ਼ੁਰਗਾਂ ਦੀਆਂ ਜ਼ਿੰਮੇਵਾਰੀਆਂ, ਰਿਸ਼ਤੇਦਾਰੀਆਂ, ਇਹ ਸਾਰਾ ਕੁਝ ਭੁਗਤਾਈ ਜਾਂਦੀਆਂ ਅਸੀਂ, ਅਤੇ ਸੋਸ਼ਲ ਵਰਕ ਕਰਨ ਦੇ ਲਈ ਟਾਈਮ ਕਿਵੇਂ ਕੱਢੀਏ? ਇਹ ਐਨਰਜੀ ਹਰ ਕਿਸੇ ਦੇ ਕੋਲ ਨਹੀਂ ਹੁੰਦੀ ਜਿਸ ਐਨਰਜੀ ਦੀ ਤੁਸੀਂ ਗੱਲ ਕਰ ਰਹੇ ਆ। ਮੈਂ ਦੇਖਿਆ ਤੁਹਾਡੀਆਂ ਪੁਰਾਣੀਆਂ ਪਿਕਚਰਸ ਵੀ ਦੇਖੀਆਂ, ਐਵਰ ਸਮਾਈਲਿੰਗ ਫੇਸ, ਜਿਹੜੀ ਤੁਹਾਡੀ ਸਮਾਈਲ ਹੈ ਉਹ ਬਹੁਤ ਖੂਬਸੂਰਤ ਸਮਾਈਲ ਹੈ। ਥੈਂਕ ਯੂ। ਇਹ ਜਿਹੜੀ ਐਨਰਜੀ ਹੈ ਇਹਦਾ ਮੈਂ ਸੋਰਸ ਜ਼ਰੂਰ ਜਾਣਨਾ ਚਾਹੁੰਦੀ ਹਾਂ। ਬੜੀਆਂ ਔਰਤਾਂ ਨੇ ਜਿਹੜੀਆਂ ਬੜਾ ਕੁਝ ਕਰਨਾ ਚਾਹੁੰਦੀਆਂ ਨੇ, ਪਰ ਉਹ ਕਿਤੇ ਨਾ ਕਿਤੇ ਸਟਕ ਹੋ ਕੇ ਰਹਿ ਜਾਂਦੀਆਂ ਆ। ਖਾਸ ਕਰਕੇ ਉਹਨਾਂ ਔਰਤਾਂ ਦੇ ਲਈ ਅੱਜ ਕੀ ਸੁਨੇਹਾ ਤੁਹਾਡਾ? ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੇਰੇ ਦੇ ਉੱਤੇ ਮੈਂ ਇਸ ਗੱਲ ਤੋਂ ਬਹੁਤ ਫੋਰਚੂਨੇਟ ਸੀ ਕਿ ਹਾਲਾਂਕਿ ਕੁਝ ਹਿੱਸਿਆਂ ਦੇ ਵਿੱਚ ਮੇਰੇ ਮਦਰ ਜਿਹੜੇ ਸੀਗੇ ਉਹ ਥੋੜ੍ਹਾ ਜਿਹਾ ਸਟ੍ਰਿਕਟ ਸੀਗੇ ਕਾਫੀ। ਅੱਛਾ। ਔਰ ਕੁਝ ਪਾਬੰਦੀਆਂ ਵੀ ਹੁੰਦੀਆਂ ਸੀਗੀਆਂ, ਲਿਮਿਟਸ ਲੱਗੀਆਂ ਹੁੰਦੀਆਂ ਸੀ। ਇਹ ਨਹੀਂ ਕਿ ਬਿਲਕੁਲ ਲਿਮਿਟ ਨਹੀਂ ਸੀ ਹੁੰਦੀਆਂ ਸਾਡੀ ਐਕਟੀਵਿਟੀਜ਼ ਦੇ ਉੱਤੇ, ਲੇਕਿਨ ਦੂਜੇ ਪਾਸੇ ਉਹਨਾਂ ਨੇ, ਮੇਰੇ ਫਾਦਰ ਪਰਟੀਕੂਲਰਲੀ, ਹਮੇਸ਼ਾ ਇਹੋ ਹੀ ਸੀਗਾ ਵੀ ਉਹਨਾਂ ਨੇ ਸਾਨੂੰ ਤਕੜੇ ਬਣਨ ਦੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਹੋ ਹੀ ਵੀ ਤੁਸੀਂ ਖੜੇ ਹੋਵੋ ਆਪਣੇ ਪੈਰਾਂ ਦੇ ਉੱਤੇ, ਤੁਸੀਂ ਜਿੱਥੇ ਵੀ ਜਾਓ ਬੋਲ ਸਕੋ ਖੜੇ ਹੋ ਕੇ, ਤੁਸੀਂ ਗੱਲਬਾਤ ਕਰ ਸਕੋ, ਐਜੂਕੇਸ਼ਨ ਚੰਗੀ ਲੈ ਸਕੋ। ਆਈ ਥਿੰਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਦਾ ਤੁਹਾਡੇ 'ਤੇ ਅਸਰ ਹੁੰਦਾ। ਐਂਡ ਇਨ ਦੀ ਐਂਡ ਰਿਟਾਇਰਮੈਂਟ ਤੋਂ ਬਾਅਦ ਜਦੋਂ ਇੱਥੇ ਮੂਵ ਹੋ ਗਏ, ਫਿਰ ਵੀ ਉਹਨਾਂ ਨੇ ਇੰਨੀ ਜ਼ਿਆਦਾ ਸਪੋਰਟ ਸਾਨੂੰ ਦਿੱਤੀ, ਜਿਹਦੇ ਨਾਲ ਕਿ ਇਸ ਸੁਸਾਇਟੀ ਦੇ ਵਿੱਚ ਸਾਡੀ ਜਿਹੜੀ ਇਨਵੋਲਵਮੈਂਟ ਸੀਗੀ ਉਹ ਬਹੁਤ ਕਾਮਯਾਬ ਰਹੀ ਕਿ ਅਸੀਂ ਬਹੁਤ ਸਾਰਾ ਵੋਲੰਟੀਅਰ ਕੰਮ ਦੋਨੋਂ ਜਾਣੇ ਕਰ ਸਕੇ। ਬਿਕੋਜ਼ ਮੈਂ ਹੁਣ ਕਈ ਵਾਰ ਪਿੱਛੇ ਮੁੜ ਕੇ ਜਦੋਂ ਦੇਖਦੀ, ਮੈਂ ਕਹਿੰਦੀ ਮੈਂ ਕਿਸ ਤਰੀਕੇ ਨਾਲ ਬੱਚੇ 3 ਪਾਲੇ, ਔਰ ਉਹੀ ਲੜਕੇ ਸੀਗੇ ਤਿੰਨੋਂ, ਉਹਨਾਂ ਦੇ ਨਾਲ ਹੋਰ 3-4 ਫਰੈਂਡਸ ਆ ਜਾਣੇ ਰੋਜ਼, ਕੋਈ ਨਾ ਕੋਈ, ਸਾਰੇ ਖਾਣਾ ਵੀ ਸਾਰਿਆਂ ਦਾ ਬਣਾਉਣਾ, ਘਰ ਦੀ ਜ਼ਿੰਮੇਵਾਰੀ ਪੂਰੀ ਸੀਗੀ ਮੇਰੀ। ਲੇਕਿਨ ਉਸ ਤੋਂ ਇਲਾਵਾ ਨਾਲ ਇਹ ਹੈ ਵੀ ਪਾਰਟਨਰ ਜਿਹੜਾ ਤੁਹਾਡਾ ਆ ਉਹ ਵੀ ਤੁਹਾਡੇ ਲਈ ਬਹੁਤ ਕੁਝ ਕਰ ਸਕਦਾ। ਜਿੱਦਾਂ ਮੇਰੇ ਹਸਬੈਂਡ ਕਈ ਵਾਰ ਕਹਿੰਦੇ ਹੁੰਦੇ ਵੀ ਜਦੋਂ ਗੱਡੀ ਚਲਾਉਣੀ ਆ ਨਾ, ਚੱਲਦੀ ਆ, ਤਾਂ ਗੱਡੀ ਦੇ 4 ਪਹੀਏ ਹੁੰਦੇ ਨਾ, 4 ਪਹੀਆਂ ਦੀ ਲੋੜ ਹੁੰਦੀ ਆ। ਜੇ ਇੱਕ ਵੀ ਖਰਾਬ ਹੋ ਜਾਵੇ ਤਾਂ ਉਹਨੇ ਠੀਕ ਨਹੀਂ ਚੱਲਣਾ। ਇੱਦਾਂ ਹੀ ਸਾਡੀ ਜਿਹੜੀ ਫੈਮਿਲੀ ਯੂਨਿਟ ਆ ਉਹਦੇ ਵਿੱਚ ਆਦਮੀ ਔਰ ਔਰਤ ਦੋਨਾਂ ਦਾ ਜਿਹੜਾ ਜਦੋਂ ਰੋਲ ਹੈਗਾ ਆ ਉਹ ਜੇ ਚੰਗਾ ਹੋਏਗਾ, ਤੁਹਾਡੀ ਫੈਮਿਲੀ ਜਿਹੜੀ ਆ ਉਹ ਉਨੀ ਸਟਰੋਂਗ ਬਣੂਗੀ। ਇੱਥੇ ਮੈਂ ਗੱਲ ਐਡ ਕਰਨਾ ਚਾਹੁੰਦੀ ਹਾਂ, ਜੋ ਸਾਨੂੰ ਸਿਖਾਇਆ ਜਾਂਦਾ ਸ਼ੁਰੂ ਤੋਂ ਲੈ ਕੇ ਕਿ ਇਹ ਸਾਰਾ ਇੱਕ ਔਰਤ ਦੀ ਹੀ ਜ਼ਿੰਮੇਵਾਰੀ ਹੈ। ਉਹਨੂੰ ਹੀ ਪਤਾ ਕਿ ਘਰ ਕਿਵੇਂ ਸਾਂਭਣਾ, ਕਿਵੇਂ ਘਰ ਚਲਾਉਣਾ। ਇਹ ਔਰਤ ਦੀ ਮਰਜ਼ੀ ਹੈ ਕਿ ਘਰ ਉਹਨੇ ਸਾਂਭ ਲੈਣਾ ਜਾਂ ਉਹਨੇ ਖਿਲਾਰ ਲੈਣਾ। ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ? ਮੈਂ ਇਸ ਚੀਜ਼ ਦੇ ਨਾਲ ਸਹਿਮਤ ਹਾਂ ਕਿ ਜਿਹੜਾ ਕੰਮ ਹੈਗਾ ਆ, ਜੇ ਦੋਨੋਂ ਜਾਣੇ ਤੁਸੀਂ ਵੰਡ ਕੇ ਕਰਦੇ ਆ, ਇਹ ਜ਼ਰੂਰੀ ਨਹੀਂ ਗਾ ਵੀ ਤੁਸੀਂ ਕਹਿਣਾ ਵੀ ਅੱਜ ਰੋਟੀ ਮੈਂ ਬਣਾਈ ਤਾਂ ਕੱਲ੍ਹ ਨੂੰ ਤੂੰ ਬਣਾਉਣੀ ਆ। ਲੇਕਿਨ ਤੁਸੀਂ ਬੈਠ ਕੇ ਆਪਸ ਵਿੱਚ ਇਹ ਦੇਖੋ ਵੀ ਕਿਹੜਾ ਬੰਦਾ ਕਿਹੜੇ ਕੰਮ ਲਈ ਚੰਗਾ ਕਰ ਸਕਦਾ ਆ, ਔਰ ਤੁਸੀਂ ਜ਼ਿੰਮੇਵਾਰੀਆਂ ਲਓ। ਹੁਣ ਮੇਰੇ ਹਸਬੈਂਡ ਆ, ਉਹਨਾਂ ਨੂੰ ਕੁਕਿੰਗ ਕੋਸ਼ਿਸ਼ ਕੀਤੀ ਉਹਨਾਂ ਨੇ 2-3 ਵਾਰਾਂ, ਪਹਿਲੇ ਨਹੀਂ ਕਾਮਯਾਬ ਰਹੇ। ਅੱਛਾ। ਉਹ ਕੁਕਿੰਗ ਨਹੀਂ ਕਰ ਸਕਦੇ, ਲੇਕਿਨ ਤੁਸੀਂ ਜਿਹੜਾ ਮਰਜ਼ੀ ਘਰ ਦਾ ਕੰਮ ਕਰਾ ਲਓ,
ਆਲ ਦਾ ਟਾਈਮ ਜਦੋਂ ਇਲੈਕਟਡ ਵੀ ਸੀਗੇ, ਲਾਈਫ ਬਹੁਤ ਬਿਜ਼ੀ ਸੀ, ਅਟਰਨੀ ਜਨਰਲ ਸੀਗੇ, ਜਦੋਂ ਪ੍ਰੀਮੀਅਰ ਵੀ ਰਹੇ ਆ, ਜਿੰਨਾ ਵੀ ਟਾਈਮ ਥੋੜ੍ਹਾ ਬਹੁਤਾ ਉਹਨਾਂ ਨੂੰ ਮਿਲਦਾ ਹੁੰਦਾ ਸੀਗਾ, ਜੇ ਉਹਨਾਂ ਨੇ ਘਰ ਆਉਣਾ, ਉਹਨਾਂ ਨੇ ਕਹਿਣਾ ਡਿਸ਼ਜ਼ ਮੈਂ ਕਰ ਦੂੰਗਾ, ਅੱਛਾ, ਤੈਨੂੰ ਕਰਨ ਦੀ ਲੋੜ ਨਹੀਂ ਗੀ। ਉਹਨਾਂ ਨੂੰ ਇਹ ਸੀਗਾ ਕਿ ਇਹ ਵੀ ਕੰਮ ਕਰਕੇ ਆਉਂਦੀ ਹੈ, ਇਹ ਵੀ ਬਾਹਰੋਂ ਆਪਣਾ ਟਾਈਮ ਲਾ ਕੇ ਆਉਂਦੀ ਹੈ, ਵੋਲੰਟੀਅਰ ਕੰਮ ਵੀ ਕਰਦੀ ਹੈ, ਖਾਣਾ ਆਪਣਾ ਘਰ ਦਾ ਵੀ ਸੰਭਾਲਦੀ ਹੈ। ਜੇ ਮੈਂ ਨਾਲ ਹੈਲਪ ਨਹੀਂ ਕਰਾਊਂਗਾ ਤਾਂ ਕਿਸ ਤਰ੍ਹਾਂ ਕੰਮ ਚੱਲੂਗਾ। ਸਾਡੇ ਇੱਕ ਕਾਲਰ ਨੇ ਕਾਫੀ ਦੇਰ ਤੋਂ ਹੋਲਡ 'ਤੇ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਤੁਸੀਂ ਹੈਡਫੋਨ ਲਾ ਲਓ ਪਲੀਜ਼। ਓਕੇ ਜੀ। ਹਾਂਜੀ ਨਿਰਮਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਜੋਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਵਿੰਦਰ। ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਮੇਰੀ ਥੋੜੇ ਦਿਨ ਟੀਚਰ ਰਹੀ ਸੀਗੀ ਕਮਿਊਨਿਟੀ ਕਾਲਜ ਅਰਲੀ 1976। ਅੱਛਾ ਅੱਛਾ ਜੀ। ਮੈਂ ਬਹੁਤ ਖੁਸ਼ ਹੋਈ, ਸਾੜੀ ਇਹਨਾਂ ਦੇ ਲਾਈ ਹੋ ਸੀਗੀ। ਅੱਛਾ। ਤੇ ਉਹ ਗੱਲ ਹੋਈ, ਇਹਨਾਂ ਨੇ ਕਿਹਾ ਨਿਰਮਲ, ਮੈਂ ਕਿਹਾ ਹਾਂਜੀ। ਇਹ ਕਹਿੰਦੇ ਨੋ ਹਾਂਜੀ। ਅੱਛਾ। ਫਿਰ ਮੈਨੂੰ ਪੁੱਛਦੇ ਸੀ ਕੋ 75 ਚ ਮੈਂ ਫਾਰਮ ਚ ਕੰਮ ਕੀਤਾ ਸੀ ਆਪਣੇ ਡੈਡੀ ਦੇ ਨਾਲ। ਅੱਛਾ। ਤਾਂ ਇਹਨਾਂ ਨੇ ਪੁੱਛਿਆ ਹੋਣਾ ਵੀ ਕੀ ਕੰਮ ਕੀਤਾ ਨਾ, ਤੇ ਇਹ ਫਿਰ ਪੁੱਛਦੇ ਸੀਗੇ ਵੀ ਉੱਥੇ ਵਾਸ਼ਰੂਮ ਵੀ ਹੈਗੇ ਆ। ਇਹ ਅਰਲੀ ਜਿੱਦਾਂ ਜਦ ਇੱਥੇ ਕੈਨੇਡਾ ਚ ਆਏ, ਮੇਰਾ ਤਾਂ ਖਿਆਲ ਵਾ ਇਹਨਾਂ ਦੇ ਆਪਣੀ ਫੈਮਿਲੀ ਦਾ ਵੀ ਤੇ ਦੂਜਿਆਂ ਦਾ ਵੀ ਖਿਆਲ ਰੱਖਣ ਨੂੰ ਇਹਨਾਂ ਦੇ ਦਿਮਾਗ ਚ ਸੀਗਾ। ਥੈਂਕ ਯੂ। ਥੈਂਕ ਯੂ ਨਿਰਮਲ ਜੀ, ਥੈਂਕ ਯੂ ਤੁਹਾਡਾ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਫਿਰ ਗੱਲਬਾਤ ਕਰਕੇ। ਦੇਖੋ ਇੰਨੇ ਸਾਲਾਂ ਦੀ ਗੱਲ ਇਹਨਾਂ ਨੇ ਯਾਦ ਰੱਖੀ ਹੋਈ ਆ, ਟੀਚਰ ਦੀ ਕਹੀ ਹੋਈ ਜਿਹੜੀ ਗੱਲ ਆ ਉਹ ਕਦੀ ਨਹੀਂ ਭੁੱਲਦੀ ਹੁੰਦੀ। ਇੱਕ ਮੋਮੈਂਟ ਇਹਨਾਂ ਨੇ ਤੁਹਾਡੇ ਨਾਲ ਜਿਹੜਾ ਸ਼ੇਅਰ ਕੀਤਾ ਕਿ ਕਹਿੰਦੇ ਵੀ ਇਹਨਾਂ ਨੇ ਮੈਨੂੰ ਬੁਲਾਇਆ, ਮੈਂ ਕਿਹਾ ਹਾਂਜੀ, ਕਹਿੰਦੇ ਨੋ ਹਾਂਜੀ। ਦੈਟਸ ਵੈਰੀ ਇੰਟਰਸਟਿੰਗ। ਅੱਛਾ, ਆਪਣੇ ਕੋਲ ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਇੰਨਾ ਵੋਲੰਟੀਅਰ ਕੰਮ ਕੀਤਾ, ਇਹਦੇ ਦੌਰਾਨ ਜਿਹੜਾ ਤੁਹਾਡਾ ਤਜਰਬਾ ਰਿਹਾ ਲਾਈਫ ਦੇ ਵਿੱਚ, ਆਪਣੇ ਵੀ ਉਤਾਰ ਚੜਾਵ ਆਉਂਦੇ ਹੈਗੇ ਆ, ਰਾਈਟ, ਕੀ ਖੱਟਿਆ? ਮੈਂ ਇਹ ਸਮਝਦੀ ਹਾਂ ਵੀ ਜਿਹੜਾ ਮੈਂ ਕੰਮ ਕੀਤਾ ਨਾ, ਮੈਂ ਇਕੱਲੀ ਨੇ ਨਹੀਂ ਕੀਤਾ। ਮੇਰੇ ਨਾਲ ਮੈਨੂੰ ਤਕੜੇ ਬਣਾਉਣ ਵਿੱਚ ਫੈਮਿਲੀ ਦਾ ਤਾਂ ਜਿਹੜਾ ਹੱਥ ਹੁੰਦਾ ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਲੇਕਿਨ ਫੋਰ ਐਗਜ਼ਾਮਪਲ ਜਿਹੜਾ ਇੰਡੀਆ ਮਹਿਲਾ ਐਸੋਸੀਏਸ਼ਨ ਜਦੋਂ ਦੀ ਅਸੀਂ ਸਥਾਪਿਤ ਕੀਤੀ ਆ, ਜਦੋਂ ਅਸੀਂ ਉਹਨੂੰ ਬਣਾਇਆ, ਉਸ ਵੇਲੇ ਮੈਨੂੰ ਕੋਈ ਨੌਲੇਜ ਨਹੀਂ ਸੀ, ਮੈਂ ਕੋਈ ਡਿਗਰੀ ਨਹੀਂ ਸੀ ਪਾਸ ਕੀਤੀ ਹੋਈ ਫੈਮਿਨਿਜ਼ਮ 'ਤੇ, ਜਾਂ ਕੀ ਮਤਲਬ ਆ ਫੈਮਿਨਿਸਟ ਹੋਣ ਦਾ, ਜਾਂ ਮੈਂ ਕੋਈ ਐਕੈਡੈਮਿਕ ਸਟੱਡੀਜ਼ ਨਹੀਂ ਸੀ ਕੀਤੀਆਂ ਵੂਮਨ ਸਟੱਡੀਜ਼ ਦੇ ਉੱਤੇ। ਸਿਰਫ ਆਲੇ ਦੁਆਲੇ ਦੇਖ ਕੇ ਜਿਹੜੀਆਂ ਚੀਜ਼ਾਂ ਅਸੀਂ ਸਮਝਦੇ ਸੀਗੇ ਵੀ ਆਹ ਚੀਜ਼ ਠੀਕ ਨਹੀਂ ਗੀ, ਇੱਥੇ ਔਰਤਾਂ ਨਾਲ ਵਿਤਕਰਾ ਹੁੰਦਾ ਆ, ਇੱਥੇ ਔਰਤਾਂ ਨੂੰ ਇਸ ਗਾਣੇ ਦੇ ਵਿੱਚ ਔਰਤਾਂ ਨੂੰ ਇੱਦਾਂ ਦਿਖਾਇਆ ਜਾਂਦਾ ਆ, ਜਾਂ ਜੇ ਤੁਸੀਂ ਕੋਈ ਫੰਕਸ਼ਨਸ ਦੇ ਉੱਤੇ ਜਾਂਦੇ ਆ, ਤੁਸੀਂ ਗੁਰਦੁਆਰਿਆਂ ਜਾਂਦੇ, ਅਸੀਂ ਕਈ ਵਾਰ ਕੁਐਸਚਨ ਕਰਨਾ ਵੀ ਇੰਨੇ ਗੁਰਦੁਆਰੇ ਆ, ਕੀ ਗੱਲ ਕਿਸੇ ਗੁਰਦੁਆਰੇ ਦੇ ਵਿੱਚ ਔਰਤ ਪ੍ਰੀਸਟ ਕਿਉਂ ਨਹੀਂ ਹੈਗੀ? ਅੱਛਾ। ਸਾਡੀ ਸਿੱਖਿਜ਼ਮ ਜਿਹੜਾ ਉਹ ਸਾਨੂੰ ਇਕੁਆਲਿਟੀ ਸਿਖਾਉਂਦਾ ਆ, ਹਰ ਕਿਸਮ ਦੀ ਕਾਸਟ ਦੀ ਇਕੁਆਲਿਟੀ, ਕਾਸਟ ਨਹੀਂ ਹੋਣੀ ਚਾਹੀਦੀ। ਲੇਕਿਨ ਸਾਡੀ ਜਿਹੜੀ ਅਸਲੀ ਜ਼ਿੰਦਗੀ ਆ ਉਹਦੇ ਵਿੱਚ ਅਸੀਂ ਰੋਜ਼ਾਨਾ ਡਿਸਕ੍ਰਿਮੀਨੇਸ਼ਨ ਦੇਖਦੇ ਹਾਂ ਕਾਸਟ ਦੇ ਬੇਸਿਸ ਦੇ ਉੱਤੇ, ਹਾਲਾਂਕਿ ਅਸੀਂ ਸਾਰੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਜੀ। ਸੋ ਮੈਂ ਸਮਝਦੀ ਜਦੋਂ ਇੰਡੀਆ ਮਹਿਲਾ ਐਸੋਸੀਏਸ਼ਨ ਜਦੋਂ ਸਟਾਰਟ ਕੀਤੀ, ਮੈਨੂੰ ਮੇਰੀ ਪੰਜਾਬੀ ਵੀ ਉੱਦਾਂ ਦੀ ਸੀਗੀ ਜਿੰਨੀ ਕੁ ਘਰ ਦੇ ਵਿੱਚ ਪੰਜਾਬੀ ਬੋਲੀ ਦੀ ਉਹ ਮੈਨੂੰ ਆਉਂਦੀ ਸੀਗੀ। ਬਾਕੀ ਮੈਂ ਕਿਉਂਕਿ ਬਾਹਰ ਰਹੀ ਪੰਜਾਬ ਤੋਂ, ਮੈਨੂੰ ਬਹੁਤੇ ਜ਼ਿਆਦਾ ਕਲਚਰਲ ਚੀਜ਼ਾਂ ਵੀ ਨਹੀਂ ਸੀ ਪਤਾ। ਜਿਹੜੀਆਂ ਸਾਡੇ ਨਾਲ ਔਰਤਾਂ ਇੰਨੀਆਂ ਜੁੜੀਆਂ ਰਹੀਆਂ, ਉਹਨਾਂ ਦੇ ਕੋਲੋਂ ਇੱਕ ਦੂਜੇ ਕੋਲੋਂ ਅਸੀਂ ਬਹੁਤ ਕੁਝ ਸਿੱਖਦੇ ਰਹੇ ਹਾਂ। ਅਸੀਂ ਆਪਣੇ ਲਿਵਿੰਗ ਰੂਮ ਦੇ ਵਿੱਚ ਬਹਿ ਜਾਣਾ 5-7 ਜਾਣੀਆਂ ਨੇ ਇਕੱਠੇ ਹੋ ਕੇ, ਜੇ ਕਿਸੇ ਟੌਪਿਕ ਦੇ ਉੱਤੇ ਬੋਲਣਾ ਹੁੰਦਾ ਸੀਗਾ, ਅਸੀਂ ਬੈਠ ਕੇ ਤਾਂ ਕਹਿਣਾ, ਅੱਛਾ ਮੈਨੂੰ ਇਹਨਾਂ ਨੇ ਕਹਿਣਾ ਤੂੰ ਬੋਲ, ਤੈਨੂੰ ਅੰਗਰੇਜ਼ੀ ਚੰਗੀ ਆਉਂਦੀ ਆ। ਅੱਛਾ, ਮੈਂ ਕਹਿਣਾ ਪਰ ਮੈਨੂੰ ਪਤਾ ਨਹੀਂ ਮੈਂ ਕੀ ਕਹਿਣਾ ਆ, ਕਿੱਦਾਂ ਕਹਿਣਾ। ਫਿਰ ਉਹਨਾਂ ਨੇ ਮੈਨੂੰ ਸਮਝਾਉਣਾ ਕਲਚਰਲ ਚੀਜ਼ਾਂ ਜਿਹੜੀਆਂ ਇੱਕ ਉਹ ਸਮਝਾਉਣੀਆਂ ਵੀ ਇੱਥੇ ਪਿੰਡਾਂ ਦੇ ਵਿੱਚ ਅਸੀਂ ਇੱਦਾਂ ਕਰਦੇ ਹਾਂ, ਆਹ ਗੱਲ ਕਰਦੇ ਹਾਂ, ਇਸ ਤਰੀਕੇ ਨਾਲ ਟਰੀਟ ਕਰਦੇ ਹਾਂ। ਉਹ ਮਤਲਬ ਸਾਰੀਆਂ ਜਿਹੜੀਆਂ ਗਾਣਿਆਂ ਜਿਹੜੇ ਬਣੇ ਹੁੰਦੇ ਆ ਉਹਨਾਂ ਦੇ ਮਤਲਬ ਸਮਝਾਉਣੇ। ਸੋ ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਸੋ ਇੱਕ ਦੂਜੇ ਨੂੰ ਅਸੀਂ ਸਪੋਰਟ ਕਰਕੇ ਤਾਂ ਉਹਦੇ ਨਾਲ ਮੈਂ ਸਟਰੋਂਗ ਬਣੀ ਖੁਦ। ਸੋ ਕਈ ਜਣੇ ਸੋਚਦੇ ਵੀ ਅਸੀਂ
ਕੰਮ ਕਰਦੇ ਹਾਂ, ਅਸੀਂ ਵੋਲੰਟੀਅਰ ਕੰਮ ਕਰਦੇ ਹਾਂ, ਅਸੀਂ ਸਿਰਫ ਦੂਜਿਆਂ ਦੀ ਹੈਲਪ ਕਰਦੇ ਹਾਂ। ਅਸੀਂ ਇਕੱਲੀ ਦੂਜਿਆਂ ਦੀ ਹੈਲਪ ਨਹੀਂ ਕਰਦੇ, ਅਸੀਂ ਆਪਣੇ ਆਪ ਦੀ ਵੀ ਹੈਲਪ ਕਰਦੇ ਹਾਂ, ਕਿਉਂਕਿ ਅਸੀਂ ਆਪ ਵੀ ਚੀਜ਼ਾਂ ਸਿੱਖਦੇ ਹਾਂ, ਨਾਲ ਅਸੀਂ ਆਪ ਵੀ ਤਕੜੇ ਬਣਨੇ ਹਾਂ। ਜਦੋਂ ਤੁਸੀਂ ਬੇਇਨਸਾਫੀ ਦੇਖਦੇ ਹਾਂ ਦੂਜੇ ਆਦਮੀ ਦੇ ਉੱਤੇ ਹੁੰਦੀ, ਉਹ ਜਦੋਂ ਲੇਡੀ ਤੁਹਾਡੇ ਕੋਲ ਆਉਂਦੀ ਆ, ਤੁਹਾਨੂੰ ਆ ਕੇ ਦੱਸਦੀ ਆ ਆਪਣੇ ਹਾਲਾਤ ਵੀ ਕੀ ਹੈਗੇ ਆ, ਕਿਸ ਤਰ੍ਹਾਂ ਉਹਦੇ ਨਾਲ ਵਰਤਾਵ ਹੁੰਦਾ, ਤੁਸੀਂ ਉਹਨੂੰ ਤਗੜਾ ਕਰਨ ਦੀ ਕੋਸ਼ਿਸ਼ ਕਰਦੇ, ਨਾਲ ਤੁਸੀਂ ਆਪ ਵੀ ਤਕੜੇ ਬਣਨੇ ਆ। ਸੋ ਮੈਂ ਸਮਝਦੀ ਹਾਂ ਕਿ ਮੈਂ ਵੀ ਓਵਰ ਦ ਈਅਰਸ ਮੈਂ ਆਪਣੀ ਨੌਲੇਜ ਜਿਹੜੀ ਆ ਉਹ ਬਹੁਤ ਗੇਨ ਕੀਤੀ। ਮੈਂ ਦੇਖਿਆ ਵੀ ਕਿਹੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਆ, ਜਿਨ੍ਹਾਂ ਵੱਲ ਸਾਨੂੰ ਤਵੱਜੋ ਦੇਣੀ ਪੈਂਦੀ ਆ ਜੀ। ਹੁਣ ਕਈ ਵਾਰ ਵਿਆਹਾਂ ਵਿੱਚ, ਸ਼ਾਦੀਆਂ ਵਿੱਚ ਦੇਖੀਦਾ ਆ, ਮੈਂ ਆਪਣੇ ਘਰ ਵਿੱਚ ਹੀ ਵਿਆਹ ਹੁੰਦੇ ਆ, ਜਦੋਂ ਮੇਰੀਆਂ ਨੀਸਸ ਦਾ ਹੁਣੇ ਹੋ ਕੇ ਹਟਿਆ, ਮੈਂ ਉਹਨਾਂ ਨਾਲ ਗੱਲ ਕਰਦੀ ਹੁੰਦੀ, ਮੈਂ ਕਹਿੰਦੀ ਹਾਂ ਤੁਸੀਂ ਗੱਲ ਸੁਣੋ, ਇੰਨੇ ਪੈਸੇ ਖਰਚ ਕਰਦੇ ਹਾਂ ਅਸੀਂ, ਤੁਸੀਂ ਕੁਛ ਜਿਹੜੇ ਕਲਚਰਲ ਰਿਵਾਜ ਸਾਡੇ ਹੈਗੇ ਆ ਉਹਨਾਂ ਨੂੰ ਦੇਖੋ ਵੀ ਕਿਹੜੇ ਚੰਗੇ ਆ, ਉਹਨਾਂ ਨੂੰ ਰੱਖੋ, ਜਿਹੜੇ ਮਾੜੇ ਆ ਉਹਨਾਂ ਨੂੰ ਛੱਡੋ, ਐਵੇਂ ਹੀ ਨਾ ਫਜ਼ੂਲ ਖਰਚੀ ਕਰੀ ਜਾਓ। ਬਿਲਕੁਲ। ਸੋ ਮਤਲਬ ਇੱਦਾਂ ਹੁੰਦਾ ਵੀ ਜਦੋਂ ਤੁਸੀਂ ਕੋਈ ਵੋਲੰਟੀਅਰ ਵੀ ਕਰਦੇ ਆ, ਤੁਸੀਂ ਆਪ ਵੀ ਉਸ ਚੀਜ਼ ਦਾ ਫਾਇਦਾ ਜ਼ਰੂਰ ਉਠਾਉਂਦੇ ਆ, ਤੁਸੀਂ ਦੂਜਿਆਂ ਦੀ ਵੀ ਮਦਦ ਕਰਦੇ ਆ, ਤੁਹਾਨੂੰ ਲਾਈਕ ਮਾਈਂਡਡ ਲੋਕੀ ਜਿਹੜੇ ਆ ਉਹ ਮਿਲਦੇ ਆ। ਸੋ ਆਈ ਥਿੰਕ ਵੀ ਵੋਲੰਟੀਅਰਿਜ਼ਮ ਵੀ ਜਿਹੜਾ ਆ ਉਹ ਬਹੁਤ ਜ਼ਰੂਰੀ ਚੀਜ਼ ਆ। ਤੁਸੀਂ ਇੱਕ ਆਪਣੀ ਕਮਿਊਨਿਟੀ ਨੂੰ ਵਾਪਸ ਕੁਛ ਦਿੰਦੇ ਆ। ਜੇ ਤੁਸੀਂ ਜ਼ਿੰਦਗੀ ਦੇ ਵਿੱਚ 5 ਹੋਰ ਔਰਤਾਂ ਨੂੰ ਮਦਦ ਕਰਕੇ ਅਪਲਿਫਟ ਕੀਤਾ, ਉਹਨਾਂ ਨੂੰ ਸਟਰੋਂਗ ਬਣਾਇਆ, ਕਿਉਂਕਿ ਸਾਡੇ ਜਿਹੜੇ ਮੈਂਬਰਸ ਆ ਉਹਨਾਂ ਦੇ ਵਿੱਚ 2-3 ਮੈਂਬਰਸ ਇੱਦਾਂ ਦੇ ਆ ਜਿਹੜੇ ਕਿ ਸਾਡੇ ਕੋਲ ਆਏ ਸੀਗੇ ਜਦੋਂ ਉਹਨਾਂ ਨੂੰ ਘਰ ਦੇ ਵਿੱਚ ਤਕਲੀਫ ਸੀਗੀ, ਉਹਨਾਂ ਨੂੰ ਹੈਲਪ ਦੀ ਲੋੜ ਸੀਗੀ। ਫਾਈਨਲੀ ਉਹ ਆ ਕੇ ਉਹਨਾਂ ਨੇ ਆਪ ਗਰੁੱਪ ਰਨ ਕੀਤੇ ਹੋਰ ਔਰਤਾਂ ਵਾਸਤੇ, ਜਿੱਥੇ ਉਹਨਾਂ ਨੂੰ ਉਹ ਰੈਗੂਲਰ ਹਫਤੇ 'ਚ ਇੱਕ ਦਿਨ ਮਿਲ ਕੇ ਉਹਨਾਂ ਨੂੰ ਤਕੜੀਆਂ ਬਣਾਉਂਦੇ ਸੀਗੇ। ਸੋ ਉਹ ਵੀ ਸਟਰੋਂਗ ਬਣੀਆਂ, ਆਪ ਇਸ ਲੈਵਲ 'ਤੇ ਪਹੁੰਚ ਗਈਆਂ ਕਿ ਉਹ ਟ੍ਰੇਨ ਦੂਜੀਆਂ ਔਰਤਾਂ ਨੂੰ ਕਰ ਸਕਦੀਆਂ ਸੀਗੀਆਂ। ਲੇਕਿਨ ਸਭ ਤੋਂ ਪਹਿਲਾਂ ਸਾਡਾ ਇਹੋ ਹੀ ਹੁੰਦਾ ਸੀਗਾ ਵੀ ਜੇ ਕਿਸੇ ਤਰੀਕੇ ਫੈਮਿਲੀ ਨੂੰ ਇਕੱਠਾ ਰੱਖਿਆ ਜਾ ਸਕਦਾ ਤਾਂ ਉਹਨੂੰ ਇਕੱਠਾ ਰੱਖੋ। ਲੇਕਿਨ ਜੇ ਹੱਦ ਤੱਕ ਗੱਲ ਪਹੁੰਚ ਜਾਂਦੀ ਹੈ ਵੀ ਜੇ ਨਹੀਂ, ਤੇ ਬਜਾਏ ਦੇ ਵੀ ਰੋਜ਼ ਤੁਸੀਂ ਇੱਕ ਦੂਜੇ ਨਾਲ ਮਾਰ ਕੁਟਾਈ ਕਰੋ ਜਾਂ ਗਾਲਾਂ ਗਲੋਚੀ ਕਰੋ, ਤਾਂ ਉਹਦੇ ਨਾਲੋਂ ਬਿਹਤਰ ਆ ਵੀ ਤੁਸੀਂ ਆਪਣਾ ਰਸਤਾ ਫੜ ਲਓ। ਕਮ ਸੇ ਕਮ ਆਪਣੇ ਬੱਚਿਆਂ ਦੀ ਖਾਤਰ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੋ। ਸੋ ਇਹ ਬਹੁਤ ਖੂਬਸੂਰਤ ਸੁਨੇਹਾ ਤੁਹਾਡਾ ਕਿ ਵੀ ਬਹੁਤ ਵਾਰੀ ਸਾਡੇ ਮਨ 'ਚ ਕੁਝ ਕਰਨ ਦੀ ਇੱਛਾ ਹੁੰਦੀ ਹੈ, ਸਾਨੂੰ ਇਹ ਲੱਗਦਾ ਹੁੰਦਾ ਸਾਨੂੰ ਪਤਾ ਹੀ ਨਹੀਂ ਹੈ, ਸਾਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਕਿਸੇ ਦੀ ਮਦਦ ਕਰ ਸਕਦੇ ਹਾਂ, ਜਾਂ ਅਸੀਂ ਜੇ ਕਿਸੇ ਔਰਗੇਨਾਈਜੇਸ਼ਨ ਦੇ ਨਾਲ ਵੀ ਜੁੜਦੇ ਹਾਂ ਤਾਂ ਮੇਰੀ ਤਾਂ ਨੌਲੇਜ ਦੇ ਵਿੱਚ ਬਹੁਤ ਕਮੀ ਹੈ, ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ। ਪਰ ਤੁਸੀਂ ਸਿੱਖ ਸਕਦੇ ਹੋ, ਜਿੱਦਾਂ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਸੀਂ ਗਰੋ ਵੀ ਨਾਲੋਂ ਨਾਲ ਕਰ ਰਹੇ ਹੋ, ਡਿਵੈਲਪ ਵੀ ਨਾਲੋਂ ਨਾਲ ਹੋ ਰਹੇ ਹੋ। ਬਿਲਕੁਲ ਰਮਿੰਦਰ ਜੀ। ਹਾਂਜੀ, ਇਹ ਇੱਕ ਜਣੇ ਦਾ ਕੰਮ ਨਹੀਂਗਾ। ਜਿੱਦਾਂ ਜਿਹੜੀਆਂ ਔਰਗੇਨਾਈਜੇਸ਼ਨਸ ਦੇ ਵਿੱਚ ਕੰਮ ਕੀਤਾ, ਇਹ ਮੈਂ ਉਹ ਸਾਰੀਆਂ ਔਰਤਾਂ ਜਿਹੜੀਆਂ ਇੰਨੇ ਸਾਲਾਂ ਤੋਂ 40 ਸਾਲਾਂ ਤੋਂ 30 ਸਾਲਾਂ ਤੋਂ ਆ ਕੇ ਬਿਨਾਂ ਕਿਸੇ ਲਾਲਚ ਦੇ, ਕਿਉਂਕਿ ਸਾਡੇ ਪੈਸੇ ਤਾਂ ਅਸੀਂ ਕਿਤੋਂ ਲੈਂਦੇ ਨਹੀਂ ਗੇ। ਹੁਣ ਅਸੀਂ ਇਸ ਵੇਲੇ ਇੱਕ ਬਰਸਰੀ ਐਸਟੈਬਲਿਸ਼ ਕਰਨੀ ਹੈਗੀ ਆ, ਉਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ। ਜਿਹੜੇ ਅਸੀਂ ਥੋੜ੍ਹੇ ਕਰਕੇ ਪੈਸੇ ਜਮ੍ਹਾਂ ਕੀਤੇ ਆ, ਅਸੀਂ ਉਹ ਕਿਸੇ ਜਗ੍ਹਾ ਕੋਈ ਬਰਸਰੀ ਸਟਾਰਟ ਕਰਨੀ ਚਾਹ ਰਹੇ ਹਾਂ। ਮੇਰਾ ਖਿਆਲ ਹੈ ਵੀ ਅਗਲੇ ਸਾਲ ਦੇ ਵਿੱਚ ਕਰ ਦਿਆਂਗੇ। ਤਾਂ ਲੇਕਿਨ ਇਹ ਆ ਕਿ ਅਸੀਂ ਉਹਨਾਂ ਸਾਰੀਆਂ ਔਰਤਾਂ ਨੂੰ ਮੈਂ ਕ੍ਰੈਡਿਟ ਦਿੰਦੀ ਹਾਂ ਵੀ ਉਹਨਾਂ ਦੇ ਜਿਹੜਾ ਡੈਡੀਕੇਸ਼ਨ ਸੀਗੀ ਇਸ ਔਰਗੇਨਾਈਜੇਸ਼ਨ ਦੇ ਵਿੱਚ, ਉਹਨੇ ਇਸ ਔਰਗੇਨਾਈਜੇਸ਼ਨ ਨੂੰ ਬਿਨਾਂ ਕਿਸੇ ਫੰਡਿੰਗ ਤੋਂ ਐਨ ਜਾਰੀ ਰੱਖਿਆ, ਵੀ ਤਕੜੇ ਰੱਖਿਆ। ਇੱਕ ਸਵਾਲ ਹੈ, ਜੇ ਤੁਸੀਂ 30 ਸੈਕਿੰਡ ਦੇ ਵਿੱਚ ਜਵਾਬ ਦੇ ਸਕੋ। ਹਾਂਜੀ। ਫੈਮਿਨਿਸਟ ਟਰਮ ਬਹੁਤ ਯੂਜ਼ ਕੀਤੀ ਜਾਂਦੀ ਹੈ, ਤੁਸੀਂ ਵੀ ਫੈਮਿਨਿਸਟ ਮੰਨਦੇ ਹੋ ਆਪਣੇ ਆਪ ਨੂੰ? ਬਿਲਕੁਲ। ਓਕੇ। ਫੈਮਿਨਿਸਟ ਔਰਤਾਂ ਨੂੰ ਬਹੁਤ ਕਈ ਵਾਰੀ ਤਿਉੜੀਆਂ ਪਾ ਕੇ ਦੇਖਿਆ ਜਾਂਦਾ, ਤੁਹਾਨੂੰ ਵੀ ਦੇਖਦੇ ਰਹੇ ਨੇ ਲੋਕ? ਹਾਂਜੀ ਹਾਂਜੀ, ਬਹੁਤ ਵਾਰ। ਕਿੱਦਾਂ ਡੀਲ ਕਰਦੇ ਰਹੇ ਹੋ? ਲੇਕਿਨ ਮੈਂ ਇਹ ਸਮਝਦੀ ਹਾਂ ਕਿ ਫੈਮਿਨਿਸਟ ਹੋਣਾ ਕੋਈ ਬੁਰੀ ਗੱਲ ਨਹੀਂ, ਬਹੁਤ ਚੰਗੀ ਗੱਲ ਹੈ। ਕੀ ਹੈ ਫੈਮਿਨਿਸਟ ਹੋਣਾ? ਕੀ ਹੈ ਫੈਮਿਨਿਸਟ ਹੋਣਾ? ਮੇਰੇ ਵਾਸਤੇ ਇਹ ਆ ਕਿ ਇੱਕ ਔਰਤ ਸੁਸਾਇਟੀ ਦੇ ਵਿੱਚ ਬੰਦਿਆਂ ਨਾਲ ਮੋਢਾ ਤਾਂ ਮੋਢਾ ਲਾ ਕੇ ਜੋ ਕਰਨਾ ਚਾਹਵੇ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਕੰਮ ਕਰ ਸਕੇ। ਜੇ ਉਹ ਕੁਝ ਪੜ੍ਹਨਾ ਚਾਹੁੰਦੀ ਹੈ ਤਾਂ ਵੀ ਠੀਕ ਹੈ, ਜੇ ਉਹ ਘਰ ਬਹਿਣਾ ਚਾਹੁੰਦੀ ਹੈ ਉਹ ਵੀ ਠੀਕ ਹੈ। ਇਹ ਜ਼ਰੂਰੀ ਨਹੀਂ ਗਾ ਵੀ ਜੇ ਕੋਈ ਘਰ ਬੈਠ ਕੇ ਆਪਣਾ, ਲੇਕਿਨ ਉਹਦੀ ਚੋਇਸ ਹੋਣੀ ਚਾਹੀਦੀ ਹੈ, ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ। ਜੇ ਉਹ ਕਿਸੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਜਾਂ ਜੇ ਉਹ ਘਰ ਬੈਠ ਕੇ
ਨਹੀਂ ਜਾਣਾ ਚਾਹੁੰਦੀ ਬਾਹਰ ਕੰਮ ਕਰਨ ਵਾਸਤੇ, ਉਹ ਘਰ ਦਾ ਕੰਮ ਕਰਦੀ ਹੈ, ਉਹਦਾ ਹਸਬੈਂਡ ਉਹਦੀ ਸਪੋਰਟ ਕਰਦਾ, ਉਹਦੀ ਹਸਬੈਂਡ ਬਾਹਰ ਕੰਮ ਕਰਦਾ, ਦੈਟਸ ਫਾਈਨ। ਇਹਦਾ ਮਤਲਬ ਇਹ ਨਹੀਂਗਾ ਵੀ ਉਹ ਫੈਮਿਨਿਸਟ ਨਹੀਂਗੀ। ਸੋ ਜੋ ਵੀ ਉਹ ਆਪਣੀ ਚੋਇਸ ਬਣਾਉਂਦੀ ਹੈ ਇੱਕ ਇੰਡੀਵਿਜੂਅਲ ਦੇ ਤੌਰ ਤੇ, ਇੱਕ ਇਨਸਾਨ ਦੇ ਤੌਰ ਦੇ ਉੱਤੇ, ਐਗਜ਼ੈਕਟਲੀ ਉਹਨੂੰ ਉਹਦਾ ਹੱਕ ਹੋਣਾ ਚਾਹੀਦਾ। ਜੇ ਇੱਕ ਔਰਤ ਨੂੰ ਆਪਣੇ ਪੂਰੇ ਹੱਕ ਮਿਲਣ ਤਾਂ ਬਰਾਬਰਤਾ ਮਿਲੇ, ਜਿਹੜਾ ਉਹ ਕੰਮ ਆਦਮੀ ਕਰਦੇ ਆ ਔਰ ਔਰਤਾਂ ਕਰਦੀਆਂ ਉਹਨਾਂ ਨੂੰ ਇਕੁਅਲ ਪੇ ਮਿਲੇ, ਤਾਂ ਉਹ ਉਹਨਾਂ ਦੇ ਟੀਚਿਆਂ ਵਾਸਤੇ ਅਸੀਂ ਕੰਮ ਕਰਦੇ ਹਾਂ ਜਿਹੜੇ ਅਸੀਂ ਆਪਣੇ ਆਪ ਨੂੰ ਫੈਮਿਨਿਸਟ ਗਿਣਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਅੱਜ ਇਹ ਗੱਲਾਂ ਬਾਤਾਂ ਕਰਕੇ। ਇੱਕ ਚੀਜ਼ ਕਹਿਣੀ ਸੀ, ਮੈਂ ਪਿਛਲੇ 2 ਘੰਟੇ ਦੀ ਲਗਾਤਾਰ ਸੋਚੀ ਜਾ ਰਹੀ ਹਾਂ ਕਿ ਲਾਲ ਰੰਗ ਬਹੁਤ ਤੁਹਾਡੇ 'ਤੇ ਫੱਬ ਰਿਹਾ, ਪੂਰੇ ਐਨਰਜੀ ਦੇ ਨਾਲ ਤੁਸੀਂ ਭਰੇ ਹੋਏ ਲੱਗਦੇ ਹੋ, ਇਸੇ ਤਰ੍ਹਾਂ ਹਮੇਸ਼ਾ ਖਿੜੇ ਰਹੋ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮੱਚ। ਨਾਈਸ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਮਿੰਦਰ ਦੋਸਾਂਝ ਹੁਣਾਂ ਦੇ ਨਾਲ ਇੰਨੀ ਹੀ ਗੱਲਬਾਤ। ਜੇ ਕਿਸੇ ਨੂੰ ਕੋਈ ਫੀਡਬੈਕ ਦੇਣੀ ਹੋਵੇ ਮੈਨੂੰ navjot@sherpunjabradio.ca ਤੇ ਤੁਸੀਂ ਈਮੇਲ ਕਰ ਸਕਦੇ ਹੋ। ਹੁਣ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਸ਼ੁਕਰੀਆ।